ਹੈਲੋ ਦੋਸਤੋ, ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਪ੍ਰਤਾਪ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਦੇ ਉੱਤੇ। ਤੇ ਅੱਜ ਦੀ ਵੀਡੀਓ ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਆਪਾਂ ਨੇ ਡਿਸਕਸ ਕਰਨੇ ਆ ਸਪੋਰਟਸ ਦੇ 100 MCQ। ਠੀਕ ਹੈ, ਤੇ ਇਹ ਸਾਰੇ ਕੁਐਸਚਨ ਜ਼ਿਆਦਾਤਰ ਸਾਰੇ ਕੁਐਸਚਨ ਕਰੰਟ ਅਫੇਅਰ ਤੋਂ ਮੈਂ ਲਏ ਆ। ਠੀਕ ਹੈ, ਤੇ ਕੁਝ ਸਿਲੈਕਟਡ ਜੇ ਸਟੈਟਿਕ ਸਪੋਰਟਸ ਦੀ ਸਟੈਟਿਕ ਜੀਕੇ ਜਿਹੜੀ ਹੁੰਦੀ ਹੈ ਹਿਸਟਰੀ ਵਗੈਰਾ ਉਹਦੇ ਤੋਂ ਵੀ ਮੈਂ ਪਾਏ ਆ। ਠੀਕ ਹੈ ਨਾ, ਤਾਂ ਇਹ ਬੈਸਟ 100 ਕੁਐਸਚਨ ਤੁਹਾਨੂੰ ਮਿਲਣਗੇ ਸਪੋਰਟਸ ਦੇ। ਇਸ ਤੋਂ ਇਲਾਵਾ ਆਪਾਂ ਪਹਿਲਾਂ ਵੀ 3-4 ਵੀਡੀਓ ਕਰ ਚੁੱਕੇ ਆ ਸਪੋਰਟਸ ਦੀ, ਤੇ ਉਮੀਦ ਹੈ ਤੁਸੀਂ ਉਹ ਸਾਰੀ ਵੇਖੀ ਹੋਣਗੀ ਤੇ ਤੁਹਾਨੂੰ ਸਮਝ ਆਈ ਹੋਣੀ। ਠੀਕ ਹੈ ਨਾ, ਬਾਕੀ ਅੱਜ ਦੀ ਵੀਡੀਓ ਤੁਹਾਨੂੰ ਕਿਹੋ ਜੀ ਲੱਗਦੀ ਹੈ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ। ਤਾਂ ਆਪਾਂ ਸ਼ੁਰੂ ਕਰਦੇ ਹਾਂ ਬਈ। ਇਹ ਬੈਸਟ ਜਿਹੜੇ 100 MCQ ਹੈਗੇ ਆ। ਠੀਕ ਹੈ, ਬਾਕੀ ਕੋਈ ਵੀ ਕੁਐਰੀ ਕੋਈ ਵੀ ਡਾਊਟ ਹੈਗਾ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਇੰਸਟਾਗ੍ਰam ਦੇ ਉੱਤੇ। ਤੇ ਨਾਲੇ ਆ ਜਿਹੜੇ ਕੁਐਸਚਨ ਅੱਜ ਆਪਾਂ ਕਰ ਰਹੇ ਆ ਇਹਨਾਂ ਦੀ PDF ਤੁਹਾਨੂੰ ਆਲਰੇਡੀ ਮਿਲ ਚੁੱਕੀ ਹੋਣੀ, ਕਿਉਂਕਿ ਮੈਂ 3-4 ਦਿਨ ਪਹਿਲਾਂ ਹੀ ਇਹ ਕੁਐਸਚਨਾਂ ਦੀ ਜਿਹੜੀ PDF ਹੈ ਤੁਹਾਨੂੰ ਪ੍ਰੋਵਾਈਡ ਕਰਤੀ ਸੀਗੀ ਟੈਲੀਗ੍ਰਾਮ ਤੇ। ਠੀਕ ਹੈ, ਤਾਂ ਜਿਹੜਾ ਵੀ ਸਟੂਡੈਂਟ ਟੈਲੀਗ੍ਰਾਮ ਤੇ ਜੁੜਿਆ ਹੋਇਆ ਉਹਨੂੰ PDF ਮਿਲ ਗਈ ਹੋਣੀ ਪਹਿਲਾਂ ਹੀ। ਠੀਕ ਹੈ, ਤੇ ਹਾਂ ਸ਼ੁਰੂ ਕਰਦੇ ਹਾਂ ਬਈ ਪਹਿਲਾਂ ਆਪਾਂ। ਚਲੋ ਠੀਕ ਹੈ ਨਾ, ਇੱਕ ਕੁਐਸਚਨ ਆਪਣਾ ਪਹਿਲਾ। ਅੱਛਾ ਹਾਂ, ਚਲੋ ਪਹਿਲਾਂ ਮੈਂ ਸੋਚ ਰਿਹਾ ਸੀ ਚਲ ਬਾਅਦ ਚ ਕਹਾਂਗਾ ਤੁਹਾਨੂੰ, ਬਟ ਮੈਂ ਪਹਿਲਾਂ ਹੀ ਤੁਹਾਨੂੰ ਕਹਿ ਰਿਹਾ ਬਈ ਕਿ ਕਾਫੀ ਸਾਰੇ ਸਟੂਡੈਂਟ ਨੇ ਮੈਸੇਜ ਕਰਿਆ ਕਿ ਸਰ ਇਹ ਜਿਹੜੇ ਕੁਐਸਚਨ ਤੁਸੀਂ PDF ਦੇ ਵਿੱਚ ਪਾਏ ਆ ਹਨਾ, ਉਹ ਜ਼ਿਆਦਾਤਰ ਕੁਐਸਚਨ ਜਿਹੜੇ ਹੈਗੇ ਆ 20 ਦੇ ਕਰੰਟ ਅਫੇਅਰ ਤੋਂ ਲਏ ਆ। ਠੀਕ ਹੈ, ਕੁਝ ਕੁਐਸਚਨ ਹੈ ਜਿਹੜੇ 2020 ਦੇ ਵੀ ਮੈਂ ਪਾਏ ਆ। ਤਾਂ ਬਈ ਪਹਿਲੀ ਗੱਲ ਤਾਂ ਇਹ ਹੈ, ਕਰੰਟ ਅਫੇਅਰ ਦੇ ਵਿੱਚ ਕਹੀਂ ਵੀ ਇਹ ਮੈਂਸ਼ਨ ਨਹੀਂ ਕਰਿਆ ਹੁੰਦਾ ਜਾਂ ਸਪੋਰਟਸ ਦੇ ਵਿੱਚ ਕਹੀਂ ਵੀ ਇਹ ਮੈਂਸ਼ਨ ਨਹੀਂ ਕਰਿਆ ਕਿ ਤੁਹਾਨੂੰ ਇਸੇ ਸਾਲ ਦੇ ਸਪੋਰਟਸ ਦੇ ਕਰੰਟ ਅਫੇਅਰ ਆਣਗੇ। ਠੀਕ ਹੈ, ਜਿਹੜੇ ਸੁਪਰ ਇੰਪੋਰਟੈਂਟ ਹੁੰਦੇ ਆ ਉਹ 2020 ਦੇ ਕੀ 2019 ਦੇ ਵੀ ਪੁੱਛ ਸਕਦੇ ਆ, ਈਵਨ 2018 ਦੇ ਵੀ ਪੁੱਛ ਸਕਦੇ ਆ ਸਪੋਰਟਸ ਦੇ ਕੁਐਸਚਨ। ਇਹ ਕੋਈ ਜ਼ਰੂਰੀ ਨਹੀਂ ਹੈਗਾ। ਠੀਕ ਹੈ ਨਾ, ਤਾਂ ਆਪਣੇ ਆਪ ਨੂੰ ਲਿਮਿਟਡ ਨਾ ਰੱਖੋ। ਇਹ ਵੀਡੀਓ ਅੱਜ ਜਿਹੜੀ ਵੀਡੀਓ ਆਪਾਂ ਕਰ ਰਹੇ ਆ ਇਹਦੇ ਚ ਜਿੰਨੇ ਕਿ ਵੀ ਕੁਐਸਚਨ ਕਰੰਟ ਅਫੇਅਰ ਦੇ ਮੈਂ ਪਾਏ ਆ ਨਾ, ਉਹ ਪੁਰਾਣੇ ਹੀ ਕੁਐਸਚਨ ਪਾਏ ਆ ਸਾਰੇ ਦੇ ਸਾਰੇ। ਠੀਕ ਹੈ ਨਾ, ਨਏ ਜਿਹੜੇ ਫਰੈਸ਼ ਕਰੰਟ ਅਫੇਅਰ ਦੇ ਪਾਉਂਗਾ ਮੈਂ ਉਹ ਨੈਕਸਟ ਵੀਡੀਓ ਦੇ ਵਿੱਚ ਕਰਾਉਂਗਾ। ਠੀਕ ਹੈ, ਤਾਂ ਇਹਨਾਂ ਨੂੰ ਵੀ ਆਪਣੀ ਨਿਗਾਹ ਦੇ ਵਿੱਚ ਰੱਖਣਾ ਹੈ, ਕਿਉਂਕਿ ਹੁਣ ਜਿਹੜੇ ਸੈਂਟਰ ਦੇ ਐਗਜ਼ਾਮ ਹੋਏ ਆ ਇਸੇ ਸਾਲ ਹਨਾ, SSC ਨੇ ਜਿੰਨੇ ਵੀ ਲਏ ਆ ਤੁਸੀਂ ਸਾਰੇ ਪੇਪਰ ਚੈੱਕ ਕਰਕੇ ਦੇਖ ਲਓ। ਕੋਈ ਵੀ ਲੇਟੈਸਟ ਕਰੰਟ ਅਫੇਅਰ ਉਹਨਾਂ ਨੇ ਸਪੋਰਟਸ ਦਾ ਨਹੀਂ ਪੁੱਛਿਆ। ਇਹ ਸਾਰੇ ਪਹਿਲਾਂ ਕੁਐਸਚਨ ਉਹਨਾਂ ਨੇ ਪੁੱਛੇ ਆ ਜਿਹੜੇ 2018-19 ਦੇ ਵੀ ਕੁਐਸਚਨ ਪੁੱਛੇ ਹੋਏ ਆ, ਤੁਸੀਂ ਆਪ ਚੈੱਕ ਕਰ ਸਕਦੇ ਹੋ। ਠੀਕ ਹੈ, ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਬਈ ਇਹਨਾਂ ਪ੍ਰਸ਼ਨਾਂ ਤੋਂ। ਪਹਿਲਾ ਪ੍ਰਸ਼ਨ ਕਿਹੜਾ ਬਈ, ਸਪੈਸ਼ਲ 올림픽। ਠੀਕ ਹੈ ਨਾ, ਸਪੈਸ਼ਲ 올림픽 ਹੈਲਡ ਐਵਰੀ dash year in a global movement of people creating a new world of inclusion where every single person is accepted and welcomed regardless of their ability or disability। ਤਾਂ 올림픽 ਦੇ ਉੱਤੇ ਤਾਂ ਆਲਰੇਡੀ ਆਪਾਂ ਨੇ ਵੀਡੀਓ ਕਰੀ ਹੈ, ਜਿੰਨੇ ਕਿ ਵੀ ਕੁਐਸਚਨ 올림픽 ਤੋਂ ਬਣਦੇ ਆ ਸਾਰੇ ਕਰੇ ਹੋਏ ਆ, ਬਟ ਇਹ ਕੁਐਸਚਨ ਉਹਨਾਂ ਤੋਂ ਬਿਲਕੁਲ ਅਲੱਗ ਹੈ। ਠੀਕ ਹੈ, ਇੱਕ ਸਪੈਸ਼ਲ 올림픽 ਸ਼ੁਰੂ ਕਰੇ ਗਏ ਸੀ ਬਹੁਤ ਬਾਅਦ ਦੇ ਵਿੱਚ। ਠੀਕ ਹੈ ਨਾ, ਇਹ ਨੋਰਮਲ 올림픽 ਦੀ ਮੈਂ ਗੱਲ ਨਹੀਂ ਕਰ ਰਿਹਾ, ਇਹ ਸਪੈਸ਼ਲ 올림픽 ਨੇ। ਠੀਕ ਹੈ, ਇਹ ਉਹਨਾਂ ਬੱਚਿਆਂ ਵਾਸਤੇ ਹੁੰਦੇ ਆ ਜਿਹੜੇ ਥੋੜੇ ਜਿਹੇ ਮੈਂਟਲੀ ਤੁਸੀਂ ਕਹਿ ਸਕਦੇ ਹੋ ਡਿਸੇਬਲ ਹੈਗੇ ਆ। ਠੀਕ ਹੈ ਨਾ, ਥੋੜੇ ਮਾਨਸਿਕ ਰੂਪ ਤੋਂ ਜਿਹੜੇ ਬਿਮਾਰ ਬੱਚੇ ਹੁੰਦੇ ਆ ਉਹਨਾਂ ਵਾਸਤੇ ਇਹ 올림픽 ਆ ਜਿਹੜੇ ਸ਼ੁਰੂ ਕਰੇ ਗਏ ਸੀ ਅਮਰੀਕਾ ਦੇ ਵਿੱਚ, ਤੇ ਇਹ ਹਰ 2 ਸਾਲ ਬਾਅਦ ਕਰਾਏ ਜਾਂਦੇ ਆ। ਠੀਕ ਹੈ, ਤਾਂ ਇਹਦਾ ਆਨਸਰ ਕੀ ਹੈ, 2 ਹਰ 2 ਸਾਲ ਬਾਅਦ ਇਹ ਕਰਾਏ ਜਾਂਦੇ ਆ। ਬਾਕੀ ਇਹਨਾਂ 올림픽ਾਂ ਬਾਰੇ ਆਪਾਂ ਥੋੜੀ ਜਿਹੀ ਇਨਫੋਰਮੇਸ਼ਨ ਦੇਖ ਲੈਂਦੇ ਆ। ਘੱਟੇ ਕੁਐਸਚਨ ਦੇਖਿਆ ਮੈਂ ਇਹਦੇ ਉੱਤੇ, ਬਟ ਫਿਰ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਸਪੈਸ਼ਲ 올림픽 ਦੇ ਨਾਂ ਤੋਂ ਵੀ ਕੋਈ ਨਾ ਕੋਈ ਟੂਰਨਾਮੈਂਟ ਜਿਹੜਾ ਹੈਗਾ ਆ। ਠੀਕ ਹੈ ਨਾ, ਸਪੋਰਟਸ ਇਵੈਂਟ ਹੈਗਾ ਸਪੈਸ਼ਲ 올림픽 ਦੇ ਨਾਂ ਤੋਂ। 1968 ਦੇ ਵਿੱਚ ਸ਼ੁਰੂ ਕਰੇ ਸੀ, ਤੇ ਸ਼ੁਰੂ ਕਰਨ ਵਾਲਾ ਕੌਣ ਹੈ, ਕੈਨੇਡੀ। ਬਸ ਇੰਨਾ ਯਾਦ ਰੱਖਣਾ ਤੁਸੀਂ, ਕੈਨੇਡੀ ਜ਼ਿਆਦਾਤਰ ਆਪਸ਼ਨ ਦੇ ਵਿੱਚ ਹੁੰਦਾ। ਠੀਕ ਹੈ, ਤੇ ਬਾਕੀ ਇਹ ਦੇਖੋ ਇਹਨਾਂ ਦੇ ਵਿੱਚ ਦੇਖੋ, ਇਹ 2015 ਦੇ ਵਿੱਚ ਹੋਏ ਸੀ, ਇਹ 2015 ਫਿਰ 2019, ਇਹਨਾਂ ਦੇ ਵਿੱਚ ਤਾਂ ਇੱਥੇ 4-4 ਸਾਲ ਦਾ ਗੈਪ ਆ ਰਿਹਾ। ਇਹ ਵੀ ਹੋਰ 올림픽ਾਂ ਵਾਂਗ 2 ਤਰ੍ਹਾਂ ਦੇ ਹੁੰਦੇ ਆ, ਸਮਰ ਤੇ ਵਿੰਟਰ। ਠੀਕ ਹੈ ਨਾ, ਜਿਹੜੇ ਹੋਰ 올림픽 ਆਪਾਂ ਨੇ ਪਹਿਲਾਂ ਪੜ੍ਹੇ ਆ ਨਾ 올림픽 ਨੋਰਮਲ 올림픽 ਜਿਹੜੇ ਹੁੰਦੇ ਆ ਉਹ ਸਮਰ ਹੁੰਦੇ ਆ ਤੇ ਵਿੰਟਰ ਹੁੰਦੇ ਆ, ਪਤਾ ਨਾ ਤੁਹਾਨੂੰ। ਤੇ ਸਮਰ ਵਾਲੇ ਜਿਹੜੇ ਜਿਵੇਂ 2016 ਦੇ ਵਿੱਚ ਹੋਏ ਸੀ, ਉਸ ਤੋਂ ਬਾਅਦ 2020, ਤੇ ਵਿੰਟਰ ਵਾਲੇ 2018 ਚ ਹੋਏ, ਫਿਰ 2022 ਚ ਹੋਣਗੇ। ਤਾਂ ਇਹਨਾਂ ਦੇ ਵਿੱਚ 2-2 ਸਾਲ ਦਾ ਗੈਪ ਹੈ, ਤਾਂ ਇਦਾਂ ਹੀ ਇੱਥੇ ਵੀ 2-2 ਸਾਲ ਦਾ ਗੈਪ ਹੈ ਸਮਰ ਤੇ ਵਿੰਟਰ ਦਾ। ਠੀਕ ਹੈ, ਤਾਂ 2-2 ਸਾਲ ਦਾ ਗੈਪ ਹੈ। ਇਹ ਜਿਹੜੀ ਮੈਂ ਲਿਸਟ ਦੇਈ ਹੈ ਤੁਹਾਨੂੰ, ਇਹ ਸਮਰ ਦੀ ਹੈਗੀ ਆ। ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਯਾਦ ਰੱਖਣ ਦੀ ਬਿਲਕੁਲ ਵੀ ਲੋੜ ਨਹੀਂ, ਬਸ ਤੁਸੀਂ ਇਹ ਯਾਦ ਰੱਖੋ ਸਪੈਸ਼ਲ 올림픽 ਮਾਨਸਿਕ ਰੂਪ ਤੋਂ ਜਿਹੜੇ ਮਤਲਬ ਰੋਗੀ ਵਗੈਰਾ ਬੱਚੇ ਹੁੰਦੇ ਆ ਨਾ ਹਨਾ, ਉਹਨਾਂ ਵਾਸਤੇ ਇਹ ਹੁੰਦਾ ਹੈ। ਠੀਕ ਹੈ, 1968 ਦੇ ਵਿੱਚ ਇਹ ਸ਼ੁਰੂ ਹੋਏ ਸੀ, ਅਮਰੀਕਾ ਦੇ ਵਿੱਚ ਸ਼ੁਰੂ ਹੋਏ ਸੀ, ਇਹ ਯਾਦ ਰੱਖਣਾ ਹੈ। ਤੇ 2023 ਦੇ ਵਿੱਚ ਇਹ ਕਿੱਥੇ ਹੋਣੇ ਆ, ਬਰਲਿਨ ਜਰਮਨੀ ਹੋਣੇ ਆ। ਬਸ ਇਸ ਤੋਂ ਇਲਾਵਾ ਕੁਝ ਵੀ ਯਾਦ ਨਹੀਂ ਰੱਖਣਾ। ਠੀਕ ਹੈ, ਸਪੈਸ਼ਲ 올림픽ਾਂ ਬਾਰੇ ਇੰਨਾ ਕੀ ਬਹੁਤ ਹੈ। ਉਸ ਤੋਂ ਬਾਅਦ ਬਈ, वो was the first Indian woman to win Olympic medal। ਬਿਲਕੁਲ ਸਿੰਪਲ ਕੁਐਸਚਨ ਹੈ। ਠੀਕ ਹੈ, 올림픽 ਵਾਲੀ ਵੀਡੀਓ ਦੇ ਵਿੱਚ ਬੜੀ ਚੰਗੇ ਤਰੀਕੇ ਨਾਲ ਕਰਿਆ। ਕੌਣ ਹੈ, ਕਰਨਮ ਮੱਲੇਸ਼ਵਰੀ, ਵੇਟ ਲਿਫਟਰ ਆਪਣੀ ਜਿਹੜੀ ਹੈਗੀ ਆ। ਠੀਕ ਹੈ, ਨੈਕਸਟ ਇਹ ਵੂਮਨ ਦੀ ਗੱਲ ਕਰ ਰਹੇ ਹਾਂ ਹਨਾ, ਤੇ ਪਹਿਲਾ ਮੇਲ ਕਿਹੜਾ ਹੈ ਬਈ। ਠੀਕ ਹੈ, ਪਹਿਲਾ ਮੈਨ ਕਿਹੜਾ ਹੈ, ਉਹ ਹੈਗਾ KD ਜਾਦਵ। ਠੀਕ ਹੈ ਨਾ, KD ਜਾਦਵ। ਉਸ ਤੋਂ ਬਾਅਦ
Who among the following is the highest rated visually impaired chess player in India? ਤਾਂ ਇੰਡੀਆ ਦਾ ਇੱਕ ਚੈਸ ਪਲੇਅਰ ਹੈ, ਉਹਦੇ ਬਾਰੇ ਗੱਲ ਕਰ ਰਹੇ ਆ, ਜਿਹੜਾ ਮਤਲਬ ਹਾਈਲੀ ਰੇਟਡ ਹੈਗਾ ਆ ਵਿਜ਼ੂਅਲੀ ਇੰਪੇਅਰਡ। ਹਾਈਲੀ ਰੇਟਡ ਵਿਜ਼ੂਅਲੀ ਇੰਪੇਅਰਡ ਦਾ ਮਤਲਬ ਹੈ ਮਤਲਬ ਜਿਹੜਾ ਮਤਲਬ ਬਲਾਈਂਡ ਹੈ, ਠੀਕ ਹੈ ਨਾ। ਤਾਂ ਬਲਾਈਂਡ ਕਿਹੜਾ ਇਹਨਾਂ ਦੇ ਵਿੱਚੋਂ, ਉਹ ਹੈਗਾ ਵੀ ਦਰਪਨ ਇਨਾਨੀ। ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ ਇਹ ਕੁਐਸਚਨ। ਇਦਾਂ ਵੀ ਦੇਖਿਆ ਗਿਆ ਪਹਿਲਾਂ ਕਿ ਦਰਪਨ ਇਨਾਨੀ ਦਾ ਸੰਬੰਧ ਜਿਹੜਾ ਹੈਗਾ ਉਹ ਕਿਹੜੀ ਗੇਮ ਨਾਲ ਹੈ, ਠੀਕ ਹੈ। ਦਰਪਨ ਇਨਾਨੀ ਦਾ ਸੰਬੰਧ ਹੈਗਾ ਬਈ ਚੈਸ ਦੇ ਨਾਲ, ਯਾਦ ਰੱਖਣਾ ਆਪਾਂ ਨੇ, ਠੀਕ ਹੈ। ਨੈਕਸਟ, ਦਿਵਯੇਂਦੂ ਬਰੂਆ, ਠੀਕ ਹੈ ਨਾ। ਦਿਵਯੇਂਦੂ ਬਰੂਆ ਕਿਹੜੀ ਗੇਮ ਨਾਲ ਸੰਬੰਧਿਤ ਹੈ, ਤਾਂ ਇਹ ਵੀ ਚੈਸ ਨਾਲ ਸੰਬੰਧਿਤ ਹੈ, ਯਾਦ ਰੱਖਣਾ ਹੈ। ਨੈਕਸਟ ਆ ਜਾਓ, ਗੁਰਜੀਤ ਕੌਰ ਉੱਤੇ ਕੁਐਸਚਨ ਆਇਆ ਹੋਇਆ ਸੀਗਾ। ਗੁਰਜੀਤ ਕੌਰ ਕਿਹੜੀ ਗੇਮ ਨਾਲ ਸੰਬੰਧਿਤ ਹੈ, ਇਹ ਹੈਗੀ ਆ ਹਾਕੀ ਦੇ ਨਾਲ ਸੰਬੰਧਿਤ, ਠੀਕ ਹੈ। ਗੁਰਜੀਤ ਕੌਰ ਕਿਹੜੀ ਗੇਮ ਨਾਲ ਸੰਬੰਧਿਤ ਹੈ, ਹਾਕੀ ਨਾਲ। ਉਸ ਤੋਂ ਬਾਅਦ which of the following is referred to as ਢੀਂਗ ਐਕਸਪ੍ਰੈਸ, ਬਹੁਤ ਇੰਪੋਰਟੈਂਟ ਹੈ, ਬਹੁਤ ਹੀ ਜ਼ਿਆਦਾ। ਢੀਂਗ ਐਕਸਪ੍ਰੈਸ ਦੇ ਨਾਂ ਤੋਂ ਕਿਹਨੂੰ ਜਾਣਿਆ ਜਾਂਦਾ ਹੈ, ਤਾਂ ਢੀਂਗ ਐਕਸਪ੍ਰੈਸ ਕਿਹਾ ਜਾਂਦਾ ਹੈ ਬਈ ਹੀਮਾ ਦਾਸ ਨੂੰ, ਠੀਕ ਹੈ। ਢੀਂਗ ਐਕਸਪ੍ਰੈਸ ਕਿਹਨੂੰ ਕਿਹਾ ਜਾਂਦਾ ਹੈ, ਹੀਮਾ ਦਾਸ ਨੂੰ, ਕਿਉਂਕਿ ਹੀਮਾ ਦਾਸ ਹੈ ਜਿਹੜੀ ਉਹ ਅਸਾਮ ਦੇ ਵਿੱਚ ਇੱਕ ਜਗ੍ਹਾ ਹੈਗੀ ਆ ਢੀਂਗ, ਉੱਥੋਂ ਦੀ ਰਹਿਣ ਵਾਲੀ ਹੈ, ਠੀਕ ਹੈ ਨਾ। 800 ਮੀਟਰ ਤੇ 400 ਮੀਟਰ ਇਹਦੀ ਗੇਮ ਹੈ, ਠੀਕ ਹੈ, ਰਨਿੰਗ ਕਰਦੀ ਹੈ ਨਾ। ਤਾਂ 800 ਮੀਟਰ ਤੇ 400 ਮੀਟਰ ਇਹ ਦੋ ਇਹਦੀ ਗੇਮਾਂ ਨੇ, ਠੀਕ ਹੈ। 200 ਵੀ ਕਰਦੀ ਹੈ, ਠੀਕ ਹੈ, ਯਾਦ ਰੱਖਣਾ ਹੈ। ਤੇ ਇਹ ਜਿਹੜੀ ਹੀਮਾ ਦਾਸ ਹੈਗੀ ਆ ਪਹਿਲੀ ਇੰਡੀਅਨ ਵੂਮਨ ਐਥਲੀਟ ਹੈ ਜਿਨੇ IAF, ਤੁਹਾਨੂੰ ਪਤਾ ਨਾ, ਐਥਲੈਟਿਕ ਫੈਡਰੇਸ਼ਨ, ਇੰਟਰਨੈਸ਼ਨਲ ਆਰਮੇਚਰ ਐਥਲੈਟਿਕ ਫੈਡਰੇਸ਼ਨ ਦੇ ਵਿੱਚ ਅੰਡਰ 20 ਦੇ ਵਿੱਚ ਇਹਨੇ ਕੀ ਹੈ 골ਡ ਮੈਡਲ ਜਿੱਤਿਆ ਸੀ। ਤੇ ਅਜਿਹਾ ਕਰਨ ਵਾਲੀ ਇਹ ਇੰਡੀਆ ਦੀ ਪਹਿਲੀ ਮਹਿਲਾ ਵੂਮਨ ਖਿਡਾਰਨ ਹੈਗੀ ਆ, ਯਾਦ ਰੱਖਣਾ ਆਪਾਂ ਨੇ, ਠੀਕ ਹੈ। ਇਹ ਡਾਇਰੈਕਟ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ IAAF ਦੁਆਰਾ ਅੰਡਰ 20 ਦੇ ਵਿੱਚ ਮਤਲਬ ਕੈਟੇਗਰੀਆਂ ਹੁੰਦੀਆਂ ਨਾ, ਅੰਡਰ 20 ਅਲੱਗ ਹੋਊਗਾ ਤੇ ਉਸ ਤੋਂ ਇਲਾਵਾ ਇੱਕ ਸੀਨੀਅਰ ਅਲੱਗ ਹੁੰਦਾ, ਜੂਨੀਅਰ ਹੈ ਨਾ, ਉਹ ਸਾਰਾ ਕੁਝ ਹੈ। ਤਾਂ ਕੈਟੇਗਰੀ ਅੰਡਰ 20 ਕੈਟੇਗਰੀ ਦੇ ਵਿੱਚ 골ਡ ਮੈਡਲ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰੀ ਕੌਣ ਹੈ, ਹੀਮਾ ਦਾਸ, ਠੀਕ ਹੈ, ਯਾਦ ਰੱਖਣਾ ਆਪਾਂ ਨੇ। ਇਸ ਤੋਂ ਇਲਾਵਾ ਮਿਲਖਾ ਸਿੰਘ ਨੂੰ ਤੁਹਾਨੂੰ ਪਤਾ ਹੀ ਹੈ, ਦਾ ਫਲਾਈਂਗ ਸਿੱਖ ਕਿਹਾ ਜਾਂਦਾ ਹੈ, ਠੀਕ ਹੈ। ਤੇ PT ਊਸ਼ਾ ਨੂੰ ਪਯੋਲੀ ਐਕਸਪ੍ਰੈਸ ਕਿਹਾ ਜਾਂਦਾ ਹੈ, ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾ। ਪਯੋਲੀ ਐਕਸਪ੍ਰੈਸ ਕਿਹਾ ਜਾਂਦਾ ਹੈ PT ਊਸ਼ਾ ਨੂੰ, ਠੀਕ ਹੈ। ਨੈਕਸਟ, ਦੇ ਟਰਮ ਟਾਈਮ ਟ੍ਰਾਇਲ ਕਿਹੜੀ ਗੇਮ ਨਾਲ ਸੰਬੰਧਿਤ ਹੈ, ਤਾਂ ਟਾਈਮ ਟ੍ਰਾਇਲ ਸੰਬੰਧਿਤ ਹੈਗਾ ਬਈ ਸਾਈਕਲਿੰਗ ਦੇ ਨਾਲ, ਠੀਕ ਹੈ, ਯਾਦ ਰੱਖਣਾ ਹੈ। ਇਹਨਾਂ ਟਰਮਸ ਦੇ ਉੱਤੇ ਕੁਐਸਚਨ ਬਣਦੇ ਆ। ਨੈਕਸਟ, ਇਹ ਕੁਝ ਵਰਡ ਮੈਂ ਤੁਹਾਨੂੰ ਐਡ ਕਰਕੇ ਦਏ ਆ ਇੱਥੇ, ਠੀਕ ਹੈ, ਜੇ ਹੋ ਸਕਦਾ ਹੈ ਤਾਂ ਕਰ ਲਿਓ ਬਈ, ਠੀਕ ਹੈ। ਸਿਲੇਬਸ ਬਹੁਤ ਜ਼ਿਆਦਾ ਹੈ ਸਪੋਰਟਸ ਦਾ, ਠੀਕ ਹੈ। ਤਾਂ ਮੇਨ ਜੇ ਯਾਦ ਕਰ ਲਓ ਜਿਹੜੇ ਕਿ ਯਾਦ ਹੁੰਦੇ ਆ, ਠੀਕ ਹੈ ਨਾ, ਈਜ਼ੀ ਜਿਹੜੇ ਵਰਡ ਹੈਗੇ ਆ। ਨੈਕਸਟ, ਆਰ ਪ੍ਰਾਗਨੰਦਾ ਇਹ ਕਿਹੜੀ ਗੇਮ ਨਾਲ ਸੰਬੰਧਿਤ ਹੈ, ਤਾਂ ਆਰ ਪ੍ਰਾਗਨੰਦਾ ਜਿਹੜਾ ਹੈਗਾ ਆ ਬਈ ਉਹ ਸੰਬੰਧਿਤ ਹੈਗਾ ਆ ਚੈਸ ਦੇ ਨਾਲ, ਠੀਕ ਹੈ, ਯਾਦ ਰੱਖਣਾ ਹੈ, ਬਹੁਤ ਇੰਪੋਰਟੈਂਟ ਹੈ, ਠੀਕ ਹੈ। ਆਰ ਪ੍ਰਾਗਨੰਦਾ ਜਿਹੜਾ ਹੈਗਾ ਆ ਉਸ ਚੈਸ ਗੇਮ ਦੇ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ, ਹਾਊ ਮੈਨੀ ਪਲੇਅਰਸ ਆਰ देयर ਇਨ ਖੋ-ਖੋ, ਖੋ-ਖੋ ਦੇ ਵਿੱਚ ਕਿੰਨੇ ਖਿਡਾਰੀ ਭਾਗ ਲੈ ਸਕਦੇ ਆ, ਤਾਂ ਖੋ-ਖੋ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ 9 ਖਿਡਾਰੀ ਭਾਗ ਲੈਂਦੇ ਆ, ਬਟ ਇਹ ਕੁਐਸਚਨ ਐਗਜ਼ੈਕਟਲੀ ਇਦਾਂ ਹੀ ਆਇਆ ਸੀ, ਠੀਕ ਹੈ। 9 ਆਪਸ਼ਨ ਦੇ ਵਿੱਚ ਨਹੀਂ ਹੈ, ਇਹ ਕੁਐਸਚਨ ਡਿਟੋ ਇਦਾਂ ਹੀ SSC ਨੇ ਪੁੱਛਿਆ ਹੋਇਆ ਸੀ। ਤਾਂ ਜੇ ਆਪਸ਼ਨ ਦੇ ਵਿੱਚ 9 ਨਾ ਮਿਲੇ ਨਾ ਬਈ, ਤਾਂ ਫਿਰ ਰਾਈਟ ਆਨਸਰ ਹੁੰਦਾ ਹੈ 12, ਠੀਕ ਹੈ, ਕਿਉਂਕਿ ਟੀਮ ਦੇ ਵਿੱਚ ਤਾਂ 12 ਹੁੰਦੇ ਆ, ਟੀਮ ਦੇ ਵਿੱਚ 12 ਹੁੰਦੇ ਆ, ਬਟ ਜਿਹੜੇ ਪਾਰਟਿਸਿਪੇਟ ਇੱਕ ਤਰ੍ਹਾਂ ਤੋਂ ਕਰ ਰਹੇ ਹੁੰਦੇ ਆ ਨਾ, ਉਹ 9 ਖਿਡਾਰੀ ਹੁੰਦੇ ਆ, ਠੀਕ ਹੈ, ਯਾਦ ਰੱਖਣਾ ਹੈ। ਤਾਂ ਖੋ-ਖੋ ਦੇ ਵਿੱਚ ਵੈਸੇ ਜੇ ਆਪਸ਼ਨ ਦੇ ਵਿੱਚ 9 ਮਿਲਦਾ ਹੈ ਤਾਂ ਵਧੀਆ ਗੱਲ ਹੈ, 9 ਨੂੰ ਟਿਕ ਕਰੋ, ਅਦਰਵਾਈਜ਼ 12 ਤਾਂ ਮਿਲੂਗਾ ਹੀ ਫਿਰ ਆਪਸ਼ਨ ਦੇ ਵਿੱਚ, ਠੀਕ ਹੈ। ਤੇ ਇਸ ਤੋਂ ਇਲਾਵਾ ਇਹ ਵੀ ਯਾਦ ਰੱਖ ਲਿਓ ਬਈ, ਠੀਕ ਹੈ, ਇਸ ਤੋਂ ਇਲਾਵਾ ਇਹ ਵੀ ਯਾਦ ਰੱਖ ਲਿਓ, ਇਹ ਹਰ ਇੱਕ ਗੇਮ ਦੇ ਵਿੱਚ ਜਿੰਨੇ ਖਿਡਾਰੀ ਭਾਗ ਲੈ ਸਕਦੇ ਆ ਉਹਨਾਂ ਦੀ ਮੈਂ ਤੁਹਾਨੂੰ ਇੱਕ ਲਿਸਟ ਪ੍ਰੋਵਾਈਡ ਕਰੀ ਹੈ, ਠੀਕ ਹੈ। ਇਹਦਾ ਸਕਰੀਨਸ਼ਾਟ ਲੈ ਲਿਓ। ਚਲਿਏ ਫਿਰ ਅੱਗੇ, ਨੈਕਸਟ ਆ ਜਾਓ, ਪ੍ਰੀਤੀ ਨਾਇਕ ਹੈ ਨਾ, ਪ੍ਰਨੀਤੀ ਨਾਇਕ ਹੈ ਜਿਹੜੀ, ਇਹਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ, ਤਾਂ ਇਹਦਾ ਸੰਬੰਧ ਹੈ ਬਈ ਜਿਮਨਾਸਟਿਕ ਦੇ ਨਾਲ, ਠੀਕ ਹੈ, ਜਿਮਨਾਸਟਿਕ ਦੇ ਨਾਲ ਹੈ, ਬਸ ਇੰਨਾ ਕੁ ਯਾਦ ਰੱਖਣਾ ਹੈ। ਖਿਡਾਰੀਆਂ ਦੇ ਉੱਤੇ ਬਹੁਤ ਕੁਐਸਚਨ ਬਣਦੇ ਆ। ਦੀਪਿਕਾ ਹੋਰ ਹੈ, ਦੀਪਿਕਾ ਕੁਮਾਰੀ ਅਲੱਗ ਹੈ। ਦੀਪਾ ਕਰਮਾਕਰ ਹੈ ਜਿਹੜਾ, ਇਹਦਾ ਸੰਬੰਧ ਕਿਹੜੀ ਗੇਮ ਨਾਲ ਹੈ, ਤਾਂ ਇਹਦਾ ਸੰਬੰਧ ਵੀ ਜਿਮਨਾਸਟਿਕ ਦੇ ਨਾਲ ਹੈ, ਠੀਕ ਹੈ, ਯਾਦ ਰੱਖਣਾ ਹੈ। ਤੇ ਇਹਦੀ ਸਟੇਟ ਵੀ ਪੁੱਛੀ ਗਈ ਸੀ ਪਰ ਪੇਪਰ ਦੇ ਵਿੱਚ, ਇਹਦੀ ਸਟੇਟ ਹੈਗੀ ਹੈ ਬਈ ਤ੍ਰਿਪੁਰਾ, ਠੀਕ ਹੈ, ਕਿਉਂਕਿ 올림픽 ਦੇ ਵਿੱਚ ਨਾ ਇਹ ਚੌਥੇ ਨੰਬਰ ਤੇ ਆਈ ਸੀ, ਬਹੁਤ ਮਤਲਬ ਥੋੜਾ ਜਿਹਾ ਮਤਲਬ ਉਹ ਸੀਗਾ ਟਾਈਮ ਦਾ ਫਰਕ, ਉਹਦੇ ਕਰਕੇ ਇਹ ਜਿਹੜਾ ਤੀਜਾ ਮਤਲਬ ਰੈਂਕ ਹੁੰਦਾ ਹੈ ਬ੍ਰੌਂਜ਼ ਮੈਡਲ ਉਹਦੇ ਤੋਂ ਚੁੱਕ ਗਈ ਸੀ, ਠੀਕ ਹੈ, ਇਹਦਾ ਚੌਥਾ ਨੰਬਰ ਆਇਆ ਸੀ। ਨੈਸ਼ਨਲ ਗੇਮ ਕਿਹੜੀ ਹੈ ਬਈ USA ਦੀ, ਯੂਨਾਈਟਿਡ ਸਟੇਟਸ ਆਫ ਅਮਰੀਕਾ ਦੀ ਨੈਸ਼ਨਲ ਗੇਮ ਕਿਹੜੀ ਹੈ, ਤਾਂ ਉਹ ਹੈਗੀ ਹੈ ਬੇਸਬਾਲ,
ठीक है ਕਿਹੜੀ ਹੈ ਬੇਸਬਾਲ ਤਾਂ ਹਰ ਇੱਕ ਮਤਲਬ ਹਰ ਇੱਕ ਦੇਸ਼ ਦੀ ਤਾਂ ਆਪਾਂ ਨਹੀਂ ਯਾਦ ਰੱਖ ਸਕਦੇ ਹੈ ਨਾ ਇੰਨੇ ਦੇਸ਼ ਹੈਗੇ ਆ ਮਤਲਬ ਸਿਲੈਕਟਡ ਜੀ ਕੰਟਰੀ ਹੈਗੀ ਆ ਜਿਨ੍ਹਾਂ ਦੇ ਆਪਾਂ ਨੂੰ ਕੀ ਹੈ ਨੈਸ਼ਨਲ ਗੇਮ ਯਾਦ ਰੱਖਣੇ ਆ ਇਹ ਕੁਐਸਚਨ ਪੁੱਛੇ ਜਾਂਦੇ ਆ ਤਾਂ ਇਹਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਹੈ ਨਾ ਆਸਟ੍ਰੇਲੀਆ ਦੀ ਕ੍ਰਿਕਟ ਹੋਗੀ ਇੰਗਲੈਂਡ ਦੀ ਕ੍ਰਿਕਟ ਪਾਕਿਸਤਾਨ ਇੰਡੀਆ ਦੀ ਹਾਕੀ ਹੈ ਬੰਗਲਾਦੇਸ਼ ਦੀ ਕਬੱਡੀ ਭੂਟਾਨ ਦੀ ਆਰਚਰੀ ਠੀਕ ਹੈ ਨਾ ਚਾਈਨਾ ਦੀ ਟੇਬਲ ਟੈਨਿਸ ਬ੍ਰਾਜ਼ੀਲ ਦੀ ਫੁੱਟਬਾਲ ਜਾਪਾਨ ਦੀ ਜੂਡੋ ਹੈਗੀ ਆ ਉਹ ਯਾਦ ਰੱਖ ਸਕਦੇ ਹੋ रूस ਦੀ ਚੈਸ ਹੈਗੀ ਆ ਉਹ ਯਾਦ ਰੱਖ ਸਕਦੇ ਹੋ ਠੀਕ ਹੈ ਨਾ ਯਾਦ ਰੱਖਣੇ ਆ ਤੇ ਅਮਰੀਕਾ ਦੀ ਕਿਹੜੀ ਹੈਗੀ ਹੈ ਬੇਸਬਾਲ ਯੂਐਸਏ ਨੂੰ ਤੁਸੀਂ ਇਦਾਂ ਪੜ੍ਹ ਸਕਦੇ ਹੋ ਊਸਾ ਹਨਾ ਤੇ ਨਾ ਕੀ ਬਣਦਾ ਦੇਖੋ ਹਿੰਦੀ ਦੇ ਵਿੱਚ ਤਾਂ ਊਸਾ ਹੀ ਬਣਦਾ ਹੈ ਨਾ ऊषा ठीक है ना तो ऊषा ऊषा को बेस पसंद है ठीक है ना बेबी को बेस नहीं ऊषा को बेस पसंद है तो इसको आप ऐसे याद रख सकते हो ठीक है बाकी इन्हों की भी ट्रिक हैगी है बाद च करांगे वैभव यादव ਇਹਦਾ ਸੰਬੰਧ ਕਿਹੜੀ ਗੇਮ ਨਾਲ ਹੈ ਤਾਂ ਇਹਦਾ ਸੰਬੰਧ ਹੈਗਾ ਬਈ ਬਾਕਸਿੰਗ ਦੇ ਨਾਲ ਠੀਕ ਹੈ ਨੈਕਸਟ ਆ ਜਾਓ ਵਿਚ ਆਫ ਦਾ ਫੋਲੋਇੰਗ ਗੇਮ ਇਜ਼ ਓਰੀਜਿਨੇਟਡ ਇਨ ਇੰਡੀਆ ਭਾਰਤ ਦੇ ਵਿੱਚ ਕਿਹੜੀ ਗੇਮ ਪੈਦਾ ਹੋਈ ਹੈ ਬਿਲਕੁਲ ਬੇਸਿਕ ਕੁਐਸਚਨ ਹੈ ਚੈਸ ਦੀ ਗੱਲ ਹੋ ਰਹੀ ਹੈ ਸ਼ਤਰੰਜ ਦੀ ਉਸ ਤੋਂ ਬਾਅਦ ਦਿਵਿਆ ਕਾਕਰਾਨ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ ਤਾਂ ਦਿਵਿਆ ਕਾਕਰਾਨ ਕਿਹੜੀ ਗੇਮ ਨਾਲ ਸੰਬੰਧਿਤ ਹੈ ਬਈ ਰੈਸਲਿੰਗ ਦੇ ਨਾਲ ਸੁਪਰ ਇੰਪੋਰਟੈਂਟ ਹੈ ਰੈਸਲਿੰਗ ਦੇ ਨਾਲ ਸੰਬੰਧਿਤ ਹੈ ਯਾਦ ਰੱਖਣਾ ਉਸ ਤੋਂ ਬਾਅਦ ਦੀਪਿਕਾ ਕੁਮਾਰੀ ਅੱਛਾ ਇਹ ਹੈਗੇ ਦੀਪਿਕਾ ਕੁਮਾਰੀ ਠੀਕ ਹੈ ਨਾ ਦੀਪਿਕਾ ਕੁਮਾਰੀ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ ਦੀਪਿਕਾ ਕੁਮਾਰੀ ਦਾ ਸੰਬੰਧ ਹੈਗਾ ਬਈ ਤੀਰਅੰਦਾਜ਼ੀ ਦੇ ਨਾਲ ਯਾਨੀ ਅਰਚਰੀ ਠੀਕ ਹੈ ਨਾ ਤੀਰਅੰਦਾਜ਼ੀ ਮਤਲਬ ਅਰਚਰੀ ਦੇ ਨਾਲ ਓਕੇ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ ਉਸ ਤੋਂ ਬਾਅਦ ਭਵਿਸ਼ ਸਿੰਘ ਇਹ ਵੀ ਇੰਪੋਰਟੈਂਟ ਹੈ ਇਹਦਾ ਸੰਬੰਧ ਹੈਗਾ ਵੀ ਕਰਾਟੇ ਦੇ ਨਾਲ ਠੀਕ ਹੈ ਇਹ ਉਹ ਖਿਡਾਰੀ ਹੈ ਜਿਹੜੇ 1-2 ਸਾਲ ਪਹਿਲਾਂ ਤੋਂ ਮਤਲਬ ਕਾਫੀ ਨਿਊਜ਼ ਦੇ ਵਿੱਚ ਰਹੇ ਹੈ ਕਿਸੇ ਨੇ ਕੋਈ ਟੂਰਨਾਮੈਂਟ ਜਿੱਤਿਆ ਕਿਸੇ ਨੇ ਕੋਈ ਮੈਡਲ ਜਿੱਤਿਆ ਤਾਂ ਇਹਨਾਂ ਦੇ ਉੱਤੇ ਕੁਐਸਚਨ ਬਣਦੇ ਆ ਠੀਕ ਹੈ ਤੇ ਇਸ ਸਾਲ ਜਿਹੜੇ ਨਿਊਜ਼ ਦੇ ਵਿੱਚ ਰਹਿਣਗੇ ਉਹ ਮੈਂ ਤੁਹਾਨੂੰ ਪੇਪਰ ਤੋਂ ਪਹਿਲਾਂ ਕਰਾ ਦੂੰਗਾ ਮਤਲਬ ਇਹ ਲਾਸਟ 5-6 ਮਹੀਨਿਆਂ ਦੇ ਵਿੱਚ ਜਿਹੜੇ ਖਿਡਾਰੀ ਬਹੁਤ ਜ਼ਿਆਦਾ ਨਿਊਜ਼ ਦੇ ਵਿੱਚ ਰਹੇ ਆ ਉਹ ਵੀ ਆਪਾਂ ਇੱਕ ਅਲੱਗ ਤੋਂ ਵੀਡੀਓ ਸਪੈਸ਼ਲ ਕਰਾਂਗੇ ਉਹਦੇ ਚ ਕਰਾਉਂਗਾ ਠੀਕ ਹੈ ਵਿਚ ਆਫ ਦਾ ਫੋਲੋਇੰਗ ਟਰੋਫੀ ਕੱਪ ਇਜ਼ ਐਸੋਸੀਏਟਡ ਵਿਦ ਦਾ ਗੇਮ ਬ੍ਰਿਜ ਇੱਕ ਗੇਮ ਹੁੰਦੀ ਹੈ ਬ੍ਰਿਜ ਬਈ ਪੱਤਿਆਂ ਵਾਲੀ ਹੁੰਦੀ ਹੈ ਤਾਸ਼ ਵਾਲੀ ਗੇਮ ਹੁੰਦੀ ਹੈ ਹਨਾ ਭਾਬੀ ਦਿਓਰ ਵਾਂਗ ਹਨਾ ਤਾਂ ਇਹਦੇ ਨਾਲ ਕਿਹੜੀ ਕੱਪ ਟਰੋਫੀ ਸੰਬੰਧਿਤ ਹੈ ਇਹ ਹੈਗੀ ਆ ਵੀ ਹੋਲਕਰ ਟਰੋਫੀ ਠੀਕ ਹੈ ਹੋਲਕਰ ਟਰੋਫੀ ਕਿਹਦੇ ਨਾਲ ਸੰਬੰਧਿਤ ਹੈ ਪੱਤਿਆਂ ਦੀ ਇੱਕ ਗੇਮ ਹੁੰਦੀ ਹੈ ਬ੍ਰਿਜ ਉਹਦੇ ਨਾਲ ਸੰਬੰਧਿਤ ਹੈ ਨੈਕਸਟ FIFA ਵਾਸ ਐਸਟੈਬਲਿਸ਼ਡ ਇਨ FIFA ਦੇ ਉੱਤੇ ਆਪਾਂ ਨੇ ਅਲੱਗ ਵੀਡੀਓ ਕਰੀ ਹੈ ਕਿ ਤੁਹਾਨੂੰ ਪਤਾ ਹੈ ਨਾ ਫੁੱਟਬਾਲ ਦੀ ਜਿਹੜੀ ਸਭ ਤੋਂ ਹਾਇਰ ਏਜੰਸੀ ਹੈਗੀ ਆ ਉਹ FIFA ਹੈਗੀ ਆ ਬਈ ਤੇ FIFA ਦਾ ਹੈੱਡਕੁਆਟਰ ਕਿੱਥੇ ਹੈ ਸਵਿਟਜ਼ਰਲੈਂਡ ਦੇ ਵਿੱਚ ਆਪਾਂ ਨੇ ਪੜਿਆ ਸੀ ਬਟ ਉੱਥੇ ਹੈੱਡਕੁਆਟਰ ਹੈ ਉੱਥੇ ਬਣੀ ਨਹੀਂ FIFA ਕਿੱਥੇ ਬਣੀ ਸੀ FIFA ਬਣੀ ਸੀ ਪੈਰਿਸ ਦੇ ਵਿੱਚ ਤੇ ਪੈਰਿਸ ਕਿੱਥੇ ਹੈ ਫਰਾਂਸ ਦੇ ਵਿੱਚ ਠੀਕ ਹੈ ਤਾਂ FIFA ਜਿਹੜੀ ਉਹ ਫਰਾਂਸ ਦੇ ਵਿੱਚ ਬਣੀ ਸੀ ਅੱਜ ਕੱਲ ਹੈੱਡਕੁਆਟਰ ਕਿੱਥੇ ਹੈ ਸਵਿਟਜ਼ਰਲੈਂਡ ਦੇ ਵਿੱਚ ਠੀਕ ਹੈ ਨੈਕਸਟ ਆ ਜਾਓ ਤਾਂ ਮਊਮਾ ਦਾਸ ਇਹਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ ਤਾਂ ਮਊਮਾ ਦਾਸ ਦਾ ਸੰਬੰਧ ਹੈਗਾ ਬਈ ਟੇਬਲ ਟੈਨਿਸ ਦੇ ਨਾਲ ਠੀਕ ਹੈ ਤੇ ਮਨੀਕਾ ਬੱਤਰਾ ਵੀ ਯਾਦ ਰੱਖਣਾ ਹੈ ਮਨੀਕਾ ਬੱਤਰਾ ਬਹੁਤ ਜ਼ਿਆਦਾ ਕੁਐਸਚਨ ਆਇਆ ਹੋਇਆ ਮਨੀਕਾ ਬੱਤਰਾ ਦੇ ਉੱਤੇ ਕਿ ਮਨੀਕਾ ਬੱਤਰਾ ਦਾ ਸੰਬੰਧ ਕਿਹੜੀ ਗੇਮ ਨਾਲ ਹੈ ਉਹ ਵੀ ਟੇਬਲ ਟੈਨਿਸ ਦੇ ਨਾਲ ਠੀਕ ਹੈ ਨੈਕਸਟ ਆ ਜਾਓ ਬਈ ਤੇ ਟੇਬਲ ਟੈਨਿਸ ਕਿਹੜੀ ਕੰਟਰੀ ਦੀ ਨੈਸ਼ਨਲ ਗੇਮ ਹੈ ਚਾਈਨਾ ਦੀ ਠੀਕ ਹੈ ਵਿਚ ਆਫ ਦਾ ਫੋਲੋਇੰਗ ਕਲਰ ਇਜ਼ ਨੋਟ ਪ੍ਰੈਜ਼ੈਂਟ ਇਨ 올림픽 ਰਿੰਗ 올림픽 ਦਾ ਜਿਹੜਾ ਝੰਡਾ ਹੁੰਦਾ ਹੈ ਉਹਦੇ ਚ ਕਿੰਨੀ ਰਿੰਗਸ ਨੇ 5 ਤੇ ਹਰ ਇੱਕ ਦਾ ਕਲਰ ਅਲੱਗ-ਅਲੱਗ ਹੈ ਉਹੀ ਕੁਐਸਚਨ ਹੈ ਕਿ ਕਿਹੜਾ ਕਲਰ ਉੱਥੇ ਨਹੀਂ ਮਿਲੂਗਾ ਤਾਂ ਆਪਾਂ ਨੇ 올림픽 ਦੀ ਵੀਡੀਓ ਦੇ ਵਿੱਚ ਪੜਿਆ ਸਾਰਾ ਨੇ ਗ੍ਰੀਨ ਵੀ ਹੈਗਾ ਬਲੂ ਵੀ ਹੈਗਾ ਰੈੱਡ ਵੀ ਹੈਗਾ ਬਟ ਪਿੰਕ ਨਹੀਂ ਮਿਲੂਗਾ ਤੁਹਾਨੂੰ ਠੀਕ ਹੈ ਨਾ ਪਿੰਕ ਨਹੀਂ ਮਿਲੂਗਾ ਤੇ ਆਪਣੀ ਕੰਟਰੀ ਏਸ਼ੀਆ ਦੇ ਵਿੱਚ ਆਉਂਦੀ ਹੈ ਤੇ ਏਸ਼ੀਆ ਦਾ ਕਲਰ ਕਿਹੜਾ ਹੈ ਯੈਲੋ ਯਾਦ ਰੱਖਣਾ ਠੀਕ ਹੈ ਨਾ ਨੈਕਸਟ ਆ ਜਾਓ ਬਈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਏ weight classification in boxing ਤਾਂ ਬਾਕਸਿੰਗ ਹੁੰਦੀ ਹੈ ਜਿਹੜੀ ਬਾਕਸਿੰਗ ਦੇ ਵਿੱਚ ਕਾਫੀ ਕੈਟਾਗਰੀਆਂ ਹੁੰਦੀਆਂ ਨਾ weight ਦੇ ਹਿਸਾਬ ਨਾਲ ਠੀਕ ਹੈ ਜਿਵੇਂ ਹੈਵੀ weight ਮਿਡਲ weight ਲਾਈਟ weight ਤੇ ਉਸ ਤੋਂ ਉੱਪਰ ਵੀ ਹੁੰਦੀਆਂ ਠੀਕ ਹੈ ਉਹੀ ਪੁੱਛਿਆ ਕਿ ਕਿਹੜੀ ਇੱਕ ਕੈਟਾਗਰੀ ਨਹੀਂ ਹੈ ਤਾਂ ਅੰਡਰ weight ਨਾਂ ਦੀ ਕੋਈ ਕੈਟਾਗਰੀ ਨਹੀਂ ਹੁੰਦੀ ਹੈ ਨਾ ਅੰਡਰ weight ਮਤਲਬ weight ਤੋਂ ਘੱਟ ਤਾਂ ਉਹ ਕੋਈ ਕੈਟਾਗਰੀ ਨਹੀਂ ਹੁੰਦੀ ਅੰਡਰ weight ਦੇ ਵਿੱਚ ਕੋਈ ਗੇਮ ਨਹੀਂ ਹੁੰਦੀ ਠੀਕ ਹੈ ਨਾ ਅੰਡਰ weight ਠੀਕ ਹੈ ਅੰਡਰ weight ਕੋਈ ਕੈਟਾਗਰੀ ਨਹੀਂ ਹੈ ਹੈਵੀ weight ਹੈ ਮਿਡਲ weight ਹੈ ਤੇ ਲਾਈਟ weight ਹੈ ਠੀਕ ਹੈ ਨਾ ਅੰਡਰ weight ਨਾਂ ਦੀ ਕੋਈ ਕੈਟਾਗਰੀ ਨਹੀਂ ਮਿਲੂਗੀ ਬਾਕਸਿੰਗ ਦੇ ਵਿੱਚ Next है which of the following countries hosted the first South Asian Games ठीक है ना ਸਾਊਥ ਏਸ਼ੀਅਨ ਗੇਮਸ ਮਤਲਬ ਏਸ਼ੀਆ ਦੇ ਉਹ ਵਾਲੇ ਦੇਸ਼ ਜਿਹੜੇ ਸਾਊਥ ਦੇ ਵਿੱਚ ਪੈਂਦੇ ਆ ਮਤਲਬ ਜਿਵੇਂ ਇੰਡੀਆ ਹੋ ਗਈ ਆਪਣੀ ਸ਼੍ਰੀਲੰਕਾ ਹੋ ਗਿਆ ਨੇਪਾਲ ਹਨਾ ਭੂਟਾਨ ਮਿਆਂਮਾਰ ਪਾਕਿਸਤਾਨ ਇਹ ਸਾਰੇ ਸਾਊਥ ਦੇ ਵਿੱਚ ਪੜਦੇ ਆ ਇਹਨਾਂ ਦੀ ਆਪਣੀ ਇੱਕ ਗੇਮ ਹੁੰਦੀ ਆ ਅਲੱਗ ਤੋਂ ਠੀਕ ਹੈ ਇਹ ਆਪਸ ਦੇ ਵਿੱਚ ਮਿਲ ਕੇ ਗੇਮਸ ਕਰਾਉਂਦੇ ਆ ਉਹਨੂੰ ਕਹਿੰਦੇ ਆ ਸਾਊਥ ਏਸ਼ੀਅਨ ਗੇਮਸ ਤਾਂ ਸਭ ਤੋਂ ਪਹਿਲੀ ਸਾਊਥ ਏਸ਼ੀਅਨ ਗੇਮਸ ਕਿੱਥੇ ਹੋਈ ਸੀ ਉਹ ਹੋਈ ਸੀ ਨੇਪਾਲ ਦੀ ਰਾਜਧਾਨੀ ਕਾਠਮਾਂਡੂ ਦੇ ਵਿੱਚ ਠੀਕ ਹੈ ਬਾਕੀ ਆਜ ਲਓ ਠੀਕ ਹੈ ਹੁਣ ਤੱਕ ਇਹ ਤੁਸੀਂ ਇੱਕ ਵਾਰ ਦੇਖ ਸਕਦੇ ਹੋ ਠੀਕ ਹੈ ਨਾ ਥੋੜਾ ਜਿਹਾ ਹੋਰ ਬੜਾ ਕਰਦਾ ਮੈਂ ਕਲੀਅਰ ਹੀ ਕਰਦਾ
ਪਹਿਲੇ ਵਾਲੀ ਕਿੱਥੇ ਹੋਈ ਸੀ? ਨੇਪਾਲ ਦੇ ਵਿੱਚ, ਠੀਕ ਹੈ। ਉਸ ਤੋਂ ਬਾਅਦ ਦੂਜੀ ਬੰਗਲਾਦੇਸ਼ ਦੇ ਵਿੱਚ ਹੋਈ ਹੈ। ਆਪਾਂ ਨੇ ਬਸ ਪਹਿਲੀ ਯਾਦ ਰੱਖਣੀ, ਕਦੋਂ ਸਟਾਰਟ ਹੋਈ ਸੀ? 1984। ਬਸ ਇਹ ਸਭ ਤੋਂ ਮੇਨ ਹੈ। ਪਹਿਲੀ ਸਾਊਥ ਏਸ਼ੀਅਨ ਗੇਮਸ ਕਦੋਂ ਸ਼ੁਰੂ ਹੋਈ? 1984। ਕਿੱਥੇ ਹੋਈ? ਕਾਠਮਾਂਡੂ, ਨੇਪਾਲ ਦੇ ਵਿੱਚ। ਉਸ ਤੋਂ ਬਾਅਦ ਦੇਖੋ ਤੁਸੀਂ ਕਿ 13ਵੀਂ ਹੈ ਜਿਹੜੀ 2019 ਦੇ ਵਿੱਚ ਹੋਈ ਸੀ, ਉਸ ਤੋਂ ਬਾਅਦ ਨਹੀਂ ਹੋਈਆਂ, ਠੀਕ ਹੈ, ਯਾਦ ਰੱਖਣਾ ਹੈ। ਉਸ ਤੋਂ ਬਾਅਦ ਹਾਲੇ ਤੱਕ ਨਹੀਂ ਹੋਈ ਸੀ ਕਿਉਂਕਿ ਕਰੋਨਾ। ਤਾਂ ਲਾਸਟ ਵਾਰ 2019 ਦੇ ਵਿੱਚ ਹੋਈ ਸੀ, ਉਹ ਵੀ ਕਿੱਥੇ ਹੋਈ ਹੈ? ਕਾਠਮਾਂਡੂ ਦੇ ਵਿੱਚ ਹੋਈ ਹੈ। ਬਸ ਇਹੀ ਯਾਦ ਰੱਖਣਾ ਹੈ, ਯਾਨੀ ਨੇਪਾਲ ਯਾਦ ਰੱਖਣਾ ਹੈ ਬਸ, ਠੀਕ ਹੈ। ਓਕੇ ਬਾਈ, ਯਾਦ ਰੱਖਣਾ ਹੈ। ਤੇ ਨੈਕਸਟ 2023 ਦੇ ਵਿੱਚ ਹੋਣਗੀਆਂ ਲਾਹੌਰ, ਪਾਕਿਸਤਾਨ ਦੇ ਵਿੱਚ 14ਵੀਂ ਸਾਊਥ ਏਸ਼ੀਅਨ ਗੇਮਸ। ਓਕੇ, ਬਸ ਇੰਨਾ ਕੁ ਯਾਦ ਰੱਖਣਾ ਹੈ। ਸਟਾਰਟਿੰਗ ਕਦੋਂ ਹੋਈ ਹੈ ਸਾਊਥ ਏਸ਼ੀਅਨ ਗੇਮਸ ਦੀ? 1984। ਇੰਨਾ ਬਹੁਤ ਹੈ। ਨੈਕਸਟ, which of the following awards are given to recognize player lifetime achievement in sports? ਤਾਂ ਇੰਡੀਆ ਦੇ ਵਿੱਚ ਕਿਹੜਾ ਅਵਾਰਡ ਹੈ ਜਿਹੜਾ ਖਿਡਾਰੀ ਨੂੰ ਉਹਦੀ ਲਾਈਫ ਟਾਈਮ ਅਚੀਵਮੈਂਟ ਵਾਸਤੇ ਦਿਆ ਜਾਂਦਾ ਹੈ, ਮਤਲਬ ਆਜੀਵਨ ਜਿਹੜਾ ਉਹਦਾ ਯੋਗਦਾਨ ਰਿਹਾ ਸਪੋਰਟਸ ਦੇ ਵਿੱਚ ਉਹਦੇ ਵਾਸਤੇ ਦਿਆ ਜਾਂਦਾ ਹੈ? ਤਾਂ ਉਹ ਹੈਗਾ ਬਈ ਧਿਆਨ ਚੰਦ ਅਵਾਰਡ, ਠੀਕ ਹੈ ਨਾ, ਧਿਆਨ ਚੰਦ ਅਵਾਰਡ। ਤੇ ਇਹਨੂੰ ਧਿਆਨ ਨਾਲ ਪੜ੍ਹਨਾ ਹੈ। ਜੇ ਆਪਸ਼ਨ ਦੇ ਵਿੱਚ ਧਿਆਨ ਚੰਦ ਖੇਲ ਰਤਨ ਅਵਾਰਡ ਹੋਵੇ ਤਾਂ ਉਹ ਆਨਸਰ ਨਹੀਂ ਹੋਊਗਾ। ਹੁਣ ਧਿਆਨ ਚੰਦ ਦੇ ਨਾਂ ਤੇ ਦੋ ਅਵਾਰਡ ਹੋ ਗਏ, ਠੀਕ ਹੈ ਨਾ। ਇੱਕ ਹੋ ਗਿਆ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਉਹ ਹੈਗਾ ਬਈ ਪੂਰੇ ਇੰਡੀਆ ਦਾ ਸਭ ਤੋਂ ਵੱਡਾ ਸਪੋਰਟਸ ਦਾ ਅਵਾਰਡ, ਠੀਕ ਹੈ। ਤੇ ਜੇ ਲਾਈਫ ਟਾਈਮ ਅਚੀਵਮੈਂਟ ਵਾਸਤੇ ਗੱਲ ਕਰੀਏ ਤਾਂ ਸਿੰਪਲ ਹੈ, ਧਿਆਨ ਚੰਦ ਅਵਾਰਡ ਜਿਹੜਾ ਕਿ 2002 ਦੇ ਵਿੱਚ ਸ਼ੁਰੂ ਹੋਇਆ ਸੀ, ਠੀਕ ਹੈ। ਧਿਆਨ ਚੰਦ ਬਾਰੇ ਤੁਹਾਨੂੰ ਪਤਾ ਹੀ ਹੈ, ਹਾਕੀ ਦੇ ਜਾਦੂਗਰ ਨੇ, ਠੀਕ ਹੈ ਨਾ। ਉਸ ਤੋਂ ਬਾਅਦ ਵੀ ਵੇਅਰ ਇਜ਼ ਦੀ ਰੋਲੈਂਡ ਗਾਰੋਸ ਗ੍ਰੈਂਡ ਸਲੈਮ ਆਫ ਟੈਨਿਸ ਹੈਲਡ? ਤਾਂ ਤੁਹਾਨੂੰ ਪਤਾ ਹੈ ਵੀ ਟੈਨਿਸ ਦੇ 4 ਗ੍ਰੈਂਡ ਸਲੈਮ ਹੁੰਦੇ ਆ, ਠੀਕ ਹੈ। ਉਹਨਾਂ ਵਿੱਚੋਂ ਇੱਕ ਹੈਗਾ ਬਈ ਰੋਲੈਂਡ ਗਾਰੋਸ। ਕਿਹੜੇ ਵਾਲਾ ਹੈ? ਤਾਂ ਆਪਾਂ ਨੇ ਸਪੈਸ਼ਲ ਇੱਕ ਵੀਡੀਓ ਕਰੀ ਸੀ, ਉਹਦੇ ਚ ਆਪਾਂ ਨੇ ਕਰਿਆ ਨਾ ਇਹ ਸਾਰਾ ਕੁਝ। ਇਹੀ ਕਿਹਾ ਜਾਂਦਾ ਹੈ ਨਾ, ਮਤਲਬ ਇਹ ਜਿਹੜਾ ਹੈਗਾ ਇਹ ਫ੍ਰੈਂਚ ਓਪਨ ਨੂੰ ਕਿਹਾ ਜਾਂਦਾ ਹੈ। ਰੋਲੈਂਡ ਗੈਰੋਸ ਜਿਹੜਾ ਹੈਗਾ ਇਹ ਫ੍ਰੈਂਚ ਓਪਨ ਨੂੰ ਕਿਹਾ ਜਾਂਦਾ ਹੈ। ਤੇ ਫ੍ਰੈਂਚ ਓਪਨ ਕਿੱਥੇ ਹੁੰਦਾ? ਫਰਾਂਸ ਦੇ ਵਿੱਚ। ਤੇ ਫਰਾਂਸ ਦੇ ਵਿੱਚ ਇਹਨਾਂ ਵਿੱਚੋਂ ਕਿਹੜਾ ਸ਼ਹਿਰ ਹੈ? ਪੈਰਿਸ। ਫਰਾਂਸ ਦੀ ਰਾਜਧਾਨੀ ਕੀ ਹੈ? ਪੈਰਿਸ ਹੈ ਨਾ, ਯਾਦ ਰੱਖਣਾ ਆਪਾਂ ਨੇ। ਬਾਕੀ ਇਹਦਾ ਚਲੋ ਲੋਗੋ ਹੋ ਗਿਆ ਉਹਨਾਂ ਦਾ, ਹਨਾ। ਕਿਹਨੇ ਜਿੱਤਿਆ ਇਸ ਵਾਰ ਸਿੰਗਲ ਟਾਈਟਲ ਦੀ ਮੈਂ ਗੱਲ ਕਰਦਾ, ਮੇਲਸ ਦੇ ਵਿੱਚ ਜਾਂ ਮੈਨ ਦਾ ਜਿਹੜਾ ਸਿੰਗਲ ਟਾਈਟਲ ਹੈ ਉਹ ਜਿੱਤਿਆ ਵੀ ਰਾਫੇਲ ਨਡਾਲ ਨੇ 2022 ਦਾ। ਇਹ ਕਰੰਟ ਚੈਂਪੀਅਨ ਹੈ ਫ੍ਰੈਂਚ ਓਪਨ ਯਾਨੀ ਰੋਲੈਂਡ ਗੈਰੋਸ ਦਾ। ਕਰੰਟ ਚੈਂਪੀਅਨ ਕੌਣ ਹੈ? ਰਾਫੇਲ ਨਡਾਲ 2022 ਵਾਲਾ, ਇਹਨੇ ਜਿੱਤਿਆ। ਤੇ ਰਾਫੇਲ ਨਡਾਲ ਕਿਹੜੀ ਕੰਟਰੀ ਤੋਂ ਬਿਲੋਂਗ ਕਰਦਾ ਹੈ? ਸਪੇਨ। ਸੁਪਰ ਇੰਪੋਰਟੈਂਟ ਹੈ, ਯਾਦ ਰੱਖਣਾ ਹੈ। ਤੇ ਜਿਹੜਾ ਵੂਮੈਨਸ ਟਾਈਟਲ ਹੈ ਸਿੰਗਲ ਦੀ ਮੈਂ ਗੱਲ ਕਰ ਰਿਹਾ, ਉਹ ਕਿਹਨੇ ਜਿੱਤਿਆ? ਤਾਂ ਉਹ ਜਿੱਤਿਆ ਬਈ ਈਗਾ ਸਵੈਟੈਕ ਨੇ, ਈਗਾ ਨੇ, ਠੀਕ ਹੈ ਨਾ। ਇਹ ਕਿਹੜੀ ਕੰਟਰੀ ਤੋਂ ਬਿਲੋਂਗ ਕਰਦੀ ਹੈ? ਇਹ ਕਰਦੀ ਹੈ ਬਿਲੋਂਗ ਪੋਲੈਂਡ ਨੂੰ, ਠੀਕ ਹੈ ਨਾ, ਪੋਲੈਂਡ ਨੂੰ। ਯਾਦ ਰੱਖਣਾ ਹੈ, ਇਹਨਾਂ ਦੀ ਕੰਟਰੀਆਂ ਜਿਹੜੀ ਉਹ ਸਪੈਸ਼ਲ ਪੁੱਛੀ ਜਾਂਦੀਆਂ, ਠੀਕ ਹੈ। ਤਾਂ 2022 ਦੇ ਇਹ ਕਰੰਟ ਚੈਂਪੀਅਨ ਨੇ ਸਿੰਗਲ ਟਾਈਟਲ ਵਾਸਤੇ। ਇੱਕ ਡਬਲ ਟਾਈਟਲ ਵਾਸਤੇ ਹੁੰਦਾ ਜਿਹਦੇ ਚ 2 ਖਿਡਾਰੀ ਇੱਕ ਸਾਈਡ ਖੇਡਦੇ ਆ, 2 ਖਿਡਾਰੀ ਇੱਕ ਸਾਈਡ ਖੇਡਦੇ ਆ, ਠੀਕ ਹੈ ਨਾ। ਤੇ ਮੈਨਸ ਦਾ ਅਲੱਗ ਹੁੰਦਾ ਤੇ ਵੂਮੈਨਸ ਦਾ ਅਲੱਗ ਹੁੰਦਾ। ਉਸ ਤੋਂ ਇਲਾਵਾ ਇੱਕ ਟਾਈਟਲ ਹੋਰ ਹੁੰਦਾ ਮਿਕਸ, ਉਹਦੇ ਚ ਇੱਕ ਮੇਲ ਤੇ ਇੱਕ ਫੀਮੇਲ ਇੱਕ ਸਾਈਡ ਹੁੰਦੇ ਆ ਤੇ ਦੂਜੀ ਸਾਈਡ ਵੀ ਇੱਕ ਮੇਲ ਤੇ ਫੀਮੇਲ ਹੁੰਦਾ। ਤਾਂ ਤਿੰਨ ਟਾਈਟਲ ਹੁੰਦੇ ਆ, ਮਤਲਬ, ਠੀਕ ਹੈ ਨਾ। ਬਟ ਆਪਾਂ ਨੂੰ ਯਾਦ ਕਿਹੜਾ ਰੱਖਣਾ ਹੈ? ਸਿੰਗਲ ਟਾਈਟਲ ਮੈਨਸ ਦਾ ਕਿਹਨੇ ਜਿੱਤਿਆ? ਮੈਨਸ ਦਾ ਜਿੱਤਿਆ ਵੀ ਰਾਫੇਲ ਨਡਾਲ ਨੇ ਤੇ ਵੂਮੈਨਸ ਦਾ ਈਗਾ ਨੇ। ਓਕੇ, ਨੈਕਸਟ ਆ ਜਾਓ। 2022 ਚ ਜਿੰਨੇ ਵੀ ਗ੍ਰੈਂਡ ਸਲੈਮ ਹੋਏ ਆ ਨਾ, ਤੁਹਾਨੂੰ ਸਾਰੇ ਪਤਾ ਹੋਣੇ ਚਾਹੀਦੇ ਆ, ਠੀਕ ਹੈ, ਕਿ ਕਿਹੜਾ ਗ੍ਰੈਂਡ ਸਲੈਮ ਕਿਹਨੇ ਜਿੱਤਿਆ। ਮੈਨਸ ਦਾ ਵੀ ਤੇ ਵੂਮੈਨਸ ਦਾ ਵੀ। ਸਿੰਗਲ ਟਾਈਟਲ ਹੀ ਯਾਦ ਰੱਖ ਲਿਓ, ਇੰਨਾ ਹੀ ਬਹੁਤ ਹੈ। ਉਸ ਤੋਂ ਬਾਅਦ ਵੀ ਇੰਡੀਅਨ ਬਾਕਸਰ ਮੈਰੀ ਕੋਮ ਜਿਹੜੀ ਹੈਗੀ ਆ ਉਹ ਕਿਹੜੀ ਸਟੇਟ ਨੂੰ ਬਿਲੋਂਗ ਕਰਦੀ ਹੈ? ਤਾਂ ਮੈਰੀ ਕੋਮ ਬਾਰੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਬਈ, ਮਣੀਪੁਰ ਨੂੰ ਬਿਲੋਂਗ ਕਰਦੀ ਹੈ, ਠੀਕ ਹੈ ਨਾ। ਉਸ ਤੋਂ ਬਾਅਦ ਸੁਨੀਲ ਛੇਤਰੀ ਕਿਹੜੀ ਗੇਮ ਨੂੰ ਰਿਪਰੈਜ਼ੈਂਟ ਕਰਦਾ, ਮਤਲਬ ਕਿਹੜੀ ਗੇਮ ਖੇਡਦਾ ਹੈ ਸੁਨੀਲ ਛੇਤਰੀ? ਤਾਂ ਇਹ ਹੈਗਾ ਬਈ ਆਪਣੀ ਫੁੱਟਬਾਲ ਟੀਮ ਦਾ ਕੈਪਟਨ, ਮੈਨਸ ਫੁੱਟਬਾਲ ਟੀਮ ਦਾ, ਹੈ ਨਾ, ਸੁਨੀਲ ਛੇਤਰੀ। ਯਾਦ ਰੱਖਣਾ ਹੈ। ਤੇ ਇੰਡੀਆ ਦੇ ਵਿੱਚ ਸਭ ਤੋਂ ਜ਼ਿਆਦਾ ਫੁੱਟਬਾਲ ਦੇ ਮੈਚ ਕਿਹਨੇ ਖੇਲੇ ਅੱਜ ਤੱਕ? 2 ਹੀ ਬੰਦੇ ਆ ਬਸ, ਇੱਕ ਹੈਗਾ ਬਾਈਚੁੰਗ ਭੂਟੀਆ ਤੇ ਦੂਜਾ ਹੈਗਾ ਸੁਨੀਲ ਛੇਤਰੀ, ਜਿਹਨੇ 100 ਤੋਂ ਵੀ ਵੱਧ ਮੈਚ ਖੇਲੇ ਆ ਫੁੱਟਬਾਲ ਦੇ, ਠੀਕ ਹੈ। ਨੈਕਸਟ, ਵਿਚ ਆਫ ਦਾ ਫੋਲੋਇੰਗ ਸਪੋਰਟ ਹੈਜ਼ ਬੀਨ ਪਲੇਡ ਐਟ ਦ 올림픽 ਸਿੰਸ, ਅੱਛਾ ਨੋਟ ਪਲੇਡ ਪੁੱਛਿਆ ਉਹਨਾਂ ਨੇ, ਹਨਾ, ਮਤਲਬ 1900 ਤੋਂ ਬਾਅਦ ਕਿਹੜੀ ਗੇਮ ਹੈਗੀ ਆ ਜਿਹੜੀ 올림픽 ਦੇ ਵਿੱਚ ਨਹੀਂ ਖੇਡੀ ਗਈ? ਤਾਂ ਉਹ ਹੈਗੀ ਆ ਬਈ ਕ੍ਰਿਕਟ ਨਹੀਂ ਖੇਲੀ ਗਈ ਹੈ, ਠੀਕ ਹੈ ਨਾ। ਆਉਣ ਵਾਲੇ ਟਾਈਮ ਦੇ ਵਿੱਚ 올림픽 ਦੇ ਵਿੱਚ ਮਤਲਬ ਚੱਲ ਰਹੀ ਹੈ ਗੱਲ ਕਿ ਸ਼ਾਇਦ T20 ਹੈ ਜਾਂ ਫਿਰ T10 ਹੈ ਜਿਹੜੀ, ਉਹਨੂੰ ਕ੍ਰਿਕਟ ਮਤਲਬ ਉਹਨੂੰ ਐਡ ਕਰਿਆ ਜਾਊਗਾ 올림픽 ਦੇ ਵਿੱਚ, ਬਟ ਫਿਲਹਾਲ ਨਹੀਂ ਹੈਗੀ। ਓਕੇ, ਉਸ ਤੋਂ ਬਾਅਦ ਵਿਚ ਆਫ ਦਾ ਫੋਲੋਇੰਗ ਟ੍ਰੈਡੀਸ਼ਨਲ ਸਪੋਰਟਸ ਸਟੇਟ ਪੇਅਰ ਇਜ਼ ਇਨਕੋਰੈਕਟ? ਤਾਂ ਟ੍ਰੈਡੀਸ਼ਨਲ ਸਪੋਰਟਸ ਮਤਲਬ ਜਿਹੜੀ ਮਤਲਬ ਆਪਣੀ ਗੇਮਾਂ ਹੁੰਦੀਆਂ, ਜਿਵੇਂ ਪੰਜਾਬ ਦੇ ਵਿੱਚ ਗੱਤਕਾ ਹੋ ਗਿਆ, ਨਾ, ਗੱਤਕਾ ਜਿਹਨੂੰ ਆਪਾਂ ਕਹਿੰਦੇ ਆ, ਮਤਲਬ ਮਾਰਸ਼ਲ ਆਰਟ ਦੀ ਕੁਝ ਗੇਮਸ ਵਗੈਰਾ ਹੋ ਗਿਆ, ਹਨਾ, ਉਹ ਕਿਹੜਾ ਪੇਅਰ ਹੈ ਜਿਹੜਾ ਵੀ ਇਨਕੋਰੈਕਟ ਇੱਥੇ ਹੈਗਾ? ਤਾਂ ਤਾਂਗਤਾ ਜਿਹੜਾ ਹੈਗਾ ਬਈ ਮਣੀਪੁਰ ਦਾ, ਬਿਲਕੁਲ ਠੀਕ ਹੈ।
ਸਿਲੰਬਮ ਇਹ ਹੈਗਾ ਤਾਮਿਲਨਾਡੂ ਦਾ, ਮੱਧ ਪ੍ਰਦੇਸ਼ ਦਾ ਨਹੀਂ ਹੈਗਾ, ਤਾਮਿਲਨਾਡੂ ਲਿਖਣਾ ਇੱਥੇ। ਠੀਕ ਹੈ, ਬਾਕੀ ਮੁਕਣਾ ਯਾਦ ਰੱਖਣਾ ਹੈ, ਮਨੀਪੁਰ ਦਾ ਹੈਗਾ ਆ ਤੇ ਗੱਤਕਾ ਪੰਜਾਬ ਦਾ ਹੈਗਾ ਹੀ ਆ। ਠੀਕ ਹੈ ਨਾ, ਤਾਂ ਇਹ ਇੱਥੇ ਰਾਈਟ ਆਨਸਰ ਫਿਰ ਕੀ ਹੋ ਜਾਊਗਾ, ਬੀ ਹੋ ਜਾਊਗਾ, ਸਿਲੰਬਮ। ਠੀਕ ਹੈ ਨਾ, ਨੈਕਸਟ ਆ ਜਾਓ। ਨੈਕਸਟ ਹੈ ਜੀ, what is the name of international organization that regulates basketball in the world? ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜੀ ਗੇਮ ਹੈਗੀ ਹੈ ਬਾਸਕਟਬਾਲ, ਉਹਨੂੰ ਕੌਣ ਮੈਨੇਜ ਕਰਦਾ? ਤਾਂ ਉਹਨੂੰ ਇੱਕ ਏਜੰਸੀ ਹੈਗੀ ਹੈ ਬਈ ਫੀਬਾ, ਉਹ ਮੈਨੇਜ ਕਰਦੀ ਹੈ, FIBA। ਇਹਦੇ ਬਾਰੇ ਦੇਖ ਲੈਂਦੇ ਆਪਾਂ ਫੀਬਾ ਬਾਰੇ ਬਈ, ਹਨਾ। ਪੂਰੀ ਦੁਨੀਆ ਦੇ ਵਿੱਚ ਬਾਸਕਟਬਾਲ ਨੂੰ ਇਹ ਮੈਨੇਜ ਕਰਦੀ ਹੈ। ਫੁੱਲ ਫਾਰਮ ਕੀ ਹੈ? ਇਹਨੂੰ ਆਪਾਂ ਫੈਡਰੇਸ਼ਨ ਇੰਟਰਨੈਸ਼ਨਲੇ ਦੀ ਬਾਸਕਟਬਾਲ ਵੀ ਕਹਿ ਦਾਂਗੇ, ਇਹ ਫ੍ਰੈਂਚ ਦੇ ਵਿੱਚ ਲਿਖਿਆ ਹੋਇਆ, ਜਾਂ ਇਹਨੂੰ ਆਪਾਂ ਇੰਟਰਨੈਸ਼ਨਲ ਬਾਸਕਟਬਾਲ ਫੈਡਰੇਸ਼ਨ ਵੀ ਬੋਲ ਦਿੰਦੇ ਆ। ਠੀਕ ਹੈ ਨਾ, ਇੰਗਲਿਸ਼ ਦੇ ਵਿੱਚ, ਹਨਾ। ਹੈਡਕੁਆਟਰ ਕਿੱਥੇ ਹੈ? ਬਹੁਤ ਇੰਪੋਰਟੈਂਟ ਹੈ ਹੈਡਕੁਆਟਰ, ਯਾਦ ਰੱਖਣਾ ਇਹਦਾ ਬਈ। ਨੀਜ਼ ਸਵਿਟਜ਼ਰਲੈਂਡ ਦੇ ਵਿੱਚ 1932 ਚ ਬਣਿਆ ਸੀ ਤੇ ਬਾਸਕਟਬਾਲ ਦੀ ਟੀਮ ਦੇ ਵਿੱਚ ਹੁੰਦੇ ਆ 5 ਖਿਡਾਰੀ, ਯਾਦ ਰੱਖਣਾ। ਬਾਸਕਟਬਾਲ ਦੀ ਟੀਮ ਦੇ ਵਿੱਚ ਕਿੰਨੇ ਖਿਡਾਰੀ ਹੁੰਦੇ ਆ? 5। ਇਹ ਜਿਹੜੀ ਗੇਮ ਹੈਗੀ ਆ ਇਹ ਬਾਸਕਟਬਾਲ ਹੈਗੀ ਆ। ਠੀਕ ਹੈ ਨਾ, ਓਕੇ, ਯਾਦ ਰੱਖਣਾ ਆਪਾਂ ਨੇ। ਚਲੋ ਫਿਰ ਨੈਕਸਟ ਚੱਲਦੇ ਆ ਬਈ। ਨੌਕ ਆਊਟ ਤੇ ਨੌਕ ਡਾਊਨ ਇਹ ਕਿਹੜੀ ਗੇਮ ਨਾਲ ਸੰਬੰਧਿਤ ਆ? ਤਾਂ ਨੌਕ ਆਊਟ ਹੈਗੇ ਆ ਬਈ, ਆਪਾਂ ਨੇ ਪਹਿਲਾਂ ਵੀ ਇਹ ਕੁਐਸਚਨ ਕਰਿਆ ਹੋਇਆ ਹੈ ਨਾ, ਬਾਕਸਿੰਗ ਨਾਲ। ਠੀਕ ਹੈ, ਨੈਕਸਟ ਆ ਜਾਓ। ਦ ਪਲੇਅਰ who has won the dash grand slam tournaments along with the Olympic gold medal is awarded with the gold slam. Okay, ਕਿੰਨੇ 골ਡ ਸਲੈਮ ਜਿੱਤਨੇ, ਸੌਰੀ ਕਿੰਨੇ ਗ੍ਰੈਂਡ ਸਲੈਮ ਜਿੱਤਨੇ ਪੈਂਦੇ ਆ, ਕਿੰਨੇ ਗ੍ਰੈਂਡ ਸਲੈਮ ਜਿੱਤਨੇ ਪੈਂਦੇ ਆ ਅਤੇ ਉਹਦੇ ਨਾਲ 올림픽 ਦਾ 골ਡ ਮੈਡਲ ਵੀ ਜਿੱਤਣਾ ਪੈਂਦਾ ਹੈ, ਤਦ ਜਾ ਕੇ ਬੰਦੇ ਨੂੰ 골ਡਨ ਸਲੈਮ ਮਿਲਦਾ। ਤਾਂ ਇੱਕ ਸਪੈਸ਼ਲ ਅਵਾਰਡ ਹੈ 골ਡਨ ਸਲੈਮ, ਇਹ ਉਸ ਨੂੰ ਮਿਲਦਾ ਹੈ ਬਈ ਜਿਹਨੇ ਚਾਰੋਂ ਦੇ ਚਾਰ ਓਪਨ ਹੈ ਜਿਹੜੇ ਉਹ ਜਿੱਤੇ ਹੋਏ ਆ। ਵਿਮਲਡਨ ਓਪਨ ਹੋ ਗਿਆ, ਫ੍ਰੈਂਚ ਓਪਨ, US ਓਪਨ ਤੇ ਇੱਕ ਓਪਨ ਹੋਰ ਕਿਹੜਾ ਰਹੇਗਾ, ਆਸਟ੍ਰੇਲੀਅਨ ਓਪਨ, ਹਨਾ। ਟੈਨਿਸ ਦੇ 4 ਸਭ ਤੋਂ ਵੱਡੇ ਗ੍ਰੈਂਡ ਸਲੈਮ ਹੁੰਦੇ ਆ ਨਾ, 4 ਓਪਨ, ਚਾਰੋਂ ਦੇ 4 ਬੰਦੇ ਨੇ ਉਹ ਜਿੱਤੇ ਆ, ਨਾਲੇ ਉਸ ਬੰਦੇ ਨੇ 올림픽 ਦੇ ਵਿੱਚ 골ਡ ਮੈਡਲ ਵੀ ਜਿੱਤ ਲਿਆ ਟੈਨਿਸ ਦਾ। ਠੀਕ ਹੈ, ਫਿਰ ਉਹਨੂੰ ਮਿਲਦਾ ਹੈ 골ਡਨ ਸਲੈਮ। ਠੀਕ ਹੈ, ਤਾਂ ਯਾਦ ਰੱਖਣਾ 4 ਦੇ 4 ਜਿਹੜੇ ਓਪਨ ਹੈ ਉਹ ਜਿੱਤਣੇ ਆ, 4 ਦੇ 4 ਜਿਹੜੇ ਗ੍ਰੈਂਡ ਸਲੈਮ ਆ ਉਹ ਜਿੱਤਣੇ ਆ, ਨਾਲੇ 올림픽 ਦੇ ਵਿੱਚ 골ਡ ਮੈਡਲ ਜਿੱਤਣਾ, ਫਿਰ ਜਾ ਕੇ ਬੰਦੇ ਨੂੰ ਮਿਲਦਾ ਹੈ 골ਡਨ ਸਲੈਮ। ਓਕੇ, ਯਾਦ ਰੱਖਣਾ। ਨੈਕਸਟ, ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਵਾਸ ਫਾਊਂਡਡ ਇਨ ਵਿਚ ਈਅਰ? ਤਾਂ ਇੰਟਰਨੈਸ਼ਨਲ ਕਬੱਡੀ ਫੈਡਰੇਸ਼ਨ ਹੈ ਜਿਹੜਾ 2004 ਦੇ ਵਿੱਚ ਬਣਾਇਆ ਗਿਆ ਸੀ। ਹੈਡਕੁਆਟਰ ਮਿਲੂਗਾ ਇਹਦਾ ਜੈਪੁਰ ਦੇ ਵਿੱਚ। ਠੀਕ ਹੈ ਨਾ, ਜੈਪੁਰ। ਨੈਕਸਟ ਆ ਜਾਓ, ਜੈਪੁਰ ਰਾਜਸਥਾਨ ਦੇ ਵਿੱਚ ਹੈ। ਨੈਕਸਟ ਹੈ, who became the first player of Indian origin to play in an NBA game? ਇੰਡੀਆ ਮਤਲਬ ਭਾਰਤ ਮੂਲ ਦਾ ਕਿਹੜਾ ਵਿਅਕਤੀ ਹੈ ਜਿਹੜਾ ਪਹਿਲਾ ਵਿਅਕਤੀ ਬਣਿਆ NBA ਦੇ ਵਿੱਚ ਪਾਰਟਿਸਿਪੇਟ ਕਰਨ ਵਾਲਾ? NBA ਕੀ ਹੈ? ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ। ਠੀਕ ਹੈ ਨਾ, ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ। ਇਹ ਹੈਗੇ ਆ ਜਿਵੇਂ ਆਪਣੇ ਇੰਡੀਆ ਦੇ ਵਿੱਚ IPL ਹੈ ਨਾ, IPL ਦੇ ਵਿੱਚ ਬਹੁਤ ਸਾਰੀ ਟੀਮਾਂ ਇੰਡੀਆ ਦੀ ਹਨਾ ਪਾਰਟਿਸਿਪੇਟ ਕਰਦੀਆਂ, ਉਦਾਂ ਹੀ ਨਾਰਥ ਅਮਰੀਕਾ ਦੇ ਵਿੱਚ NBA ਹੈਗਾ ਆ ਬਾਸਕਟਬਾਲ ਗੇਮਸ ਵਾਸਤੇ। ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ ਦੇ ਵਿੱਚ ਨਾਰਥ ਅਮਰੀਕਾ ਦੀ ਬਹੁਤ ਸਾਰੀ ਟੀਮਾਂ, ਨਾਰਥ ਅਮਰੀਕਾ ਮਤਲਬ ਅਮਰੀਕਾ, ਕੈਨੇਡਾ, ਹਨਾ, ਮੈਕਸੀਕੋ ਜਾਂ ਕੈਰੀਬੀਅਨ ਕੰਟਰੀਆਂ ਜਿਹੜੀ ਹੋਰ ਹੈਗੀਆਂ, ਜਮੈਕਾ ਵਗੈਰਾ, ਉਹ ਸਾਰੀ ਮਤਲਬ ਉਹਨਾਂ ਦੀ ਬਹੁਤ ਸਾਰੀ ਟੀਮਾਂ ਬਣੀ ਹੋਈਆਂ, ਅਪਰੋਕਸ 30 ਦੇ ਨੇੜੇ ਤੇੜੇ ਟੀਮਾਂ ਉਹ ਪਾਰਟਿਸਿਪੇਟ ਕਰਦੀਆਂ। ਤਾਂ ਜਿਵੇਂ IPL ਹੈਗਾ ਕ੍ਰਿਕਟ ਦਾ, ਤਾਂ ਇਦਾਂ ਹੀ NBA ਹੈਗਾ ਆ ਉਹਦਾ ਬਾਸਕਟਬਾਲ ਦਾ। ਠੀਕ ਹੈ ਨਾ, ਤਾਂ ਉਸ ਟੂਰਨਾਮੈਂਟ ਦੇ ਵਿੱਚ ਹਨਾ ਆਪਣੇ ਇੰਡੀਅਨ origin ਪਹਿਲਾ ਬੰਦਾ ਕਿਹੜਾ ਹੈ? ਸਿਮ ਭੁੱਲਰ। ਠੀਕ ਹੈ ਨਾ, ਸਿਮ ਭੁੱਲਰ ਹੈ, ਯਾਦ ਰੱਖਣਾ। ਨੈਕਸਟ ਬਈ, who is the first Indian rover to win a gold at Asian Games in the year 2010? ਤਾਂ ਏਸ਼ੀਅਨ ਗੇਮਸ ਦੇ ਵਿੱਚ 골ਡ ਮੈਡਲ ਜਿੱਤਣ ਵਾਲਾ ਇੰਡੀਆ ਦਾ ਪਹਿਲਾ ਰੋਵਰ ਕੌਣ ਹੈ? ਰੋਵਰ ਹੁੰਦਾ ਬਈ ਕਿਸ਼ਤੀ ਚਲਾਉਣ ਵਾਲਾ, ਹਨਾ, ਕਿਸ਼ਤੀਆਂ ਦੀ ਗੇਮਾਂ ਲੱਗਦੀਆਂ ਨਾ ਪਾਣੀ ਦੇ ਵਿੱਚ, ਤਾਂ ਉਹ ਹੈਗਾ ਬਈ ਬਜਰੰਗ ਲਾਲ ਠਾਕਰ, ਯਾਦ ਰੱਖਣਾ ਹੈ ਆਪਾਂ ਨੇ। ਠੀਕ ਹੈ, ਬਜਰੰਗ ਲਾਲ ਠਾਕਰ। वो become the first Indian squash player ਬਾਰੇ ਗੱਲ ਹੋ ਰਹੀ ਹੈ to enter the top 10 in PSA world ranking। ਦੁਨੀਆ ਦੇ ਟੌਪ 10 ਜਿਹੜੇ ਖਿਡਾਰੀ ਹੈਗੇ ਆ ਸਕੁਐਸ਼ ਦੇ, ਪਹਿਲਾ ਇੰਡੀਅਨ ਕੌਣ ਸੀ ਉਹਨਾਂ ਦੇ ਵਿੱਚ ਐਂਟਰ ਕਰਨ ਵਾਲਾ? ਤਾਂ ਉਹ ਗੱਲ ਹੋ ਰਹੀ ਹੈ ਸੌਰਵ ਘੋਸ਼ਾਲ ਦੀ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਤੁਹਾਨੂੰ ਪੇਪਰ ਦੇ ਵਿੱਚ ਡਾਇਰੈਕਟ ਕੁਐਸਚਨ ਆ ਸਕਦਾ ਹੈ। ਸੌਰਵ ਘੋਸ਼ਾਲ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ? ਸਕੁਐਸ਼ ਦੇ ਨਾਲ ਹੈ। ਠੀਕ ਹੈ, ਨੈਕਸਟ, which athlete won a gold medal for India in the men's triple jump event after a gap of 48 years in the Asian Games? ਏਸ਼ੀਅਨ ਗੇਮਸ ਦੇ ਵਿੱਚ 48 ਸਾਲਾਂ ਬਾਅਦ, ਠੀਕ ਹੈ ਨਾ, 골ਡ ਮੈਡਲ ਜਿੱਤਣ ਵਾਲਾ, ਉਹ ਵੀ ਟ੍ਰਿਪਲ ਜੰਪ ਦੇ ਵਿੱਚ, ਕੌਣ ਹੈ? ਉਹ ਹੈਗਾ ਬਈ ਅਮਰਜੀਤ ਸਿੰਘ। ਠੀਕ ਹੈ ਨਾ, ਕੌਣ ਹੈ? ਅਮਰਜੀਤ ਸਿੰਘ,
याद रखना आपने, ठीक है। नेक्स्ट, विद विच स्पोर्ट्स इज दत्तू, ठीक है ना, दत्तू बुक नाल एसोसिएटेड। तो दत्तू बुक नाल दा संबंध ਕਿਹੜੀ ਗੇਮ ਦੇ ਨਾਲ ਹੈ? ਤਾਂ ਦੱਤੂ ਬੋਕਾਨ ਦਾ ਸੰਬੰਧ ਹੈਗਾ ਵੀ ਰੋਵਿੰਗ ਦੇ ਨਾਲ। ਰੋਵਿੰਗ ਕੀ ਹੈ? ਕਿਸ਼ਤੀ ਚਲਾਣਾ, ਠੀਕ ਹੈ ਨਾ। ਨੈਕਸਟ, ਸੁਲਤਾਨ ਆਫ ਜੋਹਰ ਕੱਪ ਇਜ਼ ए टूर्नामेंट ऑफ विच स्पोर्ट? स्टार मार्क कर लो, बहुत ही इंपॉर्टेंट है। सुल्तान ऑफ जोहर हैगा बई हॉकी दे नाल संबंधित, ठीक है ना। किथे हुंदा है टूर्नामेंट? एक क्वेश्चन भी पूछा जा चुका पेपर दे विच। एक कप है जिहड़ा एक किहड़ा देश कंडक्ट करांदा है इस टूर्नामेंट नूं? मलेशिया, मलेशिया, ठीक है ना। कदों शुरू होया सी? तां इह तुसीं डिटेल देख सकदे हो, ठीक है। कदों शुरू होया सी? 2011, ठीक है। होस्ट हमेशा कौन करा रहा है बई? मलेशिया दे विच होस्ट हो रहा है, ठीक है। 2011 मलेशिया ने जितया इनू, उस तो बाद इंडिया ने कदों जितया? 2013 दे विच। हर 2 साल बाद हो रहा है, ठीक है ना। पहला 2 साल बाद नहीं, सॉरी, हर साल होंदा है, एनुअली है। 2011, 12, 13, 14 इदा करके, ठीक है ना। 2019 ਦੇ ਵਿੱਚ ਆਖਰੀ ਵਾਰ ਹੋਇਆ ਸੀ ਜਦੋਂ ਗ੍ਰੇਟ ਬ੍ਰਿਟੇਨ ਨੇ ਜਿੱਤਿਆ। ਉਸ ਤੋਂ ਬਾਅਦ 2021 ਦੇ ਵਿੱਚ ਨਹੀਂ ਹੋਇਆ ਕਰੋਨਾ ਕਰਕੇ, ਤੇ ਆਖਰੀ ਵਾਰ ਤੁਸੀਂ ਯਾਦ ਰੱਖਣਾ ਬਸ 19 ਦੇ ਵਿੱਚ ਹੋਇਆ ਸੀ। ਹਰ ਵਾਰ ਮਲੇਸ਼ੀਆ ਦੇ ਵਿੱਚ ਹੀ ਹੁੰਦਾ ਹੈ, ਯਾਦ ਰੱਖਣਾ ਹੈ। ਤੇ ਸਭ ਤੋਂ ਜ਼ਿਆਦਾ ਇਹ ਕਿਹਨੇ ਜਿੱਤਿਆ? 3 ਵਾਰ ਜਿੱਤਿਆ ਗ੍ਰੇਟ ਬ੍ਰਿਟੇਨ ਨੇ। ਇੰਡੀਆ ਨੇ 2 ਵਾਰ ਜਿੱਤਿਆ, 2013 ਤੇ 2014 ਦੇ ਵਿੱਚ, ਓਕੇ, ਯਾਦ ਰੱਖਣਾ ਹੈ ਬਸ। ਸੁਲਤਾਨ ਆਫ ਜੋਹਰ ਕਿਹੜੇ ਟੂਰਨਾਮੈਂਟ ਹੈ? ਹਾਕੀ ਦਾ ਟੂਰਨਾਮੈਂਟ ਹੈ। ਕੌਣ ਕਰਾਂਦਾ ਹੈ? ਮਲੇਸ਼ੀਆ ਕਰਾਂਦਾ ਹੈ, ਠੀਕ ਹੈ। 2011 ਦੇ ਵਿੱਚ ਪਹਿਲੀ ਵਾਰ ਹੋਇਆ ਸੀ, ठीक है। नेक्स्ट, स्पोर्ट्समैन दुर्योधन सिंह नेगी ये किहड़ी गेम नाल संबंधित है? तो दुर्योधन सिंह नेगी हैगा बई बॉक्सिंग दे नाल संबंधित, ठीक है। बॉक्सिंग आ गया, ठीक है। नेक्स्ट आ जाओ, वो वाज द फर्स्ट इंडियन टू रिसीव द इंटरनेशनल शूटिंग फेडरेशन ब्लू क्रॉस। तो इंटरनेशनल शूटिंग फेडरेशन जिहड़ी हैगी है, ठीक है ना, पूरे वर्ल्ड दे विच शूटिंग गेम नूं जिहड़ी रेगूलेट करदी है, मैनेज करदी है। ਉਹਨਾਂ ਦਾ ਇੱਕ ਅਵਾਰਡ ਹੈ, ਉਹਨਾਂ ਦਾ ਇੱਕ सम्मान है ब्लू क्रॉस, है ना। ਉਹ ਜਿੱਤਣ ਵਾਲਾ ਜਾਂ ਉਹ ਪ੍ਰਾਪਤ ਕਰਨ ਵਾਲਾ ਪਹਿਲਾ ਇੰਡੀਅਨ ਕੌਣ ਸੀ? ਅਭਿਨਵ ਬਿੰਦਰਾ, ਯਾਦ ਰੱਖਣਾ ਹੈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੈ, ਠੀਕ ਹੈ। ਅਭਿਨਵ ਬਿੰਦਰਾ ਹੀ ਪਹਿਲਾ ਵਿਅਕਤੀ ਹੈ ਇੰਡੀਆ ਦਾ ਜਿਹਨੇ ਇੰਡੀਵਿਜੂਅਲੀ 골ਡ ਜਿੱਤਿਆ, ਠੀਕ ਹੈ ਨਾ। 올림픽 ਦੇ ਵਿੱਚ 골ਡ ਮੈਡਲ ਜਿੱਤਣ ਵਾਲਾ ਇਕਲ ਸਪਰਧਾ ਦੇ ਵਿੱਚ, ਮਤਲਬ ਇੰਡੀਵਿਜੂਅਲੀ ਕੈਟਾਗਰੀ ਦੇ ਵਿੱਚ, ਗੇਮ ਦੇ ਵਿੱਚ, ਹੈ ਨਾ। ਅਭਿਨਵ ਬਿੰਦਰਾ ਤੇ ਦੂਜਾ ਕੌਣ ਹੈ? ਨੀਰਜ ਚੋਪੜਾ। ਇਹ ਦੋ ਹੀ ਬੰਦੇ ਹੋਏ ਆ ਜਿਹਨੇ 골ਡ ਮੈਡਲ ਜਿੱਤੇ। ਉਸ ਤੋਂ ਬਾਅਦ, टू विच ऑफ द फॉलोइंग इंडियन स्टेट डज मर्दानी खेल? मर्दानी खेल है जेड़ा फेमस मार्शल आर्ट केड़ी स्टेट नूं बिलोंग करदी है? बस यही पूछा हुआ है। तो मर्दानी खेल हैगा बई महाराष्ट्र दा। मर्दानी खेल किहना दा है? महाराष्ट्र दा है, डायरैक्ट याद रखना है तुसी। नेक्स्ट आ जाओ, विद विच स्पोर्ट इज अर्चना कामत एसोसिएटेड? अर्चना कामत दा संबंध केड़ी गेम दे नाल है? तो अर्चना कामत दा संबंध हैगा आ बई, अर्चना कामत खेडदी है टेबल टेनिस, ठीक है ना। अर्चना कामत की खेलती है? टेबल टेनिस खेलती है, ओके। नेक्स्ट आ जाओ, वेयर वाज द पुलेला गोपीचंद बैडमिंटन अकेडमी फाउंडेड इन 2008? चलो ये तो याद नहीं रखना कदों बनी है, बस इतना याद रखना है। पुलेला गोपीचंद बैडमिंटन अकेडमी कित्थे है? ये हैगी है हैदराबाद दे विच, ठीक है। ते पुलेला गोपीचंद बारे डायरैक्ट क्वेश्चन भी आ जाता है। पुलेला गोपीचंद का संबंध किहड़ी गेम नाल है? बैडमिंटन नाल। इंडिया के महान बैडमिंटन प्लेयरां दे विचों एक हैगा पुलेला गोपीचंद, ठीक है। नेक्स्ट, वेयर वाज द फर्स्ट विंटर पैरालंपिक्स गेम्स हेल्ड? तो पैरालंपिक तुहानूं पता ही है, जिहड़े दिव्यांग खिडारी हुंदे आ उन्हां वास्ते जिहड़े ओलंपिक हुंदे आ उन्हां नूं आपां पैरालंपिक बोलदे आ, ठीक है। तो विंटर पैरालंपिक पहली बार कित्थे होए सी? स्वीडन दे विच, ठीक है। स्वीडन दे विच होए सी, याद रखना है आपां ने, ठीक है। उस तो बाद मैग्नस कार्सन बहुत ही इंपॉर्टेंट हैगा आ बई, ये कभी भी पेपर दे विच क्वेश्चन आ जाता है। एक कोई करंट का क्वेश्चन नहीं, कोई स्टैटिक का नहीं, ठीक है। बस एक स्पोर्ट्स के उत्ते बहुत बार क्वेश्चन देखा गया। मैग्नस कार्लसन का संबंध हैगा बई चैस के नाल। दुनिया के जिहड़े चैस के बहुत बड़े बड़े खिडारी हैं उन्हां दे विचों एक है, ठीक है। नेक्स्ट, नैशनल स्पोर्ट्स डे तुहानूं सारिआं नूं पता है, तो बिल्कुल ईजी क्वेश्चन है। 29 अगस्त को मनाया जाता है, क्यों? क्योंकि इस दिन बर्थडे हुंदा है मेजर ध्यानचंद का, ठीक है ना, मेजर ध्यानचंद का, ओके जी। नेक्स्ट आ जाओ, महाराजा रणजीत सिंह गोल्ड कप। महाराजा रणजीत सिंह गोल्ड कप किहड़ी गेम नाल एसोसिएटेड है, किहड़ी गेम नाल संबंधित है? तो यह हैगा बई हॉकी दे नाल, ठीक है। नेक्स्ट, विद विच ऑफ द फॉलोइंग इज नॉट एन इंडियन वेट लिफ्टर? 4 प्लेयरां दे नाम दे होए, क्या होया कि इन्हां विचों किहड़ा एक इंडियन वेट लिफ्टर नहीं है? तो एक एक करके देखते हैं आपां। दीपिका पल्लीकल, कर्णम मलेश्वरी, राखी हल्दार ते मीराबाई चानू। तो देखो
ਜੇ ਤੁਸੀਂ ਪਿਛਲੀ ਵੀਡੀਓਜ਼ ਨੂੰ ਧਿਆਨ ਨਾਲ ਦੇਖਿਆ ਤਾਂ ਤੁਹਾਨੂੰ ਪਤਾ ਹੋਣਾ ਮੈਂ ਦੀਪਿਕਾ ਪੱਲੀਕਲ ਬਾਰੇ ਸਪੈਸ਼ਲ ਕਿਹਾ ਸੀ ਕਿ ਇਹਨੂੰ ਯਾਦ ਰੱਖਣਾ ਇਹ ਕਿਹੜੀ ਗੇਮ ਖੇਲਦੀ ਹੈ, ਠੀਕ ਹੈ ਨਾ। ਤਾਂ ਇਹ weight lifter ਤਾਂ ਹੈ ਨਹੀਂ, ਬਾਕੀ ਤੁਸੀਂ ਦੱਸੋਗੇ ਕਿ ਇਹ ਕਿਹੜੀ ਗੇਮ ਖੇਡਦੀ ਹੈ, ਠੀਕ ਹੈ ਨਾ। ਇਹ ਕਮੈਂਟ ਕਰਕੇ ਤੁਸੀਂ ਦੱਸਣਾ ਕਿ ਦੀਪਿਕਾ ਪੱਲੀਕਲ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ, ਠੀਕ ਹੈ। ਬਾਕੀ ਇਹ ਸਾਰੇ ਇੰਡੀਅਨ weight lifter ਨੇ, ਠੀਕ ਹੈ। ਕਰਣਾ ਮਲੇਸ਼ਵਰੀ ਦਾ ਤੁਹਾਨੂੰ ਪਤਾ ਹੀ ਹੈ, ਪਹਿਲੀ ਮਹਿਲਾ ਇੰਡੀਆ ਦੀ ਜਿਨੇ 올림픽 ਦੇ ਵਿੱਚ 골ਡ ਜਿੱਤਿਆ ਹੈ ਨਾ, ਕਰਣਾ ਮਲੇਸ਼ਵਰੀ। ਨੈਕਸਟ ਆ ਜਾਓ ਬਈ, which of the following nations won the FIFA World Cup most number of times? FIFA ਯਾਨੀ ਫੁੱਟਬਾਲ ਦਾ ਵਰਲਡ ਕੱਪ ਜਿਹੜਾ ਹੈਗਾ ਸਭ ਤੋਂ ਵੱਧ ਜਿੱਤਣ ਵਾਲੀ ਟੀਮ ਕਿਹੜੀ ਹੈ? ਬ੍ਰਾਜ਼ੀਲ ਦੀ ਟੀਮ ਹੈ ਹਨਾ, ਆਪਾਂ ਨੇ FIFA ਦੀ ਵੀਡੀਓ ਦੇ ਵਿੱਚ ਕਰਿਆ ਹੋਇਆ ਹੈ। ਨੈਕਸਟ ਹੈ ਜੀ, which of the following sports is ਮਣੀਕਾ ਬੱਤਰਾ? ਮੈਂ ਤੁਹਾਨੂੰ ਇਸੇ ਵੀਡੀਓ 'ਚ ਪਹਿਲਾਂ ਕਿਹਾ ਕਿ ਮਣੀਕਾ ਬੱਤਰਾ ਉੱਤੇ ਬਹੁਤ ਕੁਐਸਚਨ ਬਣਦੇ ਆ, ਮਣੀਕਾ ਬੱਤਰਾ ਬਾਰੇ ਸਪੈਸ਼ਲ ਪੁੱਛਿਆ ਜਾਂਦਾ ਕਿਹੜੀ ਗੇਮ ਖੇਡਦੀ ਹੈ? ਟੇਬਲ ਟੈਨਿਸ, ਠੀਕ ਹੈ ਨਾ। ਨੈਕਸਟ, ਵਿਨੇਸ ਫੋਗਾਟ ਦਾ ਸੰਬੰਧ ਕਿਹੜੀ ਗੇਮ ਦੇ ਨਾਲ ਹੈ? ਵਿਨੇਸ ਫੋਗਾਟ ਦਾ ਸੰਬੰਧ ਹੈਗਾ ਬਈ ਰੈਸਲਿੰਗ ਦੇ ਨਾਲ, ਠੀਕ ਹੈ ਨਾ। ਵਿਨੇਸ ਫੋਗਾਟ ਰੈਸਲਿੰਗ ਦੇ ਨਾਲ ਸੰਬੰਧਿਤ ਹੈ। ਉਸ ਤੋਂ ਬਾਅਦ ਇਹ ਸਕਰੀਨਸ਼ਾਟ ਲੈ ਲਓ, ਮੋਸਟ ਇੰਪੋਰਟੈਂਟ ਹੈ, ਮੋਸਟ ਕਿਸੇ ਵੀ ਪੇਪਰ 'ਚ ਕੁਐਸਚਨ ਬਣ ਸਕਦੇ ਆ। ਜਿਨਸਨ ਜੌਨਸਨ ਦਾ ਸੰਬੰਧ ਕਿਹੜੀ ਗੇਮ ਨਾਲ ਹੈ? ਐਥਲੈਟਿਕਸ। ਹੀਮਾ ਦਾਸ ਐਥਲੈਟਿਕਸ। ਇਦਾਂ ਕਰਕੇ ਇਹ 17 ਪਲੇਅਰ ਮੈਂ ਤੁਹਾਨੂੰ ਦੇ ਆ, ਘੱਟੋ ਘੱਟ ਇਹਨਾਂ ਨੂੰ ਤਾਂ ਯਾਦ ਰੱਖਿਓ, ਠੀਕ ਹੈ ਨਾ। ਓਕੇ, ਬਹੁਤ ਇੰਪੋਰਟੈਂਟ ਹੈ। ਨੈਕਸਟ, who had proposed the motto of Olympic? 올림픽 ਦਾ ਜਿਹੜਾ ਉਦੇਸ਼ ਹੈ ਉਹ ਕੀ ਹੈ? ਉਹ ਤੁਹਾਨੂੰ ਪਤਾ ਹੈ ਨਾ ਸਾਰਿਆਂ ਨੂੰ, ਸਿਟੀਅਸ ਅਲਟੀਅਸ ਫੋਰਟੀਅਸ ਯਾਨੀ ਫਾਸਟਰ ਹਾਇਰ ਸਟਰੋਂਗਰ। ਇਹ ਕਿਹਨੇ ਦਿਆ ਸੀ? ਤਾਂ ਇਹ ਦਿਆ ਸੀ ਬੈਰੋਨ ਪੈਰੇ ਦੀ ਕੋਬਰਟੀਨ ਨੇ, ਜਿਹਦੇ ਕੋਸ਼ਿਸ਼ਾਂ ਕਰਕੇ ਹੀ ਮਾਡਰਨ 올림픽 ਆ ਜਿਹੜੇ ਉਹ ਸ਼ੁਰੂ ਹੋਏ ਸੀ। ਇਹ ਫਰਾਂਸ ਦੇ ਰਹਿਣ ਵਾਲੇ ਸੀ, ਤਾਂ ਇਹਨਾਂ ਨੇ ਹੀ ਇਹਦੀ ਸੁਜੈਸ਼ਨ ਦੀ ਸੀ। ਤੇ ਮੇਨ ਗੱਲ ਕੀ ਹੈ? ਅੱਛਾ ਇਹ ਹੈ ਜੇ ਤੁਸੀਂ ਲਿਖਣਾ ਹੈ ਨਾ, ਮੇਨ ਗੱਲ ਇਹ ਹੈ ਬਈ ਕਿ ਇਸ ਵਾਰ ਜਿਹੜਾ 올림픽 ਦਾ ਮੋਟੋ ਹੈਗਾ ਉਹ ਥੋੜਾ ਜਿਹਾ ਚੇਂਜ ਉਹਦੇ 'ਚ ਦੇਖਣ ਨੂੰ ਮਿਲਿਆ। ਪਹਿਲਾਂ ਵਰਡ ਸੀਗੇ ਬਈ ਫਾਸਟਰ ਹਾਇਰ ਸਟਰੋਂਗਰ, ਤੇ ਇੱਕ ਵਰਡ ਇਸ ਵਾਰ ਐਡ ਕੀ ਕਰਿਆ? ਟੂਗੇਦਰ। ਪਤਾ ਨਾ ਤੁਹਾਨੂੰ, ਮੈਂ ਤੁਹਾਨੂੰ 올림픽 ਦੀ ਵੀਡੀਓ 'ਚ ਕਿਹਾ ਹੈ, ਇਹ ਯਾਦ ਰੱਖਣਾ ਹੈ ਨਾ, ਟੂਗੇਦਰ। ਫਾਸਟਰ ਹਾਇਰ ਸਟਰੋਂਗਰ ਦੇ ਨਾਲ ਇੱਕ ਵਰਡ ਆਪਾਂ ਨੇ ਹੋਰ ਐਡ ਕਰਿਆ, ਟੂਗੇਦਰ। ਨੈਕਸਟ, ਏ ਸ਼ੋਟ ਐਟ ਹਿਸਟਰੀ, ਠੀਕ ਹੈ ਨਾ। ਮਾਈ ਓਬੈਸਿਵ ਜਰਨੀ ਟੂ 올림픽 골ਡ, ਇਹ ਆਪਣੇ ਕਿਹੜੇ ਇੰਡੀਅਨ ਸ਼ੂਟਰ ਦੀ ਆਟੋਬਾਇਓਗ੍ਰਾਫੀ ਹੈਗੀ ਆ? ਤਾਂ ਗੱਲ ਹੋ ਰਹੀ ਹੈ ਇੱਥੇ 골ਡ ਮੈਡਲ ਜਿੱਤਣ ਵਾਲੇ ਪਹਿਲੇ ਇੰਡੀਅਨ ਦੀ, 올림픽 ਦੇ ਵਿੱਚ 골ਡ ਮੈਡਲ ਜਿੱਤਣ ਵਾਲੇ ਪਹਿਲੇ ਇੰਡੀਅਨ ਦੀ ਅਭਿਨਵ ਬਿੰਦਰਾ ਦੀ, ਠੀਕ ਹੈ, ਯਾਦ ਰੱਖਣਾ ਆਪਾਂ ਨੇ। ਤੇ ਪਹਿਲਾ 골ਡ 올림픽 ਦੇ ਵਿੱਚ ਅਭਿਨਵ ਬਿੰਦਰਾ, ਪਹਿਲਾ ਸਿਲਵਰ ਕਿਹਦਾ ਸੀ? ਪਹਿਲਾ ਸਿਲਵਰ ਸੀਗਾ ਰਾਜਵਰਧਨ ਸਿੰਘ ਰਾਠੌੜ ਦਾ। ਤੇ ਰਾਜਵਰਧਨ ਸਿੰਘ ਰਾਠੌੜ ਤੁਹਾਨੂੰ ਪਤਾ ਹੈ ਆਪਣੇ ਸਪੋਰਟਸ ਮਿਨਿਸਟਰ ਵੀ ਪਹਿਲਾਂ ਰਹਿ ਚੁੱਕੇ ਨੇ, ਠੀਕ ਹੈ। ਨੈਕਸਟ, ਡੈਸ਼ ਇਜ਼ ਅ ਟ੍ਰੈਡੀਸ਼ਨਲ ਇੰਡੀਅਨ ਸਪੋਰਟ whereby athletes perform various types of gymnastic moves and hold various poses on a vertical wooden pole। ਤਾਂ ਇੱਕ ਸਿੱਧੇ ਲੱਕੜੀ ਦੇ ਖੰਭੇ ਉੱਤੇ ਅਲੱਗ-ਅਲੱਗ ਤਰ੍ਹਾਂ ਦੇ ਪੋਜ਼ ਕਰਦੇ ਆ ਤੇ ਮਾਰਸ਼ਲ ਆਰਟ ਕਰਦੇ ਆ, ਜਿਮਨਾਸਟਿਕ ਕਰਦੇ ਆ। ਉਹ ਕਿਹੜੀ ਗੇਮ ਹੈ? ਤਾਂ ਉਹ ਹੈਗੀ ਹੈ ਬਈ ਮੱਲਖੰਬ, ਯਾਦ ਰੱਖਣਾ ਹੈ ਬਈ। ਤੇ ਮੱਲਖੰਬ ਨੂੰ ਇਸ ਵਾਰ ਨਾ ਆਪਣਾ ਜਿਹੜਾ ਖੇਲੋ ਇੰਡੀਆ ਗੇਮਸ ਹੋਈਆਂ ਉਹਦੇ 'ਚ ਵੀ ਐਡ ਕਰਿਆ ਗਿਆ ਹੈ ਨਾ, ਪਤਾ ਨਾ। ਖੇਲੋ ਇੰਡੀਆ ਗੇਮਸ ਦੀ ਵੀਡੀਓ ਹੋ ਚੁੱਕੀ ਹੈ ਬਈ। ਜਿਹੜੇ ਬੱਚੇ ਚੈਨਲ ਦੇ ਉੱਤੇ ਬਾਅਦ 'ਚ ਜੁੜੇ ਆ, ਨਵੇਂ ਜੁੜੇ ਆ, ਸਪੋਰਟਸ ਦੀ ਇੱਕ ਅਲੱਗ ਤੋਂ ਪਲੇਲਿਸਟ ਬਣੀ ਹੋਈ ਹੈ, ਵੀਡੀਓ ਦੇ ਡਿਸਕ੍ਰਿਪਸ਼ਨ 'ਚ ਜਾਓ, ਚੈੱਕ ਕਰੋ ਸਪੋਰਟਸ, ਠੀਕ ਹੈ ਨਾ। ਉੱਥੇ ਖੇਲੋ ਇੰਡੀਆ ਗੇਮਸ, 올림픽, ਏਸ਼ੀਅਨ ਗੇਮਸ, ਕਾਮਨਵੈਲਥ ਗੇਮਸ ਸਾਰਿਆਂ ਨੂੰ ਵਿਦ ਡਿਟੇਲ ਕਰਾਇਆ ਹੋਇਆ, ਠੀਕ ਹੈ। ਨੈਕਸਟ, ਡੈਸ਼ ਇਜ਼ ਦੀ ਓਲਡੈਸਟ ਹਾਕੀ ਟੂਰਨਾਮੈਂਟ ਇਨ ਇੰਡੀਆ। ਇੰਡੀਆ ਦਾ ਸਭ ਤੋਂ ਪੁਰਾਣਾ ਹਾਕੀ ਟੂਰਨਾਮੈਂਟ ਕਿਹੜਾ ਹੈ? ਬੈਟਨ ਕੱਪ ਦੀ ਗੱਲ ਹੋ ਰਹੀ ਹੈ, ਯਾਦ ਰੱਖਣਾ ਹੈ। ਨੈਕਸਟ, 10 ਪਿੰਸ। 10 ਪਿੰਸ ਕਿਹੜੀ ਗੇਮ ਨਾਲ ਸੰਬੰਧਿਤ ਹੈ? ਤਾਂ 10 ਪਿੰਸ ਹੈਗਾ ਬਈ ਬੋਲਿੰਗ ਦੇ ਨਾਲ ਸੰਬੰਧਿਤ। ਬੋਲਿੰਗ ਗੇਮ ਹੈ, ਮਤਲਬ ਇਹ ਉਹ ਕ੍ਰਿਕਟ ਵਾਲੀ ਬੋਲਿੰਗ ਨਹੀਂ ਹੈਗੀ, ਦੂਜੀ ਗੇਮ ਹੈ ਇਹ ਵਾਲੀ ਹਨਾ। ਉਹ ਜਿਹੜੇ ਅਮੀਰ ਲੋਕ ਖੇਡਦੇ ਆ ਇਹਨੂੰ ਹਨਾ, ਇਹ ਹਨਾ, ਇਹਦੇ ਨਾਲ ਸੰਬੰਧਿਤ ਹੈ 10 ਪਿੰਸ। ਓਕੇ, ਨੈਕਸਟ, the term penalty corner ਕਿਹੜੀ ਗੇਮ ਨਾਲ ਸੰਬੰਧਿਤ ਹੈ? ਤਾਂ ਪੈਨਲਟੀ ਕਾਰਨਰ ਤਾਂ ਸਾਰਿਆਂ ਨੂੰ ਪਤਾ ਹੋਣਾ ਹਾਕੀ ਨਾਲ ਸੰਬੰਧਿਤ ਹੈ, ਠੀਕ ਹੈ। ਪੈਨਲਟੀ ਕਾਰਨਰ ਹਾਕੀ ਨਾਲ ਸੰਬੰਧਿਤ ਹੈ ਭਾਈ। ਨੈਕਸਟ ਆ ਜਾਓ, वो among the following is the only Indian shooter, ਠੀਕ ਹੈ ਨਾ, to have won a summer Olympic silver medal। 올림픽 ਦੀ ਵੀਡੀਓ ਆਪਾਂ ਕਰ ਚੁੱਕੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ ਹੈ 올림픽 ਦੇ ਵਿੱਚ ਸਿਲਵਰ ਮੈਡਲ ਕਿਹਦਾ ਆਇਆ ਸੀਗਾ ਸ਼ਟਰ ਗੇਮ ਦੇ ਵਿੱਚ, ਮਤਲਬ ਜਿਹੜਾ ਹੁੰਦਾ ਨਾ ਬੈਡਮਿੰਟਨ, ਠੀਕ ਹੈ ਨਾ। ਤਾਂ ਉਹ ਆਇਆ ਪੀਵੀ ਸਿੰਧੂ ਦਾ, ਹਨਾ। ਤੇ ਪੀਵੀ ਸਿੰਧੂ ਹੀ ਇਕਲੌਤੀ ਇੰਡੀਅਨ ਵੂਮਨ ਹੈ ਜਿਹਦੇ ਕੋਲ 2 올림픽 ਦੇ ਮੈਡਲ ਹੈਗੇ ਆ, ਇੱਕ ਸਿਲਵਰ ਹੈ ਤੇ ਇੱਕ ਬ੍ਰੌਂਜ ਹੈ। ਇਕਲੌਤੀ ਇੰਡੀਅਨ ਫੀਮੇਲ ਹੈ ਜਿਹਦੇ ਕੋਲ 올림픽 ਦੇ 2 ਮੈਡਲ ਹੈ, ਸਿਲਵਰ ਤੇ ਬ੍ਰੌਂਜ, ਪੀਵੀ ਸਿੰਧੂ, ਯਾਦ ਰੱਖਣਾ ਹੈ। ਨੈਕਸਟ ਹੈ ਬਈ ਸਗੋਲ ਕੰਗਜੇਈ, ਠੀਕ ਹੈ। ਇਹ ਇੱਕ ਇੰਡੀਜੀਨੀਅਸ ਗੇਮ ਹੈ ਮਣੀਪੁਰ ਦੀ,
ਤੇ ਇਹ ਬਿਲਕੁਲ ਅੱਜ ਕੱਲ ਜਿਹੜਾ ਆਪਾਂ ਪੋਲੋ ਖੇਡਦੇ ਆ ਨਾ, ਪੋਲੋ ਵਰਗੀ ਹੈ। ਠੀਕ ਹੈ ਨਾ, ਇਹ ਕੁਐਸਚਨ ਸੀਗਾ ਕਿ ਮਣੀਪੁਰ ਦੀ ਜਿਹੜੀ ਇੰਡੀਜੀਨੀਅਸ ਗੇਮ ਹੈਗੀ ਆ ਸਗੋਲ, ਇਹ ਕਿਹੜੀ ਗੇਮ ਦੇ ਨਾਲ ਮਿਲਦੀ ਜੁਲਦੀ ਹੈ ਅੱਜ ਕੱਲ ਮਾਡਰਨ ਵਾਲੀ, ਤਾਂ ਇਹ ਪੋਲੋ ਦੇ ਨਾਲ ਮਿਲਦੀ ਜੁਲਦੀ ਗੇਮ ਹੈ। ਠੀਕ ਹੈ, ਨੈਕਸਟ ਆ ਜਾਓ ਵੀ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨੋਟ ਟਰੂ ਅਬਾਊਟ ਦੀ ਗੇਮ ਆਫ ਖੋ ਖੋ। ਖੋ ਖੋ ਦੇ ਬਾਰੇ 4 ਸਟੇਟਮੈਂਟਾਂ ਦਈ ਹੋਈਆਂ ਨੇ, ਇਹਨਾਂ ਨੂੰ ਪੜ੍ਹ ਕੇ ਦੱਸਣਾ ਕਿ ਕਿਹੜੀ ਸਟੇਟਮੈਂਟ ਨੋਟ ਟਰੂ, ਇਨਕਰੈਕਟ ਹੈ। ਠੀਕ ਹੈ ਨਾ, ਤਾਂ ਇਟ ਇਜ਼ ਦੀ ਵਨ ਆਫ ਦਾ 올ਡੈਸਟ ਟ੍ਰੈਡੀਸ਼ਨਲ ਟੈਗ ਗੇਮਸ ਆਫ ਇੰਡੀਆ, ਮਤਲਬ ਇੰਡੀਆ ਦੀ ਬਹੁਤ ਪੁਰਾਣੀ ਗੇਮਾਂ ਦੇ ਵਿੱਚੋਂ ਇੱਕ ਹੈਗੀ ਹੈ, ਬਿਲਕੁਲ ਠੀਕ ਹੈ ਜੀ, ਸਹੀ ਸਟੇਟਮੈਂਟ ਹੈ। ਇਟ ਇਜ਼ ਅ ਟੀਮ ਗੇਮ, ਬਿਲਕੁਲ ਟੀਮ ਖੇਡਦੀ ਹੈ ਨਾ। 3 डिफेंडर्स ऑफ अपोजिट टीम ट्राई टू अवॉइड बीइंग टचड बाय द चेसर्स, मतलब ਬੰਦਾ ਜਿਹੜਾ ਪਕੜਨ ਵਾਲਾ ਹੁੰਦਾ ਉਹ ਤਿੰਨ ਉਹਨੂੰ ਚੇਸ ਕਰਦਾ ਹੈ ਨਾ, ਮਤਲਬ ਦੂਜੀ ਟੀਮ ਵਾਲਿਆਂ ਨੂੰ, ਤਾਂ ਬਿਲਕੁਲ ਸਹੀ ਹੈ, ਤਿੰਨਾਂ ਨੂੰ ਚੇਸ ਕਰਦਾ ਹੈ ਨਾ, ਉਹ ਬਚਦੇ ਫਿਰਦੇ ਆ। ਠੀਕ ਹੈ, ਤੇ 10 ਪਲੇਅਰਸ ਟੇਕ, 10 ਪਲੇਅਰਸ ਨਹੀਂ ਹੈਗੇ ਬਈ, ਆਪਾਂ ਖੋ ਖੋ ਦੇ ਬਾਰੇ ਪੜ੍ਹ ਚੁੱਕੇ ਆ ਨਾ, ਜਾਂ ਤਾਂ 9 ਹੋਣਗੇ ਜਾਂ ਫਿਰ 12 ਆਪਸ਼ਨ ਦੇ ਵਿੱਚ, ਹੈ ਨਾ, ਮਤਲਬ ਟੀਮ ਦੇ ਵਿੱਚ 12 ਹੁੰਦੇ ਆ ਤੇ ਖੇਡਦੇ 9 ਹੁੰਦੇ ਆ। ਓਕੇ ਨਾ, ਯਾਦ ਰੱਖਣਾ, 10 ਪਲੇਅਰ ਦਾ ਤਾਂ ਕੋਈ ਲੈਣਾ ਦੇਣਾ ਹੈ ਨਹੀਂ, ਤਾਂ ਇਹ ਸਟੇਟਮੈਂਟ ਜਿਹੜੀ ਗਲਤ ਹੈ। ਨੈਕਸਟ ਆ, ਵਿਦ ਵਿਚ ਆਫ ਦਾ ਫੋਲੋਇੰਗ ਸਪੋਰਟਸ ਇਜ਼ ਰੋਹੀਆ 골ਡ ਕੱਪ ਐਸੋਸੀਏਟਡ, ਤਾਂ ਰੋਹੀਆ 골ਡ ਕੱਪ ਜਿਹੜਾ ਹੈਗਾ ਹੈ ਬਈ, ਇਹ ਹੈਗਾ ਬ੍ਰਿਜ ਗੇਮ ਦਾ। ਠੀਕ ਹੈ ਨਾ, ਬ੍ਰਿਜ ਗੇਮ ਮੈਂ ਤੁਹਾਨੂੰ ਦੱਸਿਆ ਪੱਤਿਆਂ ਵਾਲੀ ਗੇਮ ਹੈ ਨਾ, ਜਿਵੇਂ ਉਹ ਖੇਡਦੇ ਆ ਪੱਤਿਆਂ ਵਾਲੀ ਗੇਮ ਹੈ ਨਾ, ਜੋ ਵੀ ਇੱਕ ਹੋਲਕਰ ਟਰੋਫੀ ਵੀ ਆਪਾਂ ਨੇ ਪੜ੍ਹੀ ਸੀ ਨਾ, ਤਾਂ ਪੱਤਿਆਂ ਵਾਲੀ ਗੇਮ ਯਾਨੀ ਬ੍ਰਿਜ ਦੇ ਬਾਰੇ। ਅੱਛਾ, ਇਹਦਾ ਸਕਰੀਨਸ਼ਾਟ ਜ਼ਰੂਰ ਲੈ ਲਿਓ ਬਈ, ਇਹ ਕੁਝ ਟੂਰਨਾਮੈਂਟ ਹੈਗੇ ਆ ਕੱਪ, ਹੈ ਨਾ। ਬ੍ਰਿਜ ਵਾਲੇ ਕਿਹੜੇ ਆ ਆ ਦੇਖ ਲਓ ਤੁਸੀਂ, ਤੇ ਬੈਡਮਿੰਟਨ ਵਾਲੇ ਦੇਖ ਲਓ, ਸਵੀਮਿੰਗ ਵਾਲੇ ਦੇਖ ਲਓ। ਠੀਕ ਹੈ, ਸਕਰੀਨਸ਼ਾਟ ਲੈ ਲਓ, ਨਾਲੇ ਨੋਟ ਕਰ ਲਿਓ, ਇਹਨਾਂ ਦੇ ਉੱਤੇ ਕੁਐਸਚਨ ਬਣਦੇ ਆ। ਜਿਵੇਂ ਇਹ ਕੁਐਸਚਨ ਆਇਆ ਹੋਇਆ ਰੋਹੀਆ 골ਡ ਕੱਪ, ਤਾਂ ਕਿਹੜੀ ਗੇਮ ਨਾਲ ਹੈ? ਬ੍ਰਿਜ ਗੇਮ ਨਾਲ ਹੈ। ਠੀਕ ਹੈ ਨਾ, ਹੋਲਕਰ ਵੀ ਆ ਚੁੱਕਿਆ ਪਹਿਲਾਂ, ਇਹ ਦੋਨੇ ਆ ਚੁੱਕੇ ਆ। ਠੀਕ ਹੈ ਨਾ, ਸਿੰਘਾਨੀਆ ਟਰੋਫੀ ਵੀ ਬ੍ਰਿਜ ਨਾਲ ਹੈ। ਨੈਕਸਟ ਆ ਜਾਓ ਬਈ, ਲਕਸ਼ਯ ਸੇਨ। ਲਕਸ਼ਯ ਸੇਨ ਦੇ ਬਾਰੇ ਦੱਸਣਾ ਵੀ ਕਿਹੜੀ ਗੇਮ ਨਾਲ ਸੰਬੰਧਿਤ ਹੈ, ਤਾਂ ਲਕਸ਼ਯ ਸੇਨ ਸੰਬੰਧਿਤ ਹੈ ਬਈ ਬੈਡਮਿੰਟਨ ਦੇ ਨਾਲ। ਠੀਕ ਹੈ ਨਾ, ਬੈਡਮਿੰਟਨ ਦੇ ਨਾਲ ਸੰਬੰਧਿਤ ਹੈ। ਲਕਸ਼ ਹਮੇਸ਼ਾ ਕਿਹੋ ਜਿਹੇ ਹੋਣੇ ਚਾਹੀਦੇ ਆ? ਲਕਸ਼ ਹਮੇਸ਼ਾ ਬੜੇ ਹੋਣੇ ਚਾਹੀਦੇ ਆ, ਤਾਂ ਬੜੇ ਤੋਂ ਤੁਸੀਂ BAD ਬੜੇ ਯਾਦ ਰੱਖ ਸਕਦੇ ਹੋ। ਠੀਕ ਹੈ, ਨੈਕਸਟ, ਵਿਚ ਅਮੰਗ ਦਾ ਫੋਲੋਇੰਗ ਇਜ਼ ਐਨ ਇੰਡੀਅਨ ਪੈਰਾਲੰਪਿਕ ਸਵਿਮਰ। ਪੈਰਾਲੰਪਿਕ ਤੁਹਾਨੂੰ ਪਤਾ ਹੈ ਦਿਵਿਆਂਗ ਖਿਡਾਰੀ ਵਾਸਤੇ ਆਪਾਂ ਮਤਲਬ ਪੈਰਾ ਵਰਡ ਯੂਜ਼ ਕਰਦੇ ਆ, ਤਾਂ ਪੈਰਾ 올림픽 ਮਤਲਬ 올림픽 ਦੇ ਜਿਹੜੇ ਦਿਵਿਆਂਗ ਖਿਡਾਰੀ 올림픽 ਦੇ ਵਿੱਚ ਭਾਗ ਲੈਂਦੇ ਆ, ਹਨਾ। ਤਾਂ ਸਵਿਮਰ ਕਿਹੜਾ ਇਹਨਾਂ ਦੇ ਵਿੱਚੋਂ? ਤਾਂ ਸਵਿਮਰ ਹੈਗਾ ਬਈ M ਗਾਇਕਵਾੜ। ਠੀਕ ਹੈ ਨਾ, SM ਗਾਇਕਵਾੜ ਹੈਗਾ ਆ, ਸਰਤ M ਗਾਇਕਵਾੜ, ਇਹ ਪੈਰਾ 올림픽 ਸਵਿਮਰ ਹੈਗਾ, ਯਾਦ ਰੱਖਣਾ। ਉਸ ਤੋਂ ਬਾਅਦ वो बिकेम इंडिया फर्स्ट बैडमिंटन वर्ल्ड चैंपियन, बहुत ही ज्यादा इंपॉर्टेंट है, बहुत ही ज्यादा स्टार मार्क कर लो इनू। इंडिया दा पहला वर्ल्ड चैंपियन बैडमिंटन गेम दे विच वो सीगी PV सिंधु, बहुत ही इंपॉर्टेंट है। ते PV सिंधु बारे पता ना, इकलौती इंडिया दी महिला जिहदे कोल 2 ओलंपिक मैडल हैगे आ, ब्रोंज ते सिल्वर। ओके, आ देख लो, PV सिंधु बिकम्स द फर्स्ट इंडियन बैडमिंटन प्लेयर टू विन ए गोल्ड मेडल इन वर्ल्ड बैडमिंटन चैंपियन 2019, बैडमिंटन चैंपियनशिप इन 2019। ठीक है ना, ते फर्स्ट इंडियन वुमेन टू क्लेम 2 ओलंपिक मेडल्स आफ्टर शी वोन ए बैडमिंटन ब्रोंज मेडल इन टोक्यो। आ जिहड़ा 2020 वाले टोक्यो ओलंपिक होए सी, इहदे च इसदा ब्रोंज आया, ते इस ते पहला इहदा सिल्वर आ चुकिया सी। ठीक है, नेक्स्ट, विद विच ऑफ द फॉलोइंग स्पोर्ट्स डू यू एसोसिएटेड द टर्म 16 यार्ड हिट? बहुत इंपॉर्टेंट है, एक गल हो रही है फील्ड हॉकी की, मतलब जी अपनी हॉकी है ना, हॉकी की, ये टर्म याद रखनी है। 16 यार्ड हिट फील्ड हॉकी नाल संबंधित है। उस तो बाद, इन विच ऑफ द फॉलोइंग स्पोर्ट्स इज द शेक हैंड ग्रिप वर्ड है जिहड़ा वो यूज करे जांदा? शेक हैंड ग्रिप, ये टेबल टेनिस की गल हो रही है बई, टेबल टेनिस। ठीक है, नैक्सट आ जाओ फटाफट, बहुत इंपॉर्टेंट है बई, बर्डी ईगल ते एल्ब्राटोज, ये जिहड़े वर्ड, ये जिहड़ी टर्म है, ये किहड़ी गेम नाल संबंधित है? ਤਾਂ ਇਹ ਸੰਬੰਧਿਤ ਹੈਗੇ ਆ ਬਈ ਗੋਲਫ ਦੇ ਨਾਲ। ਠੀਕ ਹੈ, ਇਹ ਸੰਬੰਧਿਤ ਹੈਗੇ ਆ ਗੋਲਫ ਦੇ ਨਾਲ। ਉਸ ਤੋਂ ਬਾਅਦ, ਵਿਦ ਵਿਚ ਆਫ ਦਾ ਸਪੋਰਟਸ ਆਰ ਵਿਜੇ ਅੰਮ੍ਰਿਤਰਾਜ ਐਂਡ ਆਨੰਦ ਅੰਮ੍ਰਿਤਰਾਜ ਐਸੋਸੀਏਟਡ? ਤਾਂ ਇਹ ਜਿਹੜੇ ਹੈਗੇ ਬਈ ਵਿਜੇ ਅੰਮ੍ਰਿਤਰਾਜ ਤੇ ਆਨੰਦ ਅੰਮ੍ਰਿਤਰਾਜ ਟੈਨਿਸ ਦੇ ਨਾਲ ਸੰਬੰਧਿਤ ਹੈ। ਹੁਣ ਟੈਨਿਸ ਇੱਥੇ ਦੋ ਆ ਗਏ, ਟੇਬਲ ਟੈਨਿਸ ਤੇ ਲੋਨ ਟੈਨਿਸ। ਟੈਨਿਸ ਜਿਹੜਾ ਆਪਾਂ ਨੋਰਮਲ ਟੈਨਿਸ ਵਰਡ ਯੂਜ਼ ਕਰਦੇ ਆ ਨਾ, ਉਹ ਲੋਨ ਟੈਨਿਸ ਵਾਸਤੇ ਕਰਦੇ ਆ। ਠੀਕ ਹੈ ਨਾ, ਤਾਂ ਲੋਨ ਟੈਨਿਸ ਯਾਨੀ ਟੈਨਿਸ। ठीक है, नेक्स्ट बहुत इंपॉर्टेंट है भाई, स्टार मार्क कर लियो। मनी टोंबी सिंह वाज ए डैश प्लेयर फ्रॉम मणिपुर। तो ये मनी टोंबी जिहड़ा हैगा ये किहड़ी गेम खेडदा? फुटबॉल। याद रखना, इंपॉर्टेंट है, क्वेश्चन 2-3 बार मैं देख चुका पेपरों के। उस तो बाद भाई ये भी बहुत इंपॉर्टेंट क्वेश्चन है कि कर्नाटक की एक मतलब ट्रेडिशनल मतलब बहुत प्राचीन एक गेम हैगी आ भाई कंबाला। कंबाला ठीक है ना, ये किहड़े जानवर का यूज करा जाता है? तो ये यूज होंदा है भी बफेलो। ठीक है, ये तुसी देख सकते हो फोटो कंबाला गेम की। ठीक है ना, दो मज्जा ते उन्हां दे नाल एक बंदा दौड़दा है गारे दे विच।
ਬਹੁਤ ਟ੍ਰੈਡੀਸ਼ਨਲ ਗੇਮ ਹੈ, ਇਹਨਾਂ ਦੀ ਯਾਦ ਰੱਖਣਾ ਹੈ। ਤੇ ਇਹਦੇ ਨਾਲ ਮਿਲਦੀ ਜੁਲਦੀ ਇੱਕ ਗੇਮ ਹੋਰ ਹੈ ਜਲੀਕੱਟੂ, ਉਹ ਤਾਮਿਲਨਾਡੂ ਦੀ ਹੈ, ਉਹ ਵੀ ਨਾਲ ਦੇ ਨਾਲ ਤੁਸੀਂ ਨੋਟ ਕਰ ਲਓ। ਜਲੀਕੱਟੂ ਪੁੱਛਣ ਤਾਂ ਤਾਮਿਲਨਾਡੂ ਹੈ, ਕੰਬਾਲਾ ਪੁੱਛਣ ਤਾਂ ਕਰਨਾਟਕ ਹੈ। ਠੀਕ ਹੈ, ਕੇ ਤੋਂ ਕੰਬਾਲਾ, ਕੇ ਤੋਂ ਕਰਨਾਟਕ। ਜਲੀਕੱਟੂ ਹੈਗੀ ਤਾਮਿਲਨਾਡੂ ਦੀ, ਬਟ ਜਲੀਕੱਟੂ ਦੇ ਵਿੱਚ ਬਲਦ ਹੁੰਦੇ ਆ, ਬਫੈਲੋ ਨਹੀਂ ਹੁੰਦੀ। ਠੀਕ ਹੈ, ਨੈਕਸਟ ਇਨ ਵਿਚ ਆਫ ਦਾ ਫੋਲੋਇੰਗ ਸਿਟੀਜ਼ ਇਜ਼ ਦਾ ਹੈਡਕੁਆਟਰ ਆਫ ਆਲ ਇੰਡੀਆ ਚੈਸ ਫੈਡਰੇਸ਼ਨ ਐਸੋਸੀਏਟਡ। ਤਾਂ ਆਲ ਇੰਡੀਆ ਚੈਸ ਫੈਡਰੇਸ਼ਨ ਨੈਟ ਤੇ ਬਹੁਤ ਸਾਰੀ ਸਾਈਟਾਂ ਤੁਹਾਨੂੰ ਦਿੱਲੀ ਦਿਖਾਣਗੀ, ਬਟ ਦਿੱਲੀ ਤਾਂ ਆਪਸ਼ਨ ਦੇ ਵਿੱਚ ਹੈਗਾ ਹੀ ਨਹੀਂ। ਇਹਦਾ ਰਾਈਟ ਆਨਸਰ ਹੈਗਾ ਚੇਨਈ। ਠੀਕ ਹੈ, ਤੇ ਪੇਪਰ ਦੇ ਵਿੱਚ ਤੁਹਾਨੂੰ ਚੇਨਈ ਵਾਲਾ ਹੀ ਆਊਗਾ। ਠੀਕ ਹੈ, ਨੈਕਸਟ ਵੇਅਰ ਇਜ਼ ਦਾ ਹੈਡਕੁਆਟਰ ਆਫ ਖੇਲੋ ਇੰਡੀਆ ਯੂਥ ਗੇਮਸ। ਤਾਂ ਖੇਲੋ ਇੰਡੀਆ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ, ਮੈਂ ਇੱਥੇ ਨਹੀਂ ਦੱਸਣਾ, ਤੁਹਾਨੂੰ ਪਤਾ ਹੀ ਹੈ। ਡੈਸ਼ ਵਾਜ਼ ਦਾ ਫਰਸਟ ਟੈਸਟ ਕ੍ਰਿਕਟ ਕੈਪਟਨ ਆਫ ਇੰਡੀਪੈਂਡੈਂਟ ਇੰਡੀਅਨ ਟੀਮ। ਆਜ਼ਾਦ ਭਾਰਤ ਦੀ ਜਿਹੜੀ ਆਪਣੀ ਇੰਡੀਆ ਦੀ ਕ੍ਰਿਕਟ ਟੀਮ ਹੈ ਪਹਿਲੀ ਹੈ ਨਾ ਟੈਸਟ ਦੀ, ਉਹਦਾ ਪਹਿਲਾ ਕੈਪਟਨ ਕੌਣ ਸੀ? ਟੈਸਟ ਦਾ ਵੀ ਪਤਾ ਹੋਣਾ ਚਾਹੀਦਾ ਤੇ ਵਨਡੇ ਦਾ ਵੀ। ਤੇ ਟੈਸਟ ਦਾ ਸੀਗਾ ਬਈ ਲਾਲਾ ਅਮਰਨਾਥ, ਟੈਸਟ ਟੀਮ ਦਾ ਲਾਲਾ ਅਮਰਨਾਥ, ਤੇ ਵਨਡੇ ਟੀਮ ਦਾ ਸੀਗਾ ਬਈ ਅਜੀਤ ਵਾਡੇਕਰ। ਠੀਕ ਹੈ, ਓਡੀਆਈ ਵਨਡੇ ਦਾ ਅਜੀਤ ਵਾਡੇਕਰ ਤੇ ਟੈਸਟ ਦਾ ਲਾਲਾ ਅਮਰਨਾਥ, ਦੋਨੇ ਕੈਪਟਨ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਹਨਾ। ਤੇ ਬਹੁਤ ਹੀ ਇੰਪੋਰਟੈਂਟ ਇਹ ਹੈਗਾ ਕੁਐਸਚਨ। ਠੀਕ ਹੈ, ਮਤਲਬ ਇਹ ਹਿਸਟਰੀ ਹੋ ਗਈ ਹਨਾ, ਇਹ ਸਟੈਟਿਕ ਹਿਸਟਰੀ ਹੋ ਗਈ ਸਪੋਰਟਸ ਦੀ। ਵਿਚ ਆਫ ਦਾ ਫੋਲੋਇੰਗ ਨੇਸ਼ਨ ਵੋਨ ਦਾ ਫਸਟ 20 ਵਰਲਡ ਕੱਪ। 2020 ਪਹਿਲਾ ਵਰਲਡ ਕੱਪ ਸਾਰਿਆਂ ਨੂੰ ਪਤਾ ਹੈ ਇੰਡੀਆ ਨੇ ਜਿੱਤੇ ਸੀ, ਪਾਕਿਸਤਾਨ ਨੂੰ ਫਾਈਨਲ ਦੇ ਵਿੱਚ ਹਰਾਇਆ ਸੀ। ਠੀਕ ਹੈ ਨਾ, ਤਾਂ ਇੰਡੀਆ ਨੇ ਜਿੱਤਿਆ ਸੀ। ਬਾਕੀ 2020 ਵਰਲਡ ਕੱਪ ਬਾਰੇ ਦੇਖਾਂਗੇ ਆਪਾਂ ਪੁਆਇੰਟ ਬਾਈ। ਮੈਨਸ ਦਾ ਅਲੱਗ ਹੁੰਦਾ ਹੈ ਤੇ ਵੂਮੈਨਸ ਦਾ ਅਲੱਗ ਹੁੰਦਾ ਹੈ। ਤਾਂ ਪਹਿਲਾਂ ਮੈਨਸ ਦੀ ਗੱਲ ਮੈਨਸ ਦੀ ਗੱਲ ਕਰਦੇ ਆ। ਠੀਕ ਹੈ, ਮੈਨਸ ਦੀ ਗੱਲ ਕਰਦੇ ਆ। ਪਹਿਲਾ ਜਿਹੜਾ ਹੋਇਆ ਸੀ 2007 ਦੇ ਵਿੱਚ ਹੋਇਆ ਸੀ, ਵਿਜ਼ੀਬਲ ਹੈਗਾ ਆ, ਥੋੜਾ ਜਿਹਾ ਜ਼ੂਮ ਕਰ ਲਈਏ ਹਨਾ, ਇਹਨੂੰ ਥੋੜਾ ਛੋਟਾ ਕਰੀਏ ਪਹਿਲਾਂ ਮੈਨਸ ਵਾਲਾ ਹੀ ਦੇਖ ਲਓ ਤੁਸੀਂ। ਠੀਕ ਹੈ, ਠੀਕ ਹੈ, ਪਹਿਲੇ ਵਾਲਾ ਜਿਹੜਾ ਹੋਇਆ ਸੀ 2007 ਦੇ ਵਿੱਚ ਹੋਇਆ ਸੀ। ਯਾਦ ਰੱਖਣਾ ਹੈ, ਡਾਇਰੈਕਟ ਕੁਐਸਚਨ ਆ ਜਾਂਦਾ ਹੈ 2020 ਮੈਨਸ ਵਰਲਡ ਕੱਪ ਕਦੋਂ ਸ਼ੁਰੂ ਹੋਏ? 2007 ਦੇ ਵਿੱਚ ਸ਼ੁਰੂ ਹੋਏ। ਠੀਕ ਹੈ ਨਾ, ਪਹਿਲਾ 2020 ਵਰਲਡ ਕੱਪ ਕਿੱਥੇ ਹੋਇਆ? ਸਾਊਥ ਅਫਰੀਕਾ ਦੇ ਵਿੱਚ। ਵਿਨਰ ਕੌਣ ਸੀਗਾ? ਇੰਡੀਆ। ਮੋਸਟ ਇੰਪੋਰਟੈਂਟ ਆ ਇਹ ਪੂਰੇ ਦਾ ਪੂਰਾ ਕਾਲਮ ਜਿਹੜਾ ਹੈਗਾ ਪੂਰੀ ਦੀ ਪੂਰੀ ਰੋ ਸੋਰੀ। ਠੀਕ ਹੈ ਨਾ, ਰੋ 2007 ਦੇ ਵਿੱਚ ਪਹਿਲਾ 2020 ਵਰਲਡ ਕੱਪ ਹੋਇਆ ਸਾਊਥ ਅਫਰੀਕਾ, ਜਿੱਤਣ ਵਾਲਾ ਕੌਣ ਸੀ? ਇੰਡੀਆ। ਬਸ ਫालतू ਨਹੀਂ ਯਾਦ ਰੱਖਣਾ, ਉਸ ਤੋਂ ਬਾਅਦ ਆਜੋ। ਇਹਦਾ ਕੋਈ ਮਤਲਬ ਉਹ ਸਿਰ ਪੈਰ ਨਹੀਂ ਹੈਗਾ ਕਦੋਂ ਹੁੰਦਾ ਹੈ, 2 ਸਾਲ ਬਾਅਦ 3 ਸਾਲ ਬਾਅਦ, ਜਦੋਂ ਇਹਨਾਂ ਦੀ ਮਰਜ਼ੀ ਹੈ ਜਦੋਂ ਕਰ ਲੈਂਦੇ ਆ। ਠੀਕ ਹੈ ਨਾ, ਤਾਂ ਤੁਸੀਂ ਦੇਖ ਸਕਦੇ ਹੋ 2007 ਤੋਂ ਬਾਅਦ 2009 ਚ ਹੋਇਆ, ਫਿਰ 10 ਚ ਕਰ ਲਿਆ, ਫਿਰ 12 ਚ ਕਰਿਆ, ਫਿਰ 2 ਸਾਲ ਬਾਅਦ 14, ਫਿਰ 16 ਪੂਰਾ 2 ਸਾਲ ਚੱਲ ਰਿਹਾ ਸੀ। 16 ਤੋਂ ਬਾਅਦ ਹੋਇਆ ਹੀ ਨਹੀਂ ਹੁਣ ਤੱਕ, 16 ਤੋਂ ਬਾਅਦ ਹੋਇਆ ਨਹੀਂ। 2021 ਦੇ ਵਿੱਚ ਹੋਇਆ ਸੀ। ਠੀਕ ਹੈ ਨਾ, ਉਹ ਕਿੱਥੇ ਹੋਇਆ? UAE ਓਮਾਨ ਦੇ ਵਿੱਚ ਹੋਇਆ ਸੀ, ਆਸਟ੍ਰੇਲੀਆ ਨੇ ਜਿੱਤਿਆ ਸੀ। ਠੀਕ ਹੈ ਨਾ, ਤੇ ਉਸ ਤੋਂ ਬਾਅਦ 2022 ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਹੋਣਾ ਹੈ, 24 ਦੇ ਵਿੱਚ ਇੱਥੇ ਹੋਣਾ, 26 ਦੇ ਵਿੱਚ, ਇਹ ਕੋਈ ਫਿਕਸ ਨਹੀਂ ਹੁੰਦੇ, ਬਸ ਇੰਨਾ ਕੀ ਯਾਦ ਰੱਖੋ ਤੁਸੀਂ। ਠੀਕ ਹੈ, ਇੰਡੀਆ ਨੇ ਇੱਕ ਵਾਰੀ ਹੋਸਟ ਕਰੇ ਸੀ 2016 ਦਾ। ਸਭ ਤੋਂ ਜ਼ਿਆਦਾ ਜਿੱਤਣ ਵਾਲੀ ਟੀਮ ਕਿਹੜੀ ਹੈ 2020 ਵਰਲਡ ਕੱਪ ਜਿੱਤਣ ਵਾਲੀ? ਤਾਂ ਉਹ ਹੈਗੀ ਹੈ ਬਈ ਵੈਸਟ ਇੰਡੀਜ਼। ਠੀਕ ਹੈ, ਯਾਦ ਰੱਖਣਾ ਹੈ, ਵੈਸਟ ਇੰਡੀਜ਼ 2 ਵਾਰ ਜਿੱਤ ਚੁੱਕੀ ਹੈ। ਤੇ ਜੇ ਆਪਾਂ ਦੂਸਰਾ ਵਰਲਡ ਕੱਪ ਆਪਣਾ ਜਿਹੜਾ ਵਨਡੇ ਹੁੰਦਾ ਹੈ 50 ਓਵਰ ਵਾਲਾ ਹਨਾ, ਉਹ ਕਿਹਨੇ ਜਿੱਤਿਆ? ਉਹ ਆਸਟ੍ਰੇਲੀਆ ਨੇ ਜਿੱਤਿਆ ਸਭ ਤੋਂ ਵੱਧ। ਠੀਕ ਹੈ, ਹੁਣ ਆਪਾਂ ਗੱਲ ਕਰਦੇ ਹਾਂ ਵੂਮੈਨਸ ਵਾਲੀ। ਠੀਕ ਹੈ ਨਾ, ਵੂਮੈਨਸ ਦੀ ਜੇ ਆਪਾਂ ਗੱਲ ਕਰੀਏ, ਠੀਕ ਹੈ, ਤਾਂ ਉਹ 2 ਸਾਲ ਬਾਅਦ ਸ਼ੁਰੂ ਹੋਇਆ ਸੀ 2009 ਦੇ ਵਿੱਚ। ਮੈਨਸ ਵਾਲਾ 2007 ਚ ਸ਼ੁਰੂ ਹੋ ਗਿਆ, ਵੂਮੈਨਸ ਵਾਲਾ 2009 ਚ ਸ਼ੁਰੂ ਹੋਇਆ। ਜਿੱਤਣ ਵਾਲੀ ਟੀਮ ਕਿੱਥੇ ਸੀ? ਕਿਹੜੀ ਸੀ? ਇੰਗਲੈਂਡ ਦੀ, ਤੇ ਹੋਇਆ ਵੀ ਇੰਗਲੈਂਡ ਦੇ ਵਿੱਚ ਹੀ ਸੀ। ਠੀਕ ਹੈ ਨਾ, ਉਸ ਤੋਂ ਬਾਅਦ ਆ ਤੁਸੀਂ ਦੇਖ ਲਓ ਆਸਟ੍ਰੇਲੀਆ ਦੀ ਕ੍ਰਿਕਟ ਟੀਮ ਨੇ ਧੂਮਾਂ ਚੱਕੀ ਹੋਈਆਂ ਨੇ, 5 ਵਾਰ ਜਿੱਤ ਚੁੱਕੀ ਹੈ। ਠੀਕ ਹੈ ਨਾ, ਤਾਂ ਇਹੀ ਯਾਦ ਰੱਖਣਾ ਹੈ, ਬਾਕੀ ਇੰਨਾ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਹੈਗਾ। ਠੀਕ ਹੈ ਨਾ, 2020 ਚ ਆਸਟ੍ਰੇਲੀਆ ਦੇ ਵਿੱਚ ਹੋਇਆ ਸੀ, ਆਸਟ੍ਰੇਲੀਆ ਨੇ ਹੀ ਜਿੱਤਿਆ ਸੀ। ਤਾਂ ਆਸਟ੍ਰੇਲੀਆ ਦੀ ਵੂਮੈਨਸ ਦੀ ਜਿਹੜੀ ਟੀਮ ਹੈ 2020 ਵਾਲੀ, ਉਹਨੇ 5 ਵਾਰ ਵਰਲਡ ਕੱਪ ਜਿੱਤਿਆ ਹੋਇਆ, ਬਹੁਤ ਇੰਪੋਰਟੈਂਟ ਹੈ ਨਾ। ਆਜੋ ਫਿਰ, which of the two Indians became the first pair to reach the finals of all Grand Slams in a year in an open area, winning the French Open and Wimbledon Open at top seed? ਤਾਂ ਹੋਏ ਸੀ ਕੋਈ 2 ਪਲੇਅਰ, ਠੀਕ ਹੈ, ਇੰਡੀਆ ਦੇ ਵਿੱਚ ਜਿਹੜੇ ਇਹ ਗ੍ਰੈਂਡ ਸਲੈਮ ਹੁੰਦੇ ਆ ਇਹਨਾਂ ਦੇ ਫਾਈਨਲ ਤੱਕ ਵੀ ਪਹੁੰਚੇ ਆ, ਤੇ ਜਿੱਤੇ ਵੀ ਹੈਗਾ ਫ੍ਰੈਂਚ ਓਪਨ ਤੇ ਵਿਮਲਡਨ ਓਪਨ। ਮਤਲਬ ਸਿੰਗਲ ਟਾਈਟਲ ਦੀ ਨਹੀਂ ਮੈਂ ਗੱਲ ਕਰ ਰਿਹਾ, ਜਿਹੜਾ ਮਤਲਬ ਮਿਕਸ ਟਾਈਟਲ ਹੁੰਦਾ ਹੈ ਜਾਂ ਡਬਲ ਟਾਈਟਲ ਹੁੰਦਾ ਉਹਨਾਂ ਦੀ ਗੱਲ ਕਰ ਰਿਹਾ। ਠੀਕ ਹੈ ਨਾ, ਤਾਂ ਇਹ 2 ਪਲੇਅਰ ਕਿਹੜੇ ਆਪਣੇ? ਤਾਂ ਲਿਐਂਡਰ ਪੇਸ ਤੇ ਮਹੇਸ਼ ਭੂਪਤੀ, ਇਹ ਯਾਦ ਰੱਖਣੇ ਆ। ਠੀਕ ਹੈ, ਓਕੇ। ਵਿਚ ਆਫ ਦਾ ਫੋਲੋਇੰਗ ਸਪੋਰਟਸ ਇਜ਼ ਸਾਮੀਆ ਇਮਾਦ ਫਾਰੂਕੀ? ਸਾਮੀਆ ਇਮਾਦ ਫਾਰੂਕੀ ਕਿਹੜੀ ਗੇਮ ਦੇ ਨਾਲ ਸੰਬੰਧਿਤ ਹੈ? ਤਾਂ ਸਾਮੀਆ ਇਮਾਦ ਫਾਰੂਕੀ ਬੈਡਮਿੰਟਨ ਪਲੇਅਰ ਹੈ। ਠੀਕ ਹੈ, ਨੈਕਸਟ
In which of the following states are the snake boat race held in month of August and September? बोट रेस देखो, बोट रेस कोई सी भी बोट रेस पूछी जाए, कदे भी पूछी जाए कि किहड़े महीने दे विच हुंदी है, सारे दा आंसर ना तुसीं जे नहीं पता केरला कर दो बस, ठीक है। केरला हैगा ऑप्शन दे विच, केरला, ठीक है। स्नेक बोट रेस या सिंपल बोट रेस, ठीक है ना, या नेहरू बोट रेस, कुछ भी पूछे जाए, केरला। नेक्स्ट, एट द 1992 Summer Olympics, Dash became the first woman to carry the flag of India at the opening ceremony of any Olympic। ठीक है जी, ओलंपिक ਦੇ ਵਿੱਚ ਪਹਿਲੀ ਮਹਿਲਾ ਕਿਹੜੀ ਬਣੀ ਹੈ ਜਿਨੇ ਕੀ ਫਲੈਗ ਕੈਰੀ ਕਰਿਆ ਇੰਡੀਆ ਦਾ, ਠੀਕ ਹੈ ਨਾ, ਓਪਨਿੰਗ ਸੈਰੇਮਨੀ ਦੇ ਵਿੱਚ? ਉਹ ਹੈਗੀ ਆ ਬਈ ਅਬਰਾਹਮ ਵਿਲਸਨ। ਸ਼ੀਨੀ ਅਬਰਾਹਮ ਵਿਲਸਨ ਪਹਿਲੀ ਮਹਿਲਾ ਹੈ ਜਿਹਨੇ 올림픽 ਦੀ ਓਪਨਿੰਗ ਸੈਰੇਮਨੀ ਦੇ ਵਿੱਚ ਕੋਈ ਫਲੈਗ ਨੂੰ ਕੈਰੀ ਕਰਿਆ, ਠੀਕ ਹੈ ਨਾ। ਧਵਜਵਾਹਕ ਹੁੰਦੇ ਆ ਨਾ, ਆਪਾਂ 올림픽 ਦੇ ਵਿੱਚ ਪੜਿਆ ਸੀ ਜਾਂ ਏਸ਼ੀਅਨ ਗੇਮਸ ਦੇ ਵਿੱਚ ਪੜਿਆ ਸੀ, ਜਦੋਂ ਵੀ ਓਪਨਿੰਗ ਸੈਰੇਮਨੀ ਹੁੰਦੀ ਹੈ ਜਾਂ ਕਲੋਜ਼ਿੰਗ ਸੈਰੇਮਨੀ ਹੁੰਦੀ ਹੈ, ਇੱਕ ਖਿਡਾਰੀ ਹੁੰਦਾ ਹੈ, ਮਤਲਬ ਚਾਹੇ ਮੇਲ ਹੋਵੇ ਫੀਮੇਲ ਹੋਵੇ, ਉਹ ਇੰਡੀਆ ਦਾ ਜਿਹੜਾ ਫਲੈਗ ਹੈਗਾ ਉਹਨੂੰ ਕੈਰੀ ਕਰਦਾ ਹੈ, ਠੀਕ ਹੈ ਨਾ, ਓਪਨਿੰਗ ਸੈਰੇਮਨੀ ਦੇ ਵਿੱਚ ਵੀ ਤੇ ਕਲੋਜ਼ਿੰਗ ਸੈਰੇਮਨੀ ਦੇ ਵਿੱਚ। ਤਾਂ ਪਹਿਲੀ ਮਹਿਲਾ ਕੌਣ ਹੈ ਜਿਹਨੇ ਇੰਡੀਆ ਦਾ ਫਲੈਗ ਨੂੰ ਕੈਰੀ ਕਰਿਆ, ਮਤਲਬ 올림픽 ਦੇ ਵਿੱਚ, ਠੀਕ ਹੈ ਨਾ, ਤਾਂ ਉਹ ਹੈਗੀ ਹੈ ਬਈ ਸੀਨੀ ਅਬਰਾਹਿਮ ਵਿਲਸਨ, ਯਾਦ ਰੱਖਣਾ ਹੈ। नेक्स्ट है, वो अमंग द फॉलोइंग इज द फर्स्ट इंडियन पिस्टल शूटर, ठीक है ना, पिस्टल शूटर टू रीच द नंबर 1 इन वर्ल्ड रैंकिंग बाय द इंटरनेशनल शूटिंग स्पोर्ट्स फेडरेशन। तो ISSF ਤੁਹਾਨੂੰ ਪਤਾ ਨਾ, ਇਹ ਉਹ ਵਾਲੀ ਏਜੰਸੀ ਹੈ ਬਈ ਜਿਹੜੀ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਪੋਰਟਸ ਇਹਦੇ ਸ਼ੂਟਿੰਗ ਸਪੋਰਟਸ ਨੂੰ ਮੈਨੇਜ ਕਰਦੀ ਹੈ, ਠੀਕ ਹੈ ਨਾ, ਰੈਗੂਲੇਟ ਕਰਦੀ ਹੈ ਉਹਨੂੰ। ਤਾਂ ਇਹਨਾਂ ਦੇ ਦੁਆਰਾ ਜਿਹੜੀ ਰੈਂਕਿੰਗ ਆਉਂਦੀ ਹੈ, ਮਤਲਬ ਉਹ ਪੂਰੀ ਦੁਨੀਆ ਦੇ ਵਿੱਚ ਜਿਹੜੀ ਕੈਟਾਗਰੀ ਹੈਗੀ ਆ ਸ਼ੂਟਿੰਗ ਦੀ, ਉਹਦੀ ਸਭ ਤੋਂ ਵਧੀਆ ਰੈਂਕਿੰਗ ਹੁੰਦੀ ਹੈ ਨਾ, ਉਹਦੇ ਵਿੱਚ ਨੰਬਰ 1 ਰੈਂਕ ਪ੍ਰਾਪਤ ਕਰਨ ਵਾਲਾ ਪਹਿਲਾ ਇੰਡੀਅਨ ਪਿਸਟਲ ਸ਼ੂਟਰ ਕੌਣ ਸੀ? ਗੱਲ ਹੋ ਰਹੀ ਹੈ ਹੀਨਾ ਸਿੱਧੂ ਦੀ, ਠੀਕ ਹੈ। ਆਨਸਰ ਕੀ ਹੈ? ਹੀਨਾ ਸਿੱਧੂ। ਵਰਲਡ ਨੰਬਰ 1 ਦੇ ਰੈਂਕ ਤੇ ਜਾਣ ਵਾਲੀ ਹੀਨਾ ਸਿੱਧੂ ਪਹਿਲੀ ਸੀਗੀ ਇੰਡੀਆ ਦੀ, ਮੇਲ ਫੀਮੇਲ ਦੋਹਾਂ ਨੂੰ ਕਵਰ ਕਰਕੇ, ਠੀਕ ਹੈ ਨਾ। ਨੈਕਸਟ, ਵਿਚ ਆਫ ਦ ਫੋਲੋਇੰਗ ਸਪੋਰਟਸ ਇਜ਼ ਮੁਰੂਗੱਪਾ ਗੋਲਡ ਕੱਪ ਐਸੋਸੀਏਟਡ? ਮੁਰੂਗੱਪਾ ਗੋਲਡ ਕੱਪ ਹੈ ਜਿਹੜਾ, ਇਹ ਕਿਹੜੀ ਗੇਮ ਨਾਲ ਸੰਬੰਧਿਤ ਹੈ? ਤਾਂ ਇਹ ਸੰਬੰਧਿਤ ਹੈਗਾ ਬਈ ਮੁਰੂਗੱਪਾ ਗੋਲਡ ਕੱਪ ਹਾਕੀ ਨਾਲ, ਠੀਕ ਹੈ ਨਾ। ਮੁਰੂਗੱਪਾ ਗੋਲਡ ਕੱਪ ਜਿਹੜਾ ਹੈਗਾ ਆ ਹਾਕੀ ਨਾਲ ਸੰਬੰਧਿਤ ਹੈ। ਨੈਕਸਟ, ਇੰਡੀਅਨ ਬਾਕਸਰ ਲੋਵਲੀਨਾ ਬੋਰਗੋਹੇਨ, ਬਹੁਤ ਹੀ ਇੰਪੋਰਟੈਂਟ ਹੈ ਬਈ, ਸਟਾਰ ਮਾਰਕ ਕਰ ਲਓ, ਇਹਦੇ ਤੇ ਡਾਇਰੈਕਟ ਕੁਐਸਚਨ ਬਣੂਗਾ ਇਹ, ਕਿਉਂਕਿ ਇਸਨੇ ਇਸ ਵਾਰ ਵੀ 올림픽 ਦੇ ਵਿੱਚ ਮੈਡਲ ਜਿੱਤਿਆ, ਠੀਕ ਹੈ ਨਾ। ਇੰਡੀਅਨ ਬਾਕਸਰ ਹੈਗੀ ਹੈ ਲੋਵਲੀਨਾ ਬੋਰਗੋਹੇਨ, ਇਹ ਕਿਹੜੀ ਕੈਟਾਗਰੀ ਦੇ ਵਿੱਚ ਖੇਡਦੀ ਹੈ? 69 kg ਕੈਟਾਗਰੀ ਦੇ ਵਿੱਚ ਖੇਡਦੀ ਹੈ, ਯਾਦ ਰੱਖਣਾ ਹੈ। ਅਸਾਮ ਦੀ ਹੈਗੀ ਹੈ ਬਈ, ਇਹਨੇ ਇਸ ਵਾਰ ਵੀ ਮੈਡਲ ਜਿੱਤਿਆ 올림픽 ਦੇ ਵਿੱਚ, ਯਾਦ ਰੱਖਣਾ ਹੈ। ਇਸ ਤੋਂ ਇਲਾਵਾ ਇਹ ਕੁਝ ਬਾਕਸਰ ਹੈਗੇ ਆ ਬਈ, ਮੇਲ ਤੇ ਫੀਮੇਲ ਦੋਹਾਂ ਦੇ, ਤੁਸੀਂ ਨਾਮ ਯਾਦ ਰੱਖ ਲਿਓ, ਇੰਪੋਰਟੈਂਟ ਹੈ, ਠੀਕ ਹੈ ਨਾ, ਯਾਦ ਰੱਖਣੇ ਬਹੁਤ ਜ਼ਿਆਦਾ ਜ਼ਰੂਰੀ ਹੈ। ਮੇਲ ਤੇ ਫੀਮੇਲ ਦੋਨੇ ਹੈਗੇ ਆ, 3 ਤੁਹਾਨੂੰ ਫੀਮੇਲ ਯਾਦ ਰੱਖਣੀ ਹੈ ਤੇ 4 ਤੁਹਾਨੂੰ ਮੇਲ ਯਾਦ ਰੱਖਣੇ, ਜਿਹੜੇ ਨਿਊਜ਼ ਦੇ ਵਿੱਚ ਰਹਿੰਦੇ ਆ, ਤਾਂ ਇਹ ਜ਼ਰੂਰ ਯਾਦ ਰੱਖਿਓ, ਠੀਕ ਹੈ। ਨੈਕਸਟ ਆ ਜਾਓ, with which of the following sports in Indian sports person ਭਵਾਨੀ ਦੇਵੀ ਐਸੋਸੀਏਟਡ? ਤਾਂ ਭਵਾਨੀ ਦੇਵੀ ਜਿਹੜੀ ਹੈਗੀ ਆ ਉਹ ਕਿਹੜੀ ਗੇਮ ਖੇਡਦੀ ਹੈ ਬਈ? ਆਹ ਗੇਮ ਤੁਸੀਂ ਦੇਖ ਸਕਦੇ ਹੋ ਤੇ ਦੱਸ ਸਕਦੇ ਹੋ ਕਿਹੜੀ ਗੇਮ ਖੇਡਦੀ ਹੈ। ਤਲਵਾਰਬਾਜ਼ੀ ਚੱਲ ਰਹੀ ਹੈ ਇੱਥੇ, ਠੀਕ ਹੈ ਨਾ, ਤਾਂ ਇਹ ਗੇਮ ਖੇਡਦੀ ਹੈ ਫੈਂਸਿੰਗ, ਇਹਨੂੰ ਤਲਵਾਰਬਾਜ਼ੀ ਕਹਿ ਲਓ ਤੁਸੀਂ, ਠੀਕ ਹੈ ਨਾ। ਇਹ ਤਲਵਾਰਾਂ ਇਹਨੇ ਹੱਥ 'ਚ ਫੜੀ ਹੋਈਆਂ ਦੋਨਾਂ ਨੇ, ਠੀਕ ਹੈ। ਤਾਂ ਯਾਦ ਰੱਖਣਾ ਵੀ ਭਵਾਨੀ ਦੇਵੀ ਦਾ ਸੰਬੰਧ ਕੀ ਹੈ? ਫੈਂਸਿੰਗ ਗੇਮ ਦੇ ਨਾਲ ਹੈ, ਯਾਨੀ ਤਲਵਾਰਬਾਜ਼ੀ ਦੇ ਨਾਲ। ਨੈਕਸਟ ਆ ਜਾਓ, वो among the following represented India at the international level in shooting, ठीक है ना। ਤਾਂ ਸ਼ੂਟਿੰਗ ਦੇ ਵਿੱਚ ਇੰਡੀਆ ਨੂੰ ਕੌਣ ਰਿਪਰੈਜ਼ੈਂਟ ਕਰਦਾ ਹੈ? ਤਾਂ ਇਹ 4 ਪਲੇਅਰ ਤੁਹਾਨੂੰ ਦੇ ਹੋਏ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਬਈ, ਠੀਕ ਹੈ। ਤਾਂ ਜੇ ਤੁਸੀਂ ਦੇਖੋ PV ਸਿੰਧੂ ਨੂੰ ਤਾਂ ਤੁਸੀਂ ਪਹਿਲਾਂ ਹੀ ਕੱਢ ਦਿਓ, PV ਸਿੰਧੂ ਤਾਂ ਬੈਡਮਿੰਟਨ ਖੇਡਦੀ ਹੈ, ਠੀਕ ਹੈ। ਅਮਿਤ ਫਾਂਗਲ ਜਿਹੜਾ ਹੈਗਾ ਆ ਬਈ, ਅਮਿਤ ਫਾਂਗਲ ਇਹ ਖੇਡਦਾ ਹੈ ਕੁਸ਼ਤੀ, ਠੀਕ ਹੈ ਨਾ। ਅਮਿਤ ਫਾਂਗਲ ਜਿਹੜਾ ਹੈਗਾ ਕੁਸ਼ਤੀ ਵਾਲਾ ਹੈ। ਆਦਿਤੀ ਚੌਹਾਨ ਫੁੱਟਬਾਲ ਦੀ ਹੈ, ਤਾਂ ਅੰਜੁਮ ਮੋਦਗਿਲ, ਇਹ ਯਾਦ ਰੱਖਣਾ, ਇਹ ਪੰਜਾਬ ਦੇ ਵਿੱਚ ਵੈਸੇ ਵੀ ਸਬ ਇੰਸਪੈਕਟਰ ਹੈ, ਠੀਕ ਹੈ ਨਾ। ਅੰਜੁਮ ਮੋਦਗਿਲ ਇਹ ਸ਼ੂਟਿੰਗ ਦੀ ਪਲੇਅਰ ਹੈ, ਠੀਕ ਹੈ। ਤੇ ਅਮਿਤ ਫਾਂਗਲ ਬਾਰੇ, ਠੀਕ ਹੈ, ਅਮਿਤ ਫਾਂਗਲ ਬਾਕਸਰ ਹੈ ਬਈ, ਠੀਕ ਹੈ ਨਾ, ਮੈਂ ਰੈਸਲਿੰਗ ਤੁਹਾਨੂੰ ਕਿਹਾ ਸੀ, ਇਹ ਬਾਕਸਰ ਹੈ, ਠੀਕ ਹੈ, ਯਾਦ ਰੱਖਣਾ ਹੈ। ਅਮਿਤ ਫਾਂਗਲ ਹੈ ਜਿਹੜਾ, ਇਹ ਬਾਕਸਰ ਹੈ। ਨੈਕਸਟ, वो among the following was the first female hockey player to won the ਰਾਜੀਵ ਗਾਂਧੀ ਖੇਲ ਰਤਨ ਅਵਾਰਡ? ਬਹੁਤ ਇੰਪੋਰਟੈਂਟ ਹੈ। ਰਾਜੀਵ ਗਾਂਧੀ ਖੇਲ ਰਤਨ ਅਵਾਰਡ ਨੂੰ, ਪਹਿਲੀ ਗੱਲ ਤਾਂ ਹੁਣ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਨੂੰ ਕਹਿੰਦੇ ਆ ਆਪਾਂ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ, ਠੀਕ ਹੈ ਨਾ,
ਲਾਸਟ ਈਅਰ 29 ਅਗਸਤ ਨੂੰ ਹੀ ਇਹਦਾ ਨਾਂ ਹੈ ਜਿਹੜਾ ਉਹ ਚੇਂਜ ਹੋਇਆ। ਪਹਿਲੀ ਹਾਕੀ ਦੀ ਖਿਡਾਰਨ ਕੌਣ ਹੈ? ਫਸਟ ਫੀਮੇਲ ਹਾਕੀ ਪਲੇਅਰ ਜਿਹਨੇ ਉਹ ਅਵਾਰਡ ਮਿਲਿਆ ਉਹ ਹੈਗੀ ਆਪਣੀ ਹਾਕੀ ਟੀਮ ਦੀ ਕੈਪਟਨ ਰਾਣੀ ਰਾਮਪਾਲ। ਠੀਕ ਹੈ, ਯਾਦ ਰੱਖਣਾ ਆਪਣੀ ਇੰਡੀਅਨ ਹਾਕੀ ਟੀਮ ਦੀ ਕੈਪਟਨ ਹੈਗੀ ਆ ਰਾਣੀ ਰਾਮਪਾਲ, ਜਿਹੜੀ ਬਿਲੋਂਗ ਕਰਦੀ ਹੈ ਹਰਿਆਣੇ ਦੇ ਸ਼ਾਹਬਾਦ ਤੋਂ। ਨੈਕਸਟ ਹੈ ਜੀ, who is the second Indian footballer to play 100 international games? 100 ਤੋਂ ਜ਼ਿਆਦਾ ਇੰਟਰਨੈਸ਼ਨਲ ਮੈਚ ਖੇਡਣ ਵਾਲਾ ਇੰਡੀਆ ਦਾ ਸੈਕੰਡ ਫੁੱਟਬਾਲਰ ਕੌਣ ਹੈ? ਤਾਂ ਫਸਟ ਵੀ ਪਤਾ ਹੋਣਾ ਚਾਹੀਦਾ। ਫਸਟ ਹੈਗਾ ਬਾਈ ਬਾਈਚੁੰਗ ਭੂਟੀਆ ਤੇ ਸੈਕੰਡ ਹੈਗਾ ਆਪਣਾ ਕੈਪਟਨ ਸੁਨੀਲ ਛੇਤਰੀ। ਸੁਨੀਲ ਛੇਤਰੀ ਜਿਹੜਾ ਹੈਗਾ ਉਹ ਸੈਕੰਡ ਇੰਡੀਅਨ ਹੈ ਤੇ ਐਟ ਪ੍ਰੈਜ਼ੈਂਟ ਇੰਡੀਅਨ ਟੀਮ ਦਾ ਕੈਪਟਨ ਵੀ ਹੈਗਾ ਆ। ਠੀਕ ਹੈ, ਨੈਕਸਟ ਇੰਡੀਅਨ ਸੁਪਰ ਲੀਗ ਇਹ ਕਾਦੀ ਚੈਂਪੀਅਨਸ਼ਿਪ ਹੈ? ਤਾਂ ਜਿਵੇਂ IPL ਹੈਗਾ ਵੀ ਕ੍ਰਿਕਟ ਦੇ ਵਿੱਚ, IPL ਕ੍ਰਿਕਟ ਦੇ ਵਿੱਚ ਹੈ, ਤਾਂ ISL ਹੈਗਾ ਆ ਫੁੱਟਬਾਲ ਦੇ ਵਿੱਚ। ਠੀਕ ਹੈ ਨਾ, ਇੰਡੀਅਨ ਸੁਪਰ ਲੀਗ ਇਹ ਹੈਗਾ ਫੁੱਟਬਾਲ ਦੇ ਵਿੱਚ। ਓਕੇ, ਨੈਕਸਟ ਆ ਜਾਓ। ਦ ਯੂਰੋਪੀਅਨ ਚੈਂਪੀਅਨਸ਼ਿਪ ਕੱਪ ਔਰ ਹੈਨਾਈਕਨ ਕੱਪ ਇਜ਼ ਐਸੋਸੀਏਟਡ ਵਿਦ ਵਿਚ ਸਪੋਰਟਸ? ਤਾਂ ਇਹ ਕਿਹੜੀ ਗੇਮ ਨਾਲ ਸੰਬੰਧਿਤ ਹੈਗੇ ਆ ਕੱਪ? ਇਹ ਹੈਗੇ ਆ ਵੀ ਰਗਬੀ ਦੇ ਨਾਲ ਸੰਬੰਧਿਤ। ਠੀਕ ਹੈ, ਕਿਹੜੀ ਗੇਮ ਨਾਲ ਸੰਬੰਧਿਤ ਹੈਗੇ ਆ? ਰਗਬੀ ਨਾਲ ਹੈ। ਤੇ ਰਗਬੀ ਦੇ ਬਾਕੀ ਕੱਪ ਇਹ ਤੁਸੀਂ ਨੋਟ ਕਰ ਲਓ, ਇੰਨੇ ਕੁ ਬਹੁਤ ਹੈ ਰਗਬੀ ਬਾਰੇ। ਠੀਕ ਹੈ ਨਾ, ਇਹ 4 ਕੱਪ ਰਗਬੀ ਬਾਰੇ ਬਹੁਤ ਹੈ। ਨੈਕਸਟ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਕੁਐਸਚਨ ਆ ਚੁੱਕਿਆ ਪਹਿਲਾਂ ਕਈ ਵਾਰ ਮੈਂ ਦੇਖਿਆ ਪੇਪਰ ਦੇ ਵਿੱਚ, ਡਰਬੀ ਕੱਪ। ਠੀਕ ਹੈ ਨਾ, ਜਾਂ ਇਹ ਤਾਂ ਜ਼ਰੂਰੀ ਯਾਦ ਰੱਖਣਾ। ਉਸ ਤੋਂ ਬਾਅਦ ਬਈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਐਨ ਓਲੰਪਿਕ ਇਵੈਂਟ? ਤਾਂ 4 ਆਪਸ਼ਨ ਦੇ ਹੋਏ ਆ ਬਈ, 4 ਜਿਮਨਾਸਟਿਕ ਦੇ ਆ। ਦੇਖੋ ਜਿਹੜੀ ਜਿਮਨਾਸਟਿਕ ਹੁੰਦੀ ਹੈ ਨਾ ਉਹ ਕਰਤੱਵਬਾਜ਼ੀ ਜੀ ਕਰਦੇ ਆ, ਹਨਾ। ਜਿਮਨਾਸਟਿਕ ਦੇ ਵਿੱਚ ਬਹੁਤ ਤਰ੍ਹਾਂ ਦੀ ਜਿਮਨਾਸਟਿਕ ਹੁੰਦੀ ਹੈ। ਤਾਂ ਕੁਐਸਚਨ ਇਹੀ ਹੈ ਕਿ ਇਹਨਾਂ 4 ਵਿੱਚੋਂ ਕਿਹੜੀ ਜਿਮਨਾਸਟਿਕ ਓਲੰਪਿਕ ਦੇ ਵਿੱਚ ਨਹੀਂ ਹੈ? ਤਾਂ ਇਹਦਾ ਰਾਈਟ ਆਨਸਰ ਹੋ ਜਾਊਗਾ C, ਐਕਰੋਬੈਟਿਕ ਜਿਮਨਾਸਟਿਕ ਹੈ ਜਿਹੜੀ ਉਹ ਓਲੰਪਿਕ ਵਿੱਚ ਨਹੀਂ ਹੈ। ਠੀਕ ਹੈ, ਬਾਕੀ ਇੰਨੀ ਜ਼ਿਆਦਾ ਡਿਟੇਲ ਦੇ ਵਿੱਚ ਜਾਣ ਦੀ ਲੋੜ ਨਹੀਂ ਕਿ ਕਿਹੜੀ ਜਿਮਨਾਸਟਿਕ ਕਿੱਥੇ ਕਿੱਦਾਂ ਕਰੀ ਜਾਂਦੀ ਹੈ। ਇਹ ਸਟੈਟਿਕ ਜੇ ਕੁਐਸਚਨ ਹੁੰਦੇ ਆ, ਤੁਹਾਨੂੰ ਇੰਨਾ ਕੁ ਪਤਾ ਹੋਣਾ ਚਾਹੀਦਾ ਬਸ। ਠੀਕ ਹੈ, ਉਸ ਤੋਂ ਬਾਅਦ ਵੀ वो among the following was India's first world champion in any sport after independence? ਆਜ਼ਾਦੀ ਤੋਂ ਬਾਅਦ ਇੰਡੀਆ ਦਾ ਪਹਿਲਾ ਵਰਲਡ ਚੈਂਪੀਅਨ ਕੌਣ ਸੀ ਕਿਸੇ ਵੀ ਫੀਲਡ ਦੇ ਵਿੱਚ, ਕਿਸੇ ਵੀ ਗੇਮ ਦੇ ਵਿੱਚ? ਤਾਂ ਉਹ ਸੀਗਾ ਵੀ ਵਿਲਸਨ ਜੋਨਸ। ਵਿਲਸਨ ਜੋਨਸ। ਠੀਕ ਹੈ ਨਾ, ਹੁਣ ਤੁਸੀਂ ਕਹੋਗੇ ਨਾ ਤਾਂ ਅੰਗਰੇਜ਼ਾਂ ਵਰਗਾ ਹੈ, ਐਂਗਲੋ ਇੰਡੀਅਨ ਸੀਗਾ ਬਈ। ਠੀਕ ਹੈ ਨਾ, ਨੈਕਸਟ ਵਿਦ ਵਿਚ ਆਫ ਦਾ ਫੋਲੋਇੰਗ ਗੇਮਸ ਔਰ ਸਪੋਰਟਸ? ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬਈ, ਸੁਲਤਾਨ ਅਜ਼ਲਾਨ ਸ਼ਾਹ ਕੱਪ। ਇਹਦੇ ਬਾਰੇ ਤੁਹਾਨੂੰ ਕੱਲੀ ਕੱਲੀ ਚੀਜ਼ ਪਤਾ ਹੋਣਾ ਚਾਹੀਦਾ। ਸੁਲਤਾਨ ਅਜ਼ਲਨ ਸ਼ਾਹ ਕੱਪ ਪਹਿਲੀ ਗੱਲ ਤਾਂ ਹਾਕੀ ਦਾ ਹੈ। ਠੀਕ ਹੈ, ਇਹ ਵੀ ਮਲੇਸ਼ੀਆ ਦੁਆਰਾ ਹੀ ਕਰਾਇਆ ਜਾਂਦਾ ਹੈ। ਠੀਕ ਹੈ ਨਾ, ਮਲੇਸ਼ੀਆ ਦੁਆਰਾ ਹੀ ਕਰਾਇਆ ਜਾਂਦਾ ਹੈ। ਜਿਵੇਂ ਪਹਿਲਾਂ ਆਪਾਂ ਨੇ ਪੜਿਆ ਸੀਗਾ ਨਾ ਉਹ ਜੋਹਰ ਕੱਪ ਜਿਹੜਾ ਸੀਗਾ, ਉਦਾਂ ਹੀ ਹੈ ਸੁਲਤਾਨ ਅਜ਼ਲਾਨ ਸ਼ਾਹ ਕੱਪ। ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ। ਸੁਲਤਾਨ ਅਜ਼ਲਾਨ ਸ਼ਾਹ ਕੱਪ ਮਲੇਸ਼ੀਆ ਵਿੱਚ ਆਯੋਜਿਤ 1 ਸਾਲਾ ਅੰਤਰਰਾਸ਼ਟਰੀ ਪੁਰਸ਼ ਹਾਕੀ ਟੂਰਨਾਮੈਂਟ ਹੈ। 1 ਸਾਲਾ ਮਤਲਬ ਹਰ ਸਾਲ ਕਰਾਇਆ ਜਾਂਦਾ ਹੈ। ਸਟਾਰਟ ਇਹ 1983 ਚ ਹੋਇਆ ਸੀ, ਬਟ ਉਸ ਟਾਈਮ ਇਹ ਹਰ 2 ਸਾਲ ਬਾਅਦ ਕਰਾਇਆ ਜਾਂਦਾ ਸੀ। ਠੀਕ ਹੈ ਨਾ, ਪਹਿਲਾ 1983 ਚ ਹੋਇਆ ਸੀ, ਦੂਜਾ 1985। ਥੋੜੇ ਟਾਈਮ ਬਾਅਦ ਇਹ 2 ਸਾਲਾਂ ਤੋਂ ਹਟਾ ਕੇ 1 ਸਾਲਾ ਕਰ ਦਿੱਤਾ ਗਿਆ। ਠੀਕ ਹੈ ਨਾ, ਯਾਦ ਰੱਖਣਾ ਹੈ ਹਰ ਸਾਲ ਮਲੇਸ਼ੀਆ ਦੇ ਵਿੱਚ ਹੀ ਹੁੰਦਾ। ਪਹਿਲਾ ਵਿਨਰ ਕੌਣ ਸੀ? ਆਸਟ੍ਰੇਲੀਆ। ਦੂਜਾ ਵਿਨਰ ਇੰਡੀਆ। ਤੇ 27ਵਾਂ 2018 ਚ ਹੋਇਆ ਸੀ, ਆਸਟ੍ਰੇਲੀਆ ਨੇ ਜਿੱਤਿਆ। 28ਵਾਂ ਸਾਊਥ ਕੋਰੀਆ ਦੇ ਵਿੱਚ ਹੋਇਆ ਸੀ 2019 ਦੇ ਵਿੱਚ। 2019 ਤੋਂ ਬਾਅਦ ਹੁਣ ਤੱਕ ਨਹੀਂ ਹੋਇਆ ਕਰੋਨਾ ਕਰਕੇ। ਮੈਕਸਿਮਮ ਟਾਈਟਲ ਜਿਹੜੇ ਜਿੱਤੇ ਆ ਉਹ ਆਸਟ੍ਰੇਲੀਆ ਜਿੱਤ ਚੁੱਕੀ ਹੈ 10 ਵਾਰ। ਸੁਲਤਾਨ ਅਜ਼ਲਾਨ ਸ਼ਾਹ ਕੱਪ ਨੂੰ ਸਭ ਤੋਂ ਜ਼ਿਆਦਾ ਜਿੱਤਣ ਵਾਲੀ ਟੀਮ ਆਸਟ੍ਰੇਲੀਆ। ਇੰਡੀਆ ਨੇ ਕਿੰਨੀ ਵਾਰ ਜਿੱਤਿਆ ਸੁਲਤਾਨ ਅਜ਼ਲਾਨ ਸ਼ਾਹ ਕੱਪ? 5 ਵਾਰ। ਇੰਡੀਆ ਨੇ 5 ਵਾਰ ਜਿੱਤਿਆ। ਠੀਕ ਹੈ ਨਾ, 85, 91, 95, 2009 ਤੇ 2010। ਨਹੀਂ ਯਾਦ ਰੱਖਣਾ, ਕੋਈ ਲੋੜ ਨਹੀਂ। ਇੰਡੀਆ ਨੇ 5 ਵਾਰ ਜਿੱਤਿਆ, ਇੰਨਾ ਬਹੁਤ ਹੈ। ਆਸਟ੍ਰੇਲੀਆ ਨੇ 10 ਵਾਰ ਜਿੱਤਿਆ, ਇੰਨਾ ਬਹੁਤ ਹੈ। ਠੀਕ ਹੈ, 1983 ਚ ਸ਼ੁਰੂ ਹੋਇਆ ਸੀ, ਇਹ ਯਾਦ ਰੱਖਣਾ ਹੈ। ਸੁਲਤਾਨ ਅਜ਼ਲਾਨ ਸ਼ਾਹ ਕੱਪ ਜਿਹੜਾ ਹੈਗਾ ਉਹ ਉਹਨਾਂ ਦਾ ਮਲੇਸ਼ੀਆ ਦਾ ਹੀ ਰਾਜਾ ਕਿੰਗ ਸੀਗਾ, ਉਹਦੀ ਯਾਦ ਦੇ ਵਿੱਚ ਰੱਖੇ ਹੋਏ ਆ। ਠੀਕ ਹੈ ਨਾ, ਯਾਦ ਰੱਖਣਾ ਹੈ। ਹਾਕੀ ਨਾਲ ਬਹੁਤ ਪ੍ਰੇਮ ਸੀ ਉਹਨੂੰ। ਵਟ ਕਾਈਂਡ ਆਫ ਏ ਟ੍ਰੈਡੀਸ਼ਨਲ ਸਪੋਰਟ ਇਜ਼ ਵੱਲਮ ਕਲੀ? ਵੱਲਮ ਕਲੀ ਬੋਟ ਰੇਸਿੰਗ ਹੈ ਜਿਹੜੀ ਕੇਰਲਾ ਦੇ ਵਿੱਚ ਹੁੰਦੀ ਹੈ। ਠੀਕ ਹੈ ਨਾ, ਵੱਲਮ ਕਲੀ ਕੇਰਲਾ ਦੇ ਵਿੱਚ ਇੱਕ ਤਿਉਹਾਰ ਹੁੰਦਾ ਹੈ। ਕੇਰਲਾ ਦਾ ਜਿਹੜਾ ਸਭ ਤੋਂ ਵੱਡਾ ਤਿਉਹਾਰ ਹੈ ਨਾ ਓਣਮ ਹੈਗਾ, ਓਣਮ। ਠੀਕ ਹੈ ਨਾ, ਓਣਮ ਦੇ ਉੱਤੇ ਇਹ ਸਾਰਾ ਕੁਝ ਆਯੋਜਿਤ ਹੁੰਦਾ ਹੈ। ਓਣਮ ਫੈਸਟੀਵਲ ਹੈ। ਠੀਕ ਹੈ ਨਾ, ਕੇਰਲਾ ਦਾ। ਉੱਥੇ ਕੇਰਲਾ ਦੇ ਵਿੱਚ ਇੱਕ ਲੇਕ ਹੈ, ਇੰਡੀਆ ਦੀ ਜਿਹੜੀ ਸਭ ਤੋਂ ਲੰਬੀ ਲੇਕ ਹੈ ਨਾ, ਉਹਦੇ ਵਿੱਚ ਹੀ ਬੋਟ ਰੇਸਿੰਗ ਹੁੰਦੀ ਹੈ। ਮਤਲਬ ਕਿਸ਼ਤੀਆਂ ਜਿਹੜੀ ਉਹਨਾਂ ਦੀ ਰੇਸ ਲੱਗਦੀ ਹੈ। ਨਹਿਰੂ ਟਰੋਫੀ ਵੀ ਮਿਲਦੀ ਹੈ ਉੱਥੇ। ਠੀਕ ਹੈ, ਉਸੇ ਨੂੰ ਵੱਲਮ ਕਲੀ ਜਿਹੜਾ ਕਿਹਾ ਜਾਂਦਾ ਹੈ। ਠੀਕ ਹੈ, ਯਾਦ ਰੱਖਣਾ ਹੈ। ਨੈਕਸਟ ਦਾ ਲਾ ਲੀਗਾ ਟਰੋਫੀ ਬਹੁਤ ਇੰਪੋਰਟੈਂਟ ਹੈ ਵੀ ਬਈ, ਬਹੁਤ ਇੰਪੋਰਟੈਂਟ ਹੈ। ਲਾ ਲੀਗਾ ਟਰੋਫੀ ਕਿਹੜੀ ਗੇਮ ਨਾਲ ਸੰਬੰਧਿਤ ਹੈ? ਫੁੱਟਬਾਲ ਨਾਲ। ਲਾ ਲੀਗਾ ਟਰੋਫੀ ਹੈ ਜਿਹੜੀ ਉਹ ਫੁੱਟਬਾਲ ਦੇ ਨਾਲ ਸੰਬੰਧਿਤ ਹੈ, ਯਾਦ ਰੱਖਣੀ ਹੈ। ਉਸ ਤੋਂ ਬਾਅਦ ਬਈ ਜਿਮਨਾਸਟਿਕ ਦੀਪਾ ਕਰਮਾਕਰ
ਕਿਹੜੀ ਸਟੇਟ ਨੂੰ ਬਿਲੋਂਗ ਕਰਦੀ ਹੈ, ਤਾਂ ਇਸੇ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਇਹਦੀ ਸਟੇਟ ਪੁੱਛੀ ਜਾਂਦੀ ਹੈ ਪੇਪਰ ਦੇ ਵਿੱਚ, ਇਹ ਬਿਲੋਂਗ ਕਰਦੀ ਹੈ ਤ੍ਰਿਪੁਰਾ ਨੂੰ। ਠੀਕ ਹੈ, ਦੀਪਾ ਕਰਮਾਕਰ ਹੈ ਜਿਹੜੀ ਤ੍ਰਿਪੁਰਾ ਨੂੰ ਬਿਲੋਂਗ ਕਰਦੀ ਹੈ। ਨੈਕਸਟ ਹੈ ਜੀ ਪ੍ਰੋਦੂਨੋਵਾ। ਪ੍ਰੋਦੂਨੋਵਾ ਇਹ ਕਿਹੜੀ ਗੇਮ ਨਾਲ ਸੰਬੰਧਿਤ ਹੈ, ਤਾਂ ਪ੍ਰੋਦੂਨੋਵਾ ਇੱਕ ਟਾਈਪ ਹੈ ਜਿਮਨਾਸਟਿਕ ਦੀ। ਠੀਕ ਹੈ, ਇੱਕ ਟਾਈਪ ਹੈ। ਆਪਾਂ ਨੇ ਦੇਖਿਆ ਨਾ ਪਿੱਛੇ ਜੇ ਕੁਐਸਚਨ ਵੀ ਆਇਆ ਸੀ ਜਿਮਨਾਸਟਿਕ ਦੀ ਕਿਹੜੀ ਟਾਈਪ ਜਿਹੜੀ ਹੈਗੀ ਆ 올림픽 ਦੇ ਵਿੱਚ, ਹੈ ਨਾ। ਇਹ ਦੇਖੋ ਰਿਥਮਿਕ ਜਿਮਨਾਸਟਿਕ, ਆਰਟਿਸਟ ਜਿਮਨਾਸਟਿਕ, ਹੈ ਨਾ। ਏਦਾਂ ਕਰਕੇ ਜਿਮਨਾਸਟਿਕ ਦੀ ਬਹੁਤ ਸਾਰੀ ਟਾਈਪ ਹੁੰਦੀ ਹੈ, ਤਾਂ ਇੱਕ ਟਾਈਪ ਇਹ ਵੀ ਹੈਗੀ ਆ। ਠੀਕ ਹੈ ਨਾ, ਇੱਕ ਟਾਈਪ ਇਹ ਵੀ ਹੈਗੀ ਆ, ਯਾਦ ਰੱਖਣਾ। ਨੈਕਸਟ ਹੈ ਬਈ with which of the following sport disciplines the धनराज पिल्ले associated। धनराज पिल्ले बहुत मतलब बहुत जाने माने प्लेयर है इंडियन हॉकी के, बहुत पुराने हैं। ठीक है ना, याद रखना है अपने हॉकी के बहुत पहला कैप्टन भी रह चुके। उस तो बाद भाई इंपॉर्टेंट क्वेश्चन है, टॉपिक भी इंपॉर्टेंट है, इस टॉपिक को भी पढ़ेंगे। ठीक है, नेम द कंट्री विच हैज द मोस्ट AFC एशियन कप टाइटल्स। केड़ा देश है जिन्हें सब तो ज्यादा AFC एशियन कप जितया होया। AFC पहली गल तो AFC एशियन कप केड़ी गेम नाल संबंधित है भाई, ये फुटबॉल नाल संबंधित है। ठीक है ना, फुटबॉल नाल किने जितया, जापान ने सब तो ज्यादा जितया। ठीक है, हुण देखो है की चीज है AFC जिहड़ा हैगा, इहदा मतलब है एशियन फुटबॉल कन्फेडरेशन। ठीक है ना, एशियन फुटबॉल। हुण देखो पूरी दुनिया दे विच फुटबॉल नूं कौन मैनेज करता है, कौन करता है, फीफा करता है ना। ठीक है, उस तो बाद फीफा दे अंडर ना 6 कन्फेडरेशन ने, 6 कन्फेडरेशन या तुसी कह लो कि 6 होर इहदे अंडर संस्थावां ने 6, क्योंकि अपने 6 कॉन्टीनेंट है जिन्हां दे उत्ते ह्यूमन रहिंदा है। ठीक है, 7वां जिहड़ा अंटार्कटिका हैगा उत्थे तो कोई रहिंदा नहीं, कोई देश नहीं हैगा उत्थे। ठीक है, 6 अपने महादीप हैगे आ, हर एक महादीप दी अपनी एक फीफा वर्गी एजेंसी है जिहड़ी उस महादीप की फुटबॉल ਨੂੰ कंट्रोल करती है। ठीक है, जिवें एशिया की हैगी आ एशियन फुटबॉल कन्फेडरेशन, है ना, ऐदा ही नॉर्थ अमेरिका की हैगी आ, यूरोप की हैगी है, तो सारे अपना अपना टूरनामेंट कराते हैं बई। तो एशिया वाले कराते हैं उन्होंने आपां बोलते हैं AFC एशियन कप। ठीक है ना, एशियन फुटबॉल कन्फेडरेशन है जिहड़ी वो करांदी है एशियन कप 1956 च ये शुरू होया सी। ठीक है, एशिया के देश ही पार्टिसिपेट करते हैं, किन्ने करते हैं ये कोई लोड़ नहीं हैगी याद रखने की। करंट चैंपीयन कौन है, कतर है जिन्हें लेटेस्ट जितया, ते जापान 4 बार जीत चुके हैं। बस यही याद रखना, जापान है जो 4 बार जीत चुके हैं। ठीक है, हुण देखो ये वाली स्लाइड, ये वो 6 कन्फेडरेशन है जिहड़ी कन्फेडरेशन हैगी 6 जिहड़ी फीफा दे अंडर आंदी है। AFC अपनी एशिया दी होगी। ठीक है, इदां ही CAF, कॉनकैफ, है ना, इदां करके तुहानूं क्वेश्चन डायरैक्ट आ जाते हैं कई बार। देखो ये अपने 6 कॉन्टीनेंट है। ठीक है, एशिया वाला हो गया AFC, यूरोप का हो गया UEFA, UEFA, इदा करके क्वेश्चन आ जाता है कि UEFA कप इस बार किने जीत्या, है ना। कॉनकैफ ये नॉर्थ अमेरिका का हो गया, ये साउथ अमेरिका का हो गया कॉनेबल, ते ये कन्फेडरेशन ऑफ अफ्रीका फेडरेशन मतलब अफ्रीका का हो गया, तो ये ओशेनिया का हो गया, आस्ट्रेलिया वाले, है ना, वो आस पास की जिवें न्यूजीलैंड वगैरह ये सारा कुछ, तो ये बई याद रखना है ना, ये है। ठीक है, इन्हां दी फुल फॉर्म याद करनी है, फुल फॉर्म भी कर सकते हो तुसी। बाकी इन्हां दे विनर वगैरह कई बार करंट अफेयर दे विच आया हुआ हुंदा है कि कौनका कैफ है जिहड़ा, है ना, कौनका कैफ ए कप जिहड़ा किने जित्तिया, इदां करके क्वेश्चन आ जाते हैं पेपर दे विच। तुहानूं अगे तो करंट अफेयर दे विच कदे दिक्कत नहीं आऊगी, तुहानूं ये पता होना चाहिए। ठीक है, नैक्सट है जी विच स्टेट इन इंडिया हाउसिस द नैशनल इंस्टीट्यूट ऑफ वाटर स्पोर्ट्स। तो पानी दे विच जिहड़ी गेम्स हुंदियां उन्हां दा इंस्टीट्यूट कित्थे है, वो हैगा गोवा दे विच। ठीक है, नेक्स्ट आ जाओ, फॉर विच ऑफ द फॉलोइंग कंट्री डज क्रिकेटर बेन स्ट्रोक प्लेस। बेन स्ट्रोक ने बई हुणे थोड़े टाइम पहला 2-4 दिन पहले ही संन्यास की घोषणा करी है। ये किहड़ी टीम का हैगा बई, ये इंग्लैंड का हैगा। ठीक है, नेक्स्ट क्रिकेटर है। नेक्स्ट है बई निक्की पोचंचा, है ना, ये किहड़ी गेम नाल संबंधित है, निक्की पोंचा, ये संबंधित हैगा बई टेनिस दे नाल। ठीक है, याद रखना है। उस तो बाद वो अमंग द फॉलोइंग वाज द फर्स्ट इंडियन स्विमर टू स्विम अक्रॉस द इंग्लिश चैनल इन 1958। इंग्लिश चैनल नूं तैर के पार करने वाला पहला इंडियन स्विमर। इंग्लिश चैनल कित्थे है, फ्रांस ते ब्रिटेन दे विच जिहड़ा समुंदर हैगा उहनूं आपां बोलदे आ इंग्लिश चैनल। उहनूं तैर के पार करने वाला पहला इंडियन सीगा मिहिर सेन। ठीक है, पहला इंडियन, ते पहली इंडियन फीमेल कौन सी, आरती शाह। दोनों याद रखनी है। ठीक है, नेक्स्ट विद विच ऑफ द फॉलोइंग स्पोर्ट्स इज
ਫਵਾਦ ਮਿਰਜ਼ਾ ਐਸੋਸੀਏਟਡ, ਸਟਾਰ ਮਾਰਕ ਕਰ ਲਿਓ, ਪੂਰੇ ਚਾਂਸ ਪੇਪਰ ਦੇ ਵਿੱਚ ਆਉਣ ਦੇ। ਠੀਕ ਹੈ, ਫਵਾਦ ਮਿਰਜ਼ਾ ਬਈ ਇਹ ਕਰਦਾ ਹੈ ਘੁੜਸਵਾਰੀ। ਠੀਕ ਹੈ ਨਾ, ਘੁੜਸਵਾਰੀ। ਤੇ ਘੁੜਸਵਾਰੀ ਨੂੰ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਆਪਾਂ? ਕੁਐਸਟਰੀਅਨ। ਠੀਕ ਹੈ ਨਾ, ਇਹ ਯਾਦ ਰੱਖਣਾ ਹੈ, ਘੁੜਸਵਾਰੀ। ਠੀਕ ਹੈ, ਫਵਾਦ ਮਿਰਜ਼ਾ ਬਾਰੇ ਯਾਦ ਰੱਖਣਾ ਹੈ ਬਈ। ਉਸ ਤੋਂ ਬਾਅਦ who is known as wizard of hockey, मतलब ਹਾਕੀ ਦਾ ਜਾਦੂਗਰ ਕਿਹਨੂੰ ਕਿਹਾ ਜਾਂਦਾ? ਤਾਂ ਹਾਕੀ ਦਾ ਜਾਦੂਗਰ ਬਾਈ ਬਿਲਕੁਲ ਸਿੰਪਲ ਜਿਹਾ ਕੁਐਸਚਨ ਹੈ, ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਮੇਜਰ ਧਿਆਨ ਚੰਦ ਨੂੰ ਕਿਹਾ ਜਾਂਦਾ ਹੈ। 29 ਅਗਸਤ ਨੂੰ ਇਹਨਾਂ ਦਾ ਬਰਥਡੇ ਹੁੰਦਾ ਹੈ, ਸਪੋਰਟਸ ਡੇ ਆਪਾਂ ਮਨਾਉਂਦੇ ਆ। ਇੰਡੀਆ ਦਾ ਜਿਹੜਾ ਸਭ ਤੋਂ ਵੱਡਾ ਸਪੋਰਟਸ ਅਵਾਰਡ ਹੈਗਾ ਉਹ ਵੀ ਮੇਜਰ ਧਿਆਨ ਚੰਦ ਖੇਲ ਰਤਨ ਅਵਾਰਡ ਹੈਗਾ ਹੈ, ਹਨਾ, ਪਤਾ ਹੀ ਹੈ ਤੁਹਾਨੂੰ ਸਾਰਿਆਂ ਨੂੰ ਬਈ। ਇਹ ਕੁਝ ਕੁਐਸਚਨ ਸੀਗੇ 100 ਦੇ ਨੇੜੇ ਤੇੜੇ, ਤੇ ਬਾਕੀ ਉਸ ਟੌਪਿਕ ਵੀ ਹੋ ਗਏ ਜਿਹੜੇ ਸਪੋਰਟਸ ਦੇ ਪਿਛਲੇ ਪੇਪਰਾਂ ਦੇ ਵਿੱਚ ਪੁੱਛੇ ਗਏ ਆ ਕੁਐਸਚਨ, ਤੇ ਇਹਦੇ ਵਿੱਚ ਥੋੜੇ ਜਿਹੇ ਕਰੰਟ ਦੇ ਵੀ ਐਡ ਕਰੇ ਆ, ਸਟੈਟਿਕ ਦੇ ਵੀ ਐਡ ਕਰੇ ਆ। ਤਾਂ ਮਤਲਬ ਇਹ 100 ਕੁਐਸਚਨ ਹੈ ਜਿਹੜੇ ਤੁਹਾਨੂੰ ਨਿਗਾਹ ਜ਼ਰੂਰ ਮਾਰਨੀ ਹੈ। ਠੀਕ ਹੈ ਨਾ, ਇਸ ਤੋਂ ਇਲਾਵਾ ਜਿਹੜੇ ਹੋਰ ਕਰੰਟ ਅਫੇਅਰ ਇਸ ਸਾਲ ਦੇ ਹੈਗੇ ਆ ਉਹਨਾਂ ਦੀ ਵੀਡੀਓ ਵੀ ਤੁਹਾਨੂੰ ਐਗਜ਼ਾਮ ਤੋਂ ਪਹਿਲਾਂ ਪੱਕਾ ਮਿਲ ਜੂਗੀ। 2 ਵੀਡੀਓਜ਼ ਤੁਹਾਨੂੰ ਪੱਕਾ ਮਿਲਣਗੀ ਹੋਰ, ਜਿਹਦੇ ਚ ਅਪਰੋਕਸ 100-150 ਕੁਐਸਚਨ ਹੋਣਗੇ। ਠੀਕ ਹੈ ਨਾ, ਤਾਂ ਉਹ ਵੀ ਜ਼ਰੂਰ ਕਰਕੇ ਜਾਣੇ ਆ। ਕੋਈ ਵੀ ਆਪਣਾ ਮਤਲਬ ਕੁਐਸਚਨ ਇਦਾਂ ਨਹੀਂ ਹੋਣਾ ਚਾਹੀਦਾ ਕਿ ਕੋਈ ਵੀ ਬਾਹਰ ਤੋਂ ਆਇਆ। ਠੀਕ ਹੈ ਨਾ, ਬਾਕੀ ਬਈ ਇਹ ਆਪਣਾ ਪ੍ਰਤਾਪੀ ਬੈਚ ਹੈ। ਠੀਕ ਹੈ, ਇਹ ਜ਼ਰੂਰ ਮਤਲਬ ਤੁਸੀਂ ਆਪਣੀ ਐਪ ਡਾਊਨਲੋਡ ਕਰ ਲਓ, ਜੇ ਤੁਸੀਂ ਚੈਨਲ ਤੇ ਨਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਈ। ਠੀਕ ਹੈ, ਬਾਕੀ ਸਭ ਤੋਂ ਮੇਨ ਗੱਲ ਜਿਹੜੀ ਹੈਗੀ ਆ, ਵੀਡੀਓ ਦੇ ਥੱਲੇ ਕਮੈਂਟ ਜ਼ਰੂਰ ਕਰਨਾ ਹੈ। ਕੋਈ ਵੀ ਤੁਹਾਡੀ ਕੁਐਰੀ ਹੈ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਜਾਂ ਮੈਸੇਜ ਕਰ ਸਕਦੇ ਹੋ। ਠੀਕ ਹੈ ਨਾ, ਵੀਡੀਓ ਨੂੰ ਸ਼ੇਅਰ ਕਰਨਾ ਹੈ ਜ਼ਰੂਰ ਆਪਣੇ ਫਰੈਂਡਸ ਦੇ ਨਾਲ। ਬਾਕੀ ਜੇ ਤੁਸੀਂ ਕਰ ਰਹੇ ਹੋ ਐਗਜ਼ਾਮ ਦੀ ਤਿਆਰੀ ਪੰਜਾਬ ਦੇ ਹਰ ਇੱਕ ਪੇਪਰ ਵਾਸਤੇ, ਇਹ ਬੈਚ ਤੁਹਾਡੇ ਲਈ ਹੈਗਾ, ਪ੍ਰਤਾਪੀ ਬੈਚ। ਇਹ ਮੈਂ ਤੁਹਾਨੂੰ ਰਿਕਮੈਂਡ ਕਰਦਾ ਹਾਂ, ਹਨਾ। ਇਹ ਬੈਚ ਜੁਆਇਨ ਕਰਨ ਤੋਂ ਬਾਅਦ ਤੁਹਾਨੂੰ ਕੋਈ ਵੀ ਹੋਰ ਬੈਚ ਜੁਆਇਨ ਕਰਨ ਦੀ ਲੋੜ ਨਹੀਂ ਹੈਗੀ, ਨਾ ਕੋਈ ਬੁੱਕ ਪਰਚੇਸ ਕਰਨ ਦੀ ਲੋੜ ਹੈ। ਠੀਕ ਹੈ, ਉਹ ਯਾਦ ਰੱਖਣਾ ਹੈ। ਬਾਕੀ 1 ਤਰੀਕ ਦੇ ਨੇੜੇ ਤੇੜੇ ਆਪਾਂ ਤੁਹਾਡੇ ਲਈ 2 ਗੁੱਡ ਨਿਊਜ਼ ਲੈ ਕੇ ਆ ਰਹੇ ਹਾਂ, ਤਾਂ ਉਹ ਵੀ ਤੁਸੀਂ ਚੈਨਲ ਤੇ ਬਣੇ ਰਹਿਣਾ। ਤੁਹਾਨੂੰ ਜਲਦ ਹੀ 2 ਬੜੀ ਗੁੱਡ ਨਿਊਜ਼ ਹੈ ਜਿਹੜੀ ਸੁਣਨ ਨੂੰ ਮਿਲਣਗੀਆਂ। ਠੀਕ ਹੈ, ਬਾਕੀ ਜਦੋਂ ਇਹ ਜੁਆਇਨ ਕਰਨਾ, ਪਰਚੇਸ ਕਰਨਾ ਕੁਝ ਵੀ, ਕੋਡ ਜ਼ਰੂਰ ਯਾਦ ਨਾਲ ਤੁਸੀਂ ਇਹ ਭਰਨਾ ਹੈ ਬਈ Ankit67, ਤਾਂ ਕਿ ਜਿਹੜੀ ਫੀਸ ਹੈ ਤੁਹਾਨੂੰ 20% ਆਫ ਹੋ ਸਕੇ। ਠੀਕ ਹੈ, ਬਾਕੀ ਕੋਈ ਵੀ ਕੁਐਰੀ ਹੈ, ਕੁਝ ਵੀ ਹੈ, ਮੈਸੇਜ ਕਰ ਸਕਦੇ ਹੋ। PDF ਆਲਰੇਡੀ ਟੈਲੀਗ੍ਰਾਮ ਚੈਨਲ ਤੇ ਪਈ ਹੈ, ਜਾ ਕੇ ਡਾਊਨਲੋਡ ਕਰ ਲਓ। ਠੀਕ ਹੈ, ਥੈਂਕ ਯੂ।